ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਮਾਫੀ ਚਾਹੁੰਦੇ ਹਾਂ, ਦੇਰੀ ਦੇ ਨਾਲ ਪ੍ਰੋਗਰਾਮ ਥੋੜਾ ਸ਼ੁਰੂ ਹੋ ਰਿਹਾ ਆ ਤੇ ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਜੀ ਟੇਰਕੀਆਣਾ ਜੀ। ਅਟਾਰਨੀ ਟੇਰਕੀਆਣਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨ ਦੇ ਨਾਲ ਤੁਸੀਂ ਇਹਨਾਂ ਦੇ ਕੋਲੋਂ ਮੈਡੀਕੇਅਰ ਦੀਆਂ ਸੇਵਾਵਾਂ ਵੀ ਜਿਹੜਾ ਹੈ ਉਹ ਤੁਸੀਂ ਲੈ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਦਿੰਦੇ ਨੇ। ਜੇਕਰ ਤੁਸੀਂ ਨਵੇਂ ਪਲਾਨਸ ਦੇ ਬਾਰੇ ਉਸ ਦੇ ਵਿੱਚ ਅਪਡੇਟ ਲੈਣੀ ਆ ਜਾਂ ਚੱਲ ਰਹੇ ਪਲਾਨਸ ਨੂੰ ਚੇਂਜ ਕਰਵਾਉਣਾ ਹੈ, ਉਸ ਦੇ ਵਿੱਚ ਹੋਰ ਸਲਾਹ ਲੈਣੀ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਮਿੰਦਰ ਧਾਲੀਵਾਲ, ਮੇਜਰ ਸਿੱਧੂ, ਗੁਰਮੇਲ ਲਿੱਦੜ, ਧਰਮ ਸਿੰਘ, ਕੁਲਦੀਪ ਸੰਘਾ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅਟਾਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ? ਅੱਜ ਜੀ ਕੁਛ ਇੱਕ ਸਾਡੇ ਸਾਲਮ ਦੇ 2-3 ਜਿਹੜੇ ਕੇਸ ਸੀਗੇ ਪਿਛਲੇ ਕੋਰਟ ਦੇ ਵਿੱਚ ਐਕਸਪੀਰੀਅੰਸ ਰਹੇ ਆ, ਉਹਨਾਂ ਬਾਰੇ ਗੱਲ ਕਰਾਂਗੇ ਤੇ ਜਿਹੜੇ ਆਉਣ ਵਾਲੇ ਅਗਲੇ 2 ਹਫ਼ਤੇ ਉਹਦੇ ਵਿੱਚ ਸ਼ਾਇਦ ਸਵਾਲ ਨਾ ਲੈ ਸਕੀਏ, ਸੋ ਜ਼ਿਆਦਾ ਜਿਹੜਾ ਅੱਜ ਐਮਫੈਸਿਸ ਆਪਣਾ ਸਵਾਲ ਨਾਲ ਰਹੂਗਾ। ਠੀਕ ਹੈ ਜੀ। ਸੋ ਕੀ ਹੈ ਜੀ ਜਿਹੜਾ ਇੰਟਰਸਟਿੰਗ ਕੇਸ ਲਾਸਟ ਵੀਕ ਇਸ ਵੀਕ ਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਉਹ ਵਾਪਰਿਆ ਹੈਗਾ? 2 ਇੰਟਰਸਟਿੰਗ ਕੇਸ ਹੈ, ਇੱਕ ਵਧੀਆ ਰਿਜ਼ਲਟ ਹੈ, ਇੱਕ ਮਾੜਾ ਰਿਜ਼ਲਟ ਹੈ, ਔਰ ਦੋਨੋਂ ਦੇ ਦੱਸ ਦਿੰਦੇ ਕਿੱਦਾਂ ਵਾ। ਠੀਕ ਹੈ। ਸੋ ਪਹਿਲਾ ਜਿਹੜਾ ਕੇਸ ਸੀਗਾ, ਇੱਕ ਤਾਂ ਹਰਿਆਣੇ ਵਾਲੇ ਦਾ ਅਸਾਈਲਮ ਸੀਗਾ ਬੰਦੇ ਦਾ। ਤੇ ਹਰਿਆਣੇ ਵਾਲੇ ਜਿਹੜੇ ਅਸਾਈਲਮ ਕੇਸ ਹੈ ਇੰਟਰਸਟਿੰਗ ਆ। ਉਹਨਾਂ ਦਾ ਜਿਹੜਾ ਥਿਊਰੀ ਹੈ, ਕੇਸ ਥਿਊਰੀ ਇਹ ਹੈ ਕਿ ਹਰਿਆਣਾ ਵੀ ਇੱਕ ਐਗਰੀਕਲਚਰ ਸਟੇਟ ਆ ਤੇ ਹਰਿਆਣੇ ਦੇ ਵਿੱਚ ਵੀ ਜਿਹੜੇ ਤੁਹਾਨੂੰ ਪਤਾ ਉਹੀ ਵਾਟਰ ਵਾਲੇ ਮੁੱਦੇ, ਹੋਰ ਕੇਂਦਰ ਸਰਕਾਰ ਨਾਲ ਵੀ ਉਹਨਾਂ ਦੀ ਕਾਫੀ ਝੜਪ ਰਹਿੰਦੀ ਆ ਬੈਕਵਰਡ ਕਲਾਸ ਨੂੰ ਲੈ ਕੇ, ਹੋਰ ਉਹਨਾਂ ਦੇ ਖੱਪ ਪੰਚਾਇਤ ਵਾਲੇ ਵਿਆਹ, ਜਿਹੜੇ ਇੰਟਰ ਰਿਲੀਜੀਅਸ ਮੈਰਿਜ ਵਾਲੇ, ਸੋ ਇੱਦਾਂ ਦੇ ਉਹਨਾਂ ਦੇ ਜਿਹੜੇ ਏਰੀਆ 'ਚੋਂ ਕੇਸ ਜਿਹੜੇ ਨਿਕਲ ਕੇ ਆਉਂਦੇ ਆ ਤੇ ਪੋਲੀਟੀਕਲ ਓਪੀਨੀਅਨ ਵਾਲੇ ਵੀ ਕਈ ਕੇਸ ਹੈਗੇ ਆ। ਸੋ ਇਸ ਕੇਸ ਦੇ ਵਿੱਚ NLO ਜਿਹੜਾ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ, ਉਹ ਬੰਦੇ ਦਾ ਕੇਸ ਸੀਗਾ। ਠੀਕ ਹੈ। ਬੇਸਿਕਲੀ ਕੇਸ ਜਿਹੜਾ ਹੁੰਦਾ ਉਹ ਜਿਹੜੇ NLO ਵਾਲੇ ਕੇਸ ਜਿਹੜੇ ਹੈਗੇ ਆ, ਉਹਦੇ ਵਿੱਚ ਲੋਕਾਂ ਦਾ ਉਹੀ ਹੈ ਕਿ ਪੋਲੀਟੀਕਲ ਓਪੀਨੀਅਨ ਸਾਡਾ ਇਹ ਆ, ਸਾਡੀ ਪਾਰਟੀ ਇਹ ਕਰਦੀ ਆ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਪਸੰਦ ਨਹੀਂ ਕਰਦੀਆਂ, ਤੇ ਜਿਹਦੇ ਕਰਕੇ ਕੀ ਪ੍ਰੋਬਲਮ ਉਹਨਾਂ ਨੂੰ ਆਈ ਸੀ ਤੇ ਤਾਂ ਕਰਕੇ ਉਹ ਬਾਹਰ ਆ ਜਾਂਦੇ ਆ। ਸੋ ਹੁਣ ਪ੍ਰੋਬਲਮ ਇਹਨਾਂ ਕੇਸਾਂ ਦੇ ਵਿੱਚ ਇਹ ਹੁੰਦੀ ਹੈ ਕਿ ਜਦੋਂ ਤੁਸੀਂ ਪੋਲੀਟੀਕਲ ਓਪੀਨੀਅਨ ਤੇ ਤੁਹਾਡਾ ਕੇਸ ਜਿਹੜਾ ਬੇਸਡ ਆ, ਪਾਰਟੀਬਾਜ਼ੀ ਤੇ ਤੁਹਾਡਾ ਜਿਹੜਾ ਕੇਸ ਬੇਸਡ ਆ, ਉਹਦੇ ਵਿੱਚ ਤੁਹਾਡੇ ਕੋਲ ਹਮੇਸ਼ਾ ਜਿਹੜਾ ਟਾਈਮ ਫੈਕਟਰ ਹੈਗਾ, ਤੁਹਾਨੂੰ ਇਹ ਨਹੀਂ ਪਤਾ ਕਿ ਕੇਸ ਵੇਲੇ ਕਿਹੜੀ ਪਾਰਟੀਆਂ ਦਾ ਆਪਸ 'ਚ ਸਮਝੌਤਾ ਹੋ ਜਾਣਾ, ਕਿਹਦਾ ਗੱਠਜੋੜ ਹੋ ਜਾਣਾ, ਕਿਹਦਾ ਟੁੱਟ ਜਾਣਾ। ਸੋ ਇਹ ਕੇਸ ਜਿਹੜੇ ਹੈਗੇ ਇਹ ਹਮੇਸ਼ਾ ਸਿਚੁਏਸ਼ਨ ਤੇ ਡਿਪੈਂਡ ਕਰਦੇ ਆ ਕਿ ਜਦੋਂ ਤੁਸੀਂ ਕੋਰਟ ਦੇ ਵਿੱਚ ਜੱਜ ਦੇ ਮੂਹਰੇ ਜਾਣਾ, ਉਦੋਂ ਤੁਹਾਡੇ ਜਿਹੜੇ ਕੰਟਰੀ ਕੰਡੀਸ਼ਨ ਆਉਣ ਦੇ ਹਾਲਾਤ ਜਿਹੜੇ ਕੀ ਚੱਲਦੇ ਆ। ਤੇ ਇਹ ਵਕੀਲ ਬਦਲ ਕੇ ਆਪਣੇ ਕੋਲ ਬੰਦਾ ਆਇਆ ਸੀਗਾ। ਸੋ ਇਹਦੇ ਵਿੱਚ ਨਾ ਰੀਲੋਕੇਸ਼ਨ ਦਾ ਕਾਫੀ ਵੱਡਾ ਮੁੱਦਾ ਸੀਗਾ। ਸੋ ਆਰਗੂਮੈਂਟ ਸਰਕਾਰ ਦੀ ਇਹ ਸੀਗੀ ਕਿ ਜਿਹੜਾ ਇਹ ਬੰਦਾ, ਤੇਰੇ ਕਿਹੜਾ ਮੂੰਹ ਤੇ ਲਿਖਿਆ ਕਿ ਤੂੰ NLO ਦਾ ਵਰਕਰ ਹੈਗਾ, ਰਾਈਟ, ਤੇ ਇਹ ਜਿਹੜੀ ਤੇਰੀ ਪਾਰਟੀ ਆ ਇਹ ਕਿਹੜਾ ਹਰੇਕ ਸਟੇਟ ਦੇ ਵਿੱਚ ਮੌਜੂਦ ਹੈ, ਕੋਈ ਨੈਸ਼ਨਲ ਲੈਵਲ ਤਾਂ ਪਾਰਟੀ ਹੈ ਨਹੀਂ। ਸੋ ਜਿੱਦਾਂ ਲੋਕੀ ਕਹਿੰਦੇ ਕਿ ਆਧਾਰ ਕਾਰਡ ਪੈਨ ਕਾਰਡ ਵਾਲੀ ਆਰਗੂਮੈਂਟ ਤੇ ਵੈਸੇ ਹੀ ਚੱਲ, ਉਹਦੇ ਕਰਕੇ ਉਹ ਐਕਚੁਅਲੀ ਆਇਆ ਸੀ ਤੇ ਉਹਨੂੰ ਥੋੜਾ ਜਿਹਾ ਡਰ ਲੱਗਿਆ ਕਿ ਯਾਰ ਇਹ ਆਧਾਰ ਕਾਰਡ ਪੈਨ ਕਾਰਡ ਤੋਂ ਇਲਾਵਾ ਕੋਈ ਆਰਗੂਮੈਂਟ ਬਣਦੀ ਨਹੀਂ ਪਈ। ਸੋ ਉਹਨੇ ਆਪਣੀ ਆਰਗੂਮੈਂਟ ਸੀਗੀ ਉਹਦੀ ਕਿ ਆਹੀ ਕਿ ਮੈਂ ਆਪਣੇ ਹੱਕਾਂ ਦੀ ਮੰਗ ਕਰੂੰਗਾ, ਉਹੀ ਜਿਹੜਾ ਬਾਕੀਆਂ ਦਾ। ਪਰ ਹੁਣ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਇਹ ਅਲੱਗ ਸਟੇਟ ਸਟੂਟ ਕੁਛ ਨਹੀਂ ਮੰਗ ਰਿਹਾ, ਇਹਦਾ ਪੋਲੀਟੀਕਲ ਓਪੀਨੀਅਨ ਹੈ, ਗਰੀਬਾਂ ਦੀ ਹੈਲਪ ਕਰ ਰਿਹਾ, ਕਿਸਾਨਾਂ ਦੀ ਹੈਲਪ ਕਰ ਰਿਹਾ। ਸੋ ਇਹਦਾ ਕੋਈ ਐਸ ਸੱਚ ਇਹ ਨਹੀਂ ਕਿ ਕੋਈ ਵੱਖ ਸਟੇਟ ਦੀ ਮੰਗ ਕਰ ਰਿਹਾ। ਤੇ ਉਹਦਾ ਸਰਕਾਰ ਦੀ ਆਰਗੂਮੈਂਟ ਇਹ ਸੀਗੀ ਕਿ ਜੇ ਤੂੰ ਆਪਣੇ ਹੱਕਾਂ ਦੀ ਮੰਗ ਕਰੂੰਗਾ, ਗਰੀਬਾਂ ਦੀ ਹੈਲਪ ਕਰੋ, ਉਹਨਾਂ ਦੂਜੀਆਂ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਕੀ ਪ੍ਰੋਬਲਮ ਆ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਤੂੰ ਇਹ ਮੰਗ ਹਰ ਕਿਤੇ ਜਾ ਕੇ ਕਰ ਸਕਦਾ। ਤੇ ਹੁਣ ਫੋਰ ਐਗਜ਼ਾਮਪਲ ਜਿਹੜਾ ਕੋਈ ਪੰਜਾਬ ਤੋਂ ਕਸ਼ਮੀਰ ਤੋਂ ਤਾਂ ਕਹੂਗਾ ਕਿ ਸਾਨੂੰ ਰੋਕਦੇ ਆ, ਆਪਾਂ ਮੰਗ ਨਹੀਂ ਕਰ ਸਕਦੇ ਕਿਉਂਕਿ ਸਰਕਾਰ ਉਹਨਾਂ ਨੂੰ ਮਾੜਾ ਸਮਝਦੀ ਆ। ਸੋ ਇਹ ਕੇਸ ਦੇ ਵਿੱਚ ਸਰਕਾਰ ਕੀ ਕਹਿੰਦੀ ਕਿ ਤੂੰ ਕੋਈ ਮੰਗ ਤਾਂ ਕਰਦਾ ਨਹੀਂ ਪਿਆ, ਤੇਰੇ ਬੇਸਿਕ ਮੁੱਦੇ ਆ ਕਿ ਗਰੀਬਾਂ ਦੀ ਹੈਲਪ ਕਰਨੀ, ਕੁੜੀਆਂ ਦੇ ਵਿਆਹ ਕਰਾਣੇ, ਬਲੱਡ ਡੋਨੇਸ਼ਨ, ਮੈਡੀਕਲ ਕੈਂਪ, ਉਹੀ ਸਾਰਾ ਜਿਹੜਾ ਨੋਰਮਲ ਵਰਕਰ ਇੱਕ ਕਰਦਾ। ਤੇ ਸਾਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਲੋਕਲ ਪਾਪੂਲੇਸ਼ਨ ਨੂੰ ਜਾਂ ਉਹਨੂੰ ਕਿਸੇ ਵੀ ਕਿਸਮ ਦੀ ਪ੍ਰੋਬਲਮ ਜਿਹੜੀ ਹੋਣੀ ਚਾਹੀਦੀ ਹੈ।
ਸੋ ਬੈਕਵਰਡ ਕਾਸਟ ਦਾ ਬੰਦਾ ਸੀਗਾ, ਕੰਬੋਜ ਪਰਿਵਾਰ ਦਾ ਸੀਗਾ, ਤੇ ਮੁੱਦੇ ਇਹ ਸੀਗੇ ਕਿ ਕਾਸਟਿਜ਼ਮ ਦਾ ਮੁੱਦਾ ਜਿਹੜਾ ਸੀਗਾ ਮੇਨ, ਉਹ ਆਪਾਂ ਇਹਦੇ ਵਿੱਚ ਦੱਸਿਆ ਕਿ ਬਈ ਕੀ ਕਿੱਦਾਂ ਵਰਗ ਕਿੱਦਾਂ ਵੰਡੇ ਜਾਂਦੇ ਆ, ਬੈਕਵਰਡ ਕਾਸਟ ਕੀ ਹੁੰਦੀ ਆ, ਤੇ ਬੰਦੇ ਦਾ ਬਚਪਨ ਕਿੱਦਾਂ ਦਾ ਸੀਗਾ, ਕਾਲਜ ਕਿੱਦਾਂ ਦਾ ਸੀਗਾ, ਕੀ ਇਹਨੂੰ ਪ੍ਰੋਬਲਮ ਆਈਆਂ। ਤੇ ਠੀਕ ਹੈ। ਆ ਕੇ ਉਹਨੇ ਉਰੇ ਆ ਕੇ ਵੀ ਐਕਟਿਵ ਰਿਹਾ, ਕਿਸਾਨੀ ਅੰਦੋਲਨ 'ਚ ਉਹਨੇ ਪਾਰਟਿਸਿਪੇਟ ਕੀਤਾ, ਤੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜਾ ਪਾਰਟਿਸਿਪੇਸ਼ਨ ਦੇ ਵਿੱਚ ਉਹਦੀ ਡਾਕੂਮੈਂਟਡ ਸੀਗੀ ਕਿ ਉਹਨੇ ਪੈਸੇ ਪੂਸੇ ਭੇਜੇ ਸਾਰਾ। ਤੇ ਉਹਦਾ ਫਿਰ ਉਹ ਬਣਾਇਆ ਕਿ ਤੂੰ ਬਈ ਕਿਸਾਨੀ ਅੰਦੋਲਨ 'ਚ ਕਿਉਂ ਪਾਰਟਿਸਿਪੇਟ ਕੀਤਾ, ਕਿਉਂ ਤੈਨੂੰ ਇੰਪੋਰਟੈਂਟ ਆ, ਤੇ ਉਹ ਕਿਸਾਨੀ ਪਰਿਵਾਰ ਤੋਂ ਸੀਗਾ ਓਬਵੀਅਸਲੀ, ਜਿਹੜਾ ਕਿਸਾਨੀ ਪਰਿਵਾਰ ਤੋਂ ਆ ਤਾਂ ਉਹਨੂੰ ਅੰਦੋਲਨ ਵਿੱਚ ਪਾਰਟਿਸਿਪੇਟ ਕਰਨਾ ਉਹਦੇ ਲਈ ਨਾਰਮਲ ਆ। ਤੇ ਉਹਨੇ ਆਪਣੇ ਫੈਮਿਲੀ ਦਾ ਰੋਲ ਦੱਸਿਆ ਕਿ ਕੀ ਹੈ। ਸੋ ਮੇਨ ਕੀ ਸੀਗਾ ਕਿ ਉਸ ਤੋਂ ਬਾਅਦ ਸਾਡੀ ਜਿਹੜੀ ਬਹਿਸ-ਬੂਸ ਸੀਗੀ ਸਰਕਾਰ ਨਾਲ ਡਾਇਰੈਕਟਲੀ ਉਹੀ ਸੀਗੀ ਕਿ ਜਿਹੜੇ ਕਿਸਾਨੀ ਅੰਦੋਲਨ ਆ, ਉਹ ਜਿਹੜੀ ਵੀ ਸਟੇਟ ਤਾਂ ਉਹਨੂੰ ਸਰਕਾਰ ਕੀ ਸਮਝਦੀ ਆ, ਕਿ ਕੀ ਸੋਚਦੀ ਆ। ਤੇ ਸਰਕਾਰ ਨੇ ਕਈ ਬਿਆਨ ਦਿੱਤੇ ਸੀਗੇ ਕਿ ਕਿਸਾਨੀ ਅੰਦੋਲਨ ਨੂੰ ਉਹ ਕਿੱਦਾਂ ਵੇਖਦੀ ਆ। ਉਹ ਦੇਖਦੀ ਆ ਕਿ ਸੈਪਰੇਟਿਡ ਮੂਵਮੈਂਟ ਆ, ਇਹ ਅਸਲੀ ਕਿਸਾਨ ਨਹੀਂ ਹੈਗੇ, ਇਹ ਪ੍ਰੋਬਲਮ ਕ੍ਰੀਏਟ ਕਰਨਾ ਚਾਹੁੰਦੇ ਆ। ਤੇ ਸਰਕਾਰ ਵਾਪਸ ਆਈ, ਕਹਿੰਦੀ ਕਿ ਇਹ ਕਿਹੜਾ ਬੰਦਾ ਪੰਜਾਬ ਤੋਂ ਆ, ਇਹ ਤਾਂ ਨਹੀਂ ਕਰਨਾ ਚਾਹੁੰਦਾ। ਸੋ ਆਰਗੂਮੈਂਟ ਫਿਰ ਉਹਦੇ ਵਿੱਚ ਇਹ ਸੀਗੀ ਕਿ ਇਹ ਇਹਨੂੰ ਪਤਾ ਇਹ ਹੈ ਨੀਗਾ, ਆਪਾਂ ਤਾਂ ਕਹਿ ਵੀ ਨਹੀਂ ਰਹੇ ਕਿ ਇਹ ਕੁਛ ਏਦਾਂ ਦਾ ਕਰਨਾ ਚਾਹੁੰਦਾ, ਇਹ ਤਾਂ ਸਿੰਪਲ ਸਿੱਧਾ-ਸਾਦਾ ਜਿਹਾ ਬੰਦਾ ਆਪਣੇ ਨਾਰਮਲ ਪਾਰਟੀ ਵਰਕਰ ਸੀਗਾ। ਆਪਾਂ ਕੁਛ ਕਹਿ ਵੀ ਨਹੀਂ ਰਹੇ ਕਿ ਬੜੇ ਹਾਈ ਲੈਵਲ ਦਾ ਉਹ ਆ, ਪਰ ਸਰਕਾਰ ਏਦਾਂ ਸੋਚਦੀ ਆ ਕਿ ਇਹ ਹਾਈ ਲੈਵਲ ਦਾ ਬੰਦਾ ਵਾ, ਤੇ ਉਹ ਇਸ ਕਰਕੇ ਏਦਾਂ ਦਾ ਸੋਚਦੀ ਆ ਕਿਉਂਕਿ ਜੋ ਵੀ ਇਹਨੇ ਪੈਸੇ ਭੇਜੇ ਆ ਜਾਂ ਜੋ ਵੀ ਇਹਨੇ ਸਹਿਯੋਗ ਕੀਤਾ ਪਿੱਛੇ ਬੈਕ ਹੋਮ, ਉਹਦੇ ਕਰਕੇ ਕੀ ਹੈਗਾ ਕਿ ਉਹਦੇ ਫਾਦਰ ਨੂੰ ਵੀ ਜਿੱਦਾਂ ਕੁਐਸਚਨਿੰਗ ਕੀਤੀ ਗਈ ਸੀਗੀ। ਸੋ ਸਾਡੇ ਕੋਲ ਹੋਰ ਕਾਫੀ ਜਿਹੜੇ ਸੀਗੇ ਇੰਡੀਆ ਦੇ ਐਵੀਡੈਂਸ ਇਕੱਠੇ ਕੀਤੇ ਕਿ ਕਿੰਨੇ ਲੋਕਾਂ ਤੇ ਸੈਡੀਸ਼ਨ ਦੇ ਪਰਚੇ ਹੋਏ ਆ। ਫਾਇਰ ਬ੍ਰਿਗੇਡ ਤੋਂ ਜਿਹੜਾ ਮੁੰਡੇ ਨੇ ਇੱਕ ਨੇ ਜਿਹੜਾ ਬੰਦ ਕੀਤੀ ਸੀ, ਉੱਤੇ ਵੀ ਪਰਚਾ ਹਾਂਜੀ। ਜਿਹੜਾ ਸੀਗਾ। ਜਿਹੜਾ ਯੂਕੇ ਸਿਟੀਜ਼ਨ ਆ, ਜੌਲ ਨੂੰ ਰੱਖਿਆ ਜੇਲ੍ਹ 'ਚ ਪਾ ਕੇ ਬਿਨਾਂ ਚਾਰਜ। ਜਿਹੜੀ ਸਾਡੀ ਆਰਗੂਮੈਂਟ ਹੋਈ ਸੀਗੀ ਕਿ ਏਦਾਂ ਕਈ ਲੋਕਾਂ ਨਾਲ ਏਦਾਂ ਹੋਇਆ ਵਾ, ਤੇ ਫਿਰ ਸਰਕਾਰ ਵਾਪਸ ਆਈ, ਉਹ ਕਹਿੰਦੀ ਕਿ ਹਾਂ ਇਹ ਤਾਂ ਜ਼ਿਆਦਾ ਐਕਟਿਵ ਸੀਗੇ, ਇਹ ਤਾਂ ਬਾਹਰੋਂ ਪੈਸੇ ਭੇਜਦਾ ਵਾ। ਤੇ ਸਾਡੀ ਫਿਰ ਆਰਗੂਮੈਂਟ ਇਹ ਸੀਗੀ ਕਿ ਭਾਵੇਂ ਬਾਹਰੋਂ ਹੀ ਪੈਸੇ ਭੇਜਦਾ, ਭਾਵੇਂ ਆਪ ਐਕਟਿਵ ਨਹੀਂ ਸੀਗਾ, ਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਸਰਕਾਰ ਤੇ, ਕੋਈ ਗਰੰਟੀ ਨਾਲ ਨਹੀਂ ਕਹਿ ਸਕਦਾ ਕਿ ਇਹਨੂੰ ਨਹੀਂ ਫੜੂਗੇ ਤੇ ਇਹਨੂੰ ਫੜ ਸਕਦੇ ਆ। ਸੋ ਉਹਨੇ ਸਵਾਲ ਜਵਾਬ ਪੁੱਛਿਆ ਕਿ ਤੂੰ ਜਦੋਂ ਬਾਹਰ ਆਇਆ ਸੀਗਾ, ਏਅਰਪੋਰਟ ਤੋਂ ਹੀ ਆਇਆ ਸੀਗਾ ਨਾਰਮਲ, ਤੈਨੂੰ ਉਦੋਂ ਨਹੀਂ ਰੋਕਿਆ ਉਹਨਾਂ ਨੇ? ਆਪਾਂ ਕਿਹਾ ਉਦੋਂ ਨਹੀਂ ਰੋਕਿਆ ਕਿਉਂਕਿ ਉਦੋਂ ਅੰਦੋਲਨ 'ਚ ਨਹੀਂ ਇਹਨੇ ਪਾਰਟਿਸਿਪੇਟ ਕੀਤਾ ਸੀਗਾ, ਉਹ ਤਾਂ ਹੋਇਆ ਹੀ ਜਦੋਂ ਇਹ ਇੱਥੇ ਆਇਆ ਉਸ ਤੋਂ ਬਾਅਦ ਹੋਇਆ। ਸੋ ਜਿਹੜੀਆਂ ਚੀਜ਼ਾਂ ਹੁਣ ਜ਼ਿਆਦਾ ਗੰਭੀਰ ਹੋ ਗਈਆਂ। ਤੇ ਫਿਰ ਉਸ ਮੁੱਦੇ ਤੇ ਬਹਿਸ ਚੱਲੀ, ਤੇ ਉਹਦੇ ਕਰਕੇ ਉਸ ਪੁਆਇੰਟ ਦੇ ਉੱਤੇ ਕਿ ਇਸ ਬੰਦੇ ਲਈ, ਕਿਉਂਕਿ ਇਹਦੇ ਜਿਹੜੇ ਫੈਕਟ ਐਂਡ ਸਰਕਮਸਟੈਂਸ ਏਦਾਂ ਦੇ ਆ ਕਿ ਇਹ ਨਾ ਇਹ ਸੈਪਰੇਟ ਸਟੇਟ ਕਲੇਮ ਕਰ ਰਿਹਾ, ਨਾ ਇਹ ਕਹਿ ਰਿਹਾ ਕਿ ਮੈਨੂੰ ਪਾਰਟੀਬਾਜ਼ੀ ਕਰਕੇ ਕਰੂਗੇ। ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਨੂੰ ਬਿਲੋਂਗ ਕਰਦਾ ਬੰਦਾ। ਉਹ ਕਹਿੰਦਾ ਪਾਰਟਿਕੂਲਰ ਸੋਸ਼ਲ ਗਰੁੱਪ ਕੀ ਹੈ? ਪਾਰਟਿਕੂਲਰ ਸੋਸ਼ਲ ਗਰੁੱਪ ਉਹ ਹੈਗਾ ਕਿ ਉਹ ਵਾਲੇ ਬੰਦੇ ਜਿਹੜੇ ਪੋਲੀਟੀਕਲ ਕਾਰਿਆਕਰਤਾ ਸੀਗੇ ਆਪਣੀ ਕੰਟਰੀ ਦੇ ਵਿੱਚ, ਬਾਹਰ ਜਦੋਂ ਆਉਂਦੇ ਆ ਤੇ ਬਾਹਰ ਆ ਕੇ ਵੀ ਆਪਣੀ ਗਤੀਵਿਧੀਆਂ ਜਦੋਂ ਨਹੀਂ ਛੱਡਦੇ, ਜਾਰੀ ਰੱਖਦੇ ਆ, ਤੇ ਜਦੋਂ ਉਹ ਵਾਪਸ ਜਾਂਦੇ ਆ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਇਹਦਾ ਇਹ ਆ ਕਿ ਜਦੋਂ ਇਹ ਵਾਪਸ ਜਾਂਦੇ ਆ ਤੇ ਉਦੋਂ ਇਹਨਾਂ ਨਾਲ ਧੱਕਾ ਹੋ ਸਕਦਾ। ਤੇ ਸਰਕਾਰੀ ਵਕੀਲ ਕਹਿੰਦੀ ਕਿ ਨਹੀਂ, ਇਹ ਪਾਰਟਿਕੂਲਰ ਨਹੀਂ ਹੈਗਾ, ਇੰਨਾ ਕੋਗਨੀਜ਼ੇਬਲ ਨਹੀਂ ਹੈਗਾ ਕਿ ਮਤਲਬ ਇਹ 'ਚ ਬਹੁਤ ਜ਼ਿਆਦਾ ਲੋਕੀ ਆ ਜਾਂਦੇ ਆ। ਸੋ ਫਿਰ ਸਾਡਾ ਜਿਹੜਾ ਫੋਕਸ ਉਹ ਸੀਗਾ ਕਿ ਨਹੀਂ, ਇਹਦੇ ਵਿੱਚ ਬਹੁਤ ਜ਼ਿਆਦਾ ਲੋਕੀ ਨਹੀਂ ਆਉਂਦੇ, ਕਿਉਂਕਿ ਨਾ ਹੀ ਤਾਂ ਸਾਰੇ ਸਿੱਖ ਵੱਖ ਦੇਸ਼ ਦੀ ਮੰਗ ਕਰਦੇ ਆ, ਨਾ ਹੀ ਤਾਂ ਸਾਰੇ ਸਿੱਖ ਜਿਹੜੇ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਦੇ ਆ। ਸੋ ਸੇਮ ਤਰੀਕੇ ਨਾਲ ਨਾ ਹੀ ਤਾਂ ਸਾਰੇ ਬੈਕਵਰਡ ਕਾਸਟ ਵਾਲੇ ਆਪਣੇ ਹੱਕਾਂ ਦੇ ਲਈ ਲੜਾਈ ਕਰਦੇ ਆ, ਤੇ ਨਾ ਹੀ ਸਾਰੇ ਬੈਕਵਰਡ ਕਾਸਟ ਵਾਲੇ ਧਰਨਿਆਂ ਤੇ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆ। ਇਹ ਬੰਦਾ ਪਾਰਟਿਸਿਪੇਟ ਕਰਦਾ ਹੈਗਾ, ਤੇ ਉਹਦੀ ਫਿਰ ਉਹੀ ਗੱਲ ਸੀ ਕਿ ਇਹਦੇ ਕਿਹੜਾ ਮੂੰਹ ਤੇ ਲਿਖਿਆ ਕਿ ਇਹ ਏਦਾਂ ਕਰਕੇ ਆਇਆ। ਆਪਣਾ ਹੋ ਸਕਦਾ ਕਿ ਇਹ ਜਦੋਂ ਕਰੂਗਾ, ਇਹਦੀ ਬੈਕਗਰਾਉਂਡ ਜਦੋਂ ਚੈੱਕ ਹੋਊਗੀ, ਫਿਰ ਕੀ, ਜਦੋਂ ਮੰਨ ਲਓ ਇਹ ਹਟੂਗਾ ਨਹੀਂ, ਉੱਥੇ ਵੀ ਟਲੂਗਾ ਨਹੀਂ, ਤੇ ਜਦੋਂ ਕਿਸੇ ਤਰੀਕੇ ਨਾਲ ਇਹ ਉਹਨਾਂ ਦੇ ਚੱਕਰ 'ਚ ਆਇਆ, ਜਿਹੜਾ ਕਿ ਇਹ ਆਊਗਾ ਕਿਉਂਕਿ ਇਹ ਕਾਫੀ ਐਕਟਿਵ ਬੁਲਾਰਾ ਵਾ, ਤੇ ਜਦੋਂ ਇਹ ਆਊਗਾ ਤੇ ਇਹਦਾ ਪਿਛਲਾ ਰੈਕਡ ਜਦੋਂ ਨਿਕਲੂਗਾ, ਤੇ ਉਹ ਪੁੱਛਦੀ ਸੀ ਕਿ ਉਹ ਕਿੱਦਾਂ ਨਿਕਲੂਗਾ, ਤੇ ਆਧਾਰ ਕਾਰਡ, ਪੈਨ ਕਾਰਡ ਤਾਂ ਦੇਖਦੇ ਨਹੀਂ। ਤੇ ਆਪਣੀ ਆਰਗੂਮੈਂਟ ਇਹ ਸੀਗੀ, ਆਪਾਂ ਇਹ ਨਹੀਂ ਤੁਹਾਨੂੰ ਕਹਿ ਰਹੇ ਕਿ ਸਰਕਾਰ ਜਿਹੜੀ ਹੈਗੀ ਆ ਉਹ ਆਧਾਰ ਕਾਰਡ, ਪੈਨ ਕਾਰਡ ਦੇ ਨਾਲ ਲੋਕਾਂ ਨੂੰ ਟਰੈਕ ਕਰਦੀ ਆ। ਆਪਾਂ ਇਹ ਕਹਿ ਰਹੇ ਜਦੋਂ ਤੁਸੀਂ ਬੰਦੇ ਨੂੰ ਇੱਕ ਨੂੰ ਫੜ ਲਿਆ, ਉਦੋਂ ਤੁਸੀਂ ਉਹਦੀ ਬੈਕਗਰਾਉਂਡ ਚੈੱਕ ਕੀਤੀ, ਤਾਂ ਉਦੋਂ ਆਧਾਰ ਕਾਰਡ, ਪੈਨ ਕਾਰਡ ਜਿਹੜੇ ਹੈਗੇ ਆ ਉਹ ਪ੍ਰੋਡਿਊਸ ਕਰ ਦਿੰਦੇ ਆ ਕਿ ਇਨਫੋਰਮੇਸ਼ਨ ਕੀ ਆ। ਸਾਡੀ ਆਰਗੂਮੈਂਟ ਇਹ ਨਹੀਂ ਹੈਗੀ ਕਿ ਆਧਾਰ ਕਾਰਡ, ਪੈਨ ਕਾਰਡ ਦੇ ਬੇਸਿਸ ਤੇ ਟਰੈਕ ਕਰੂਗੇ। ਸਾਡੀ ਆਰਗੂਮੈਂਟ ਇਹ ਆ ਕਿ ਜਦੋਂ ਬੰਦੇ ਨੂੰ ਫੜੂਗੇ, ਕਿਉਂ ਫੜੂਗੇ, ਆਪਾਂ ਤੁਹਾਨੂੰ ਦੱਸ ਦਿੱਤਾ, ਤੇ ਫਿਰ ਜਦੋਂ ਉਹਦੀ ਬੈਕਗਰਾਉਂਡ ਰਨ ਕਰੂਗੇ ਤਾਂ ਕੀ ਕਿਹੜੀ ਪਾਰਟੀਆਂ ਨੇ ਇਹਨੂੰ ਤੰਗ ਕੀਤਾ, ਕਿਹੜੀ ਪੁਲਿਸ ਨੇ ਤੰਗ ਕੀਤਾ, ਉਹ ਸਾਰਾ ਤੁਹਾਡੇ ਸਾਹਮਣੇ ਜਿਹੜਾ ਉਹ ਆ ਜਾਊਗਾ। ਤੇ ਉਸ ਕਰਕੇ ਜਿਹੜਾ ਇਹ ਬੰਦਾ ਵਾ, ਇਹ ਬਾਕੀ ਬੰਦਿਆਂ ਨਾਲੋਂ ਜ਼ਿਆਦਾ ਰਿਸਕ ਤੇ ਹੈਗਾ। ਸੋ ਉਹ ਸੀਗੀ। ਸੋ ਜੱਜ ਕਹਿੰਦਾ ਹਾਂ ਵਧੀਆ ਆਰਗੂਮੈਂਟ ਆ, ਤੇ ਕੇਸ ਉਹਨੇ ਗ੍ਰਾਂਟ ਕਰਤਾ। ਜੀ। ਸੋ ਦੇਖੋ,
ਆਪਣਾ ਗੁਆਂਢੀ ਜਿਹੜੇ ਸੂਬੇ ਨੇ ਦੋਨੋਂ ਪੰਜਾਬ ਤੇ ਹਰਿਆਣੇ, ਪਰ ਦੋਨਾਂ ਦੇ ਜਿਹੜੇ ਮਸਲੇ ਵੱਖ ਨੇ। ਕਿਸ ਹਿਸਾਬ ਦੇ ਨਾਲ ਅਸਾਈਲਮ ਦਾ ਕੇਸ ਲੱਗਦਾ ਆ, ਕੀ ਰੀਲੋਕੇਸ਼ਨ ਦੇ ਮੁੱਦੇ ਉੱਥੇ ਹੋ ਸਕਦੇ ਆ, ਕਿੱਦਾਂ ਆ, ਕੀ ਜਿਹੜੀ ਮਾਨ ਪਾਰਟੀ ਦੇ ਫਿਰ ਇਹ ਬਰਾਬਰ ਇੱਕ ਹਿਸਾਬ ਦੇ ਨਾਲ ਜਿਹੜੀ ਐਨਐਲਓ ਨੂੰ ਜਿਹੜਾ ਆਈਐਨਐਲਡੀ ਆ ਉਸ ਨੂੰ ਮੰਨਿਆ ਜਾਂਦਾ ਇੱਕ ਹਿਸਾਬ ਨਾਲ? ਮਾਨ ਪਾਰਟੀ ਦੇ ਕੇਸ ਥੋੜੇ ਜਿਹੇ ਸੌਖੇ, ਕਿਉਂਕਿ ਉਹਨਾਂ ਦਾ ਤਾਂ ਸਿੱਧੇ ਹੋ ਗਿਆ ਨਾ ਕਿ ਇੱਕ ਪੋਲੀਟੀਕਲ ਓਪੀਨੀਅਨ ਦਾ ਇੱਕ ਆਲਰੇਡੀ ਬੇਸ ਜਿਹੜਾ ਐਸਟੈਬਲਿਸ਼ ਆ, ਰੀਲੋਕੇਸ਼ਨ ਵਾਲਾ ਬੇਸ ਜਿਹੜਾ ਐਸਟੈਬਲਿਸ਼ ਆ। ਮਾਨ ਪਾਰਟੀ ਦੇ ਵਿੱਚ ਜਿੱਦਾਂ ਦੱਸਿਆ ਕਿ ਉਹੀ ਚੈਲੰਜ ਹੈ ਕਿ ਕੌਣ ਸੱਚ ਕਹਿ ਰਿਹਾ, ਕੌਣ ਝੂਠ ਕਹਿ ਰਿਹਾ। ਮਾਨ ਪਾਰਟੀ ਦੀ ਦੂਜੀ ਪ੍ਰੋਬਲਮ ਇਹ ਹੈ ਕਿ ਮੈਟਰ ਆਫ ਆਰਕੇ ਜਿਹੜਾ ਡਿਸਕਸ ਕੀਤਾ ਸੀਗਾ ਕਿ ਉਹ ਕਹਿੰਦੇ ਸਾਰੇ ਕੇਸ ਸੇਮ ਜਿਹੇ ਆ, ਤੇ ਕਈ ਜੱਜ ਪਸੰਦ ਨਹੀਂ ਕਰਦੇ ਉਹ ਵਾਲੇ ਕਲੇਮ। ਨਾਲ ਉਹਨਾਂ ਨੂੰ ਲੱਗਦਾ ਕਿ ਇਹ ਝੂਠ ਬੋਲਦੇ ਆ। ਜਿਹੜੇ ਹਰਿਆਣੇ ਵਾਲੇ ਕੇਸ ਆ ਉਹ ਇਹ ਹੈ ਕਿ ਨਾਰਮਲ ਐਕਟਿਵ ਪੋਲੀਟੀਕਲ ਵਰਕਰ ਆ, ਤੇ ਉਹਦੇ ਵਿੱਚ ਆਪਣੀਆਂ ਗਤੀਵਿਧੀਆਂ। ਉਹਦੇ ਵਿੱਚ ਇਹ ਹੈ ਕਿ ਰੀਲੋਕੇਸ਼ਨ ਦੇ ਮੁੱਦੇ ਤੇ ਕੇਸ ਜਿਹੜੇ ਹੈਗੇ ਆ ਉਹ ਥੋੜੇ ਜਿਹੇ ਵੀਕ ਆ, ਕਿਉਂਕਿ ਉਹ ਕਹਿੰਦੇ ਕਿ ਤੁਸੀਂ ਹੋਰ ਪਾਰਟੀ ਕਿਉਂ ਨਹੀਂ ਜੁਆਇਨ ਕਰ ਲੈਂਦੇ ਜਿਹੜੀ ਗਰੀਬਾਂ ਦੀ ਮਦਦ ਕਰਦੀ ਹੈ। ਸੋ ਜਿੱਦਾਂ ਮਾਨ ਪਾਰਟੀ ਫॉर ਐਗਜ਼ਾਮਪਲ ਮੇ ਬੀ ਉਹ ਇਕਲੌਤੀ ਪਾਰਟੀ ਆ ਜਿਹੜੀ ਮੰਗ ਕਰਦੀ ਹੈ ਵੱਖ ਦੇਸ਼ ਦੀ। ਜਿਹੜੇ ਐਨਐਲਓ ਜਿਹੜੀ ਚੀਜ਼ਾਂ ਉਹ ਕਰ ਰਹੀ ਆ, ਉੱਦਾਂ ਦੀ ਜਿਹੜੀ ਤੁਸੀਂ ਗਤੀਵਿਧੀਆਂ, ਸੋਸ਼ਲ ਐਕਟਿਵ ਜਿਹੜੀਆਂ ਗਤੀਵਿਧੀਆਂ ਲੋਕਾਂ ਦੀ ਹੈਲਪ ਵਾਲੀਆਂ, ਤੁਸੀਂ ਬੜੇ ਅਲੱਗ-ਅਲੱਗ ਤਰੀਕੇ ਨਾਲ ਕਰ ਸਕਦੇ ਆ। ਆਪਣੇ ਲੈਵਲ ਤੇ ਵੀ ਕਰ ਸਕਦੇ ਆ, ਨਾਨ ਪ੍ਰੋਫਿਟ ਨਾਲ ਰਲ ਕੇ ਵੀ ਕਰ ਸਕਦੇ ਆ, ਰਿਲੀਜੀਅਸ ਧਾਰਮਿਕ ਅਦਾਰਿਆਂ ਨਾਲ ਵੀ ਕਰ ਸਕਦੇ ਆ। ਸੋ ਉਹ ਚੀਜ਼ ਤੇ ਫਿਰ ਸਾਡੀ ਆਰਗੂਮੈਂਟ ਇਹ ਸੀ ਕਿ ਜਿਹੜਾ ਬੈਕਵਰਡ ਕਲਾਸ ਦਾ ਹੈਗਾ ਉਹਦਾ ਆਪਾਂ ਡਾਕੂਮੈਂਟ ਕੀਤਾ ਸੀਗਾ ਕਿ ਜਿਹੜਾ ਹਾਈ ਕਾਸਟ ਵਾਲੇ ਲੋਕ ਆ ਉਹ ਬੈਕਵਰਡ ਕਾਸਟ ਨੂੰ ਕਿੱਦਾਂ ਦੇਖਦੇ ਆ, ਕਿ ਉਹਨਾਂ ਨੂੰ ਆਪਣੇ ਨਾਲ ਉੱਠਣ ਬਹਿਣ ਦਿੰਦੇ ਆ ਕਿ ਨਹੀਂ ਦਿੰਦੇ ਆ, ਕਿ ਇੰਨਾ ਸੌਖਾ ਹੈਗਾ ਮੰਦਰਾਂ ਵਗੈਰਾ 'ਚ ਐਕਸੈਸ ਕਰਨਾ ਉਹਦੇ ਲਈ। ਸੋ ਉਹ ਜਿਹੜਾ ਸੀਗਾ ਉਹ ਵੀ ਸਾਡਾ ਇੱਕ ਮੇਨ ਬੇਸਿਸ ਸੀਗਾ ਕਿ ਜਿੱਦਾਂ ਤੁਸੀਂ ਕਹਿ ਰਹੇ ਕਰ ਤਾਂ ਸਕਦਾ, ਪਰ ਇਹ ਬੰਦਾ ਬੈਕਵਰਡ ਕਲਾਸ ਦਾ, ਇਹਨੂੰ ਪ੍ਰੋਬਲਮ ਹੋਣੀ। ਜੀ ਜੀ। ਸੋ ਇਹ ਕੇਸ ਫਿਰ ਤੁਹਾਡੇ ਇਸ ਤੁਹਾਡੇ ਕਲਾਇੰਟ ਦੇ ਹੱਕ ਦੇ ਵਿੱਚ ਗਿਆ, ਉਹਨਾਂ ਨੇ ਫਿਰ ਗ੍ਰਾਂਟ ਕਰਤਾ। ਕੀ ਹੈ ਇਸ ਦਾ ਨੈਕਸਟ ਸਟੈਪ ਹੁਣ ਉਸ ਦੇ ਲਈ? ਜਦੋਂ ਕੇਸ ਕਿਸੇ ਦਾ ਵੀ ਗ੍ਰਾਂਟ ਹੁੰਦਾ ਉਸ ਤੋਂ ਬਾਅਦ ਤੁਸੀਂ 30 ਕੁ ਦਿਨਾਂ ਬਾਅਦ ਤੁਸੀਂ ਆਪਣੀ ਇਨਫੋ ਪਾਸ ਅਪਾਇੰਟਮੈਂਟ ਬਣਾ ਕੇ USCIS ਦੇ ਨਾਲ ਆਪਣਾ I-94 ਲੈਂਦੇ ਆ। ਸੋ I-94 ਤੁਹਾਡਾ ਇੱਕ ਲੀਗਲ ਸਟੇਟਸ ਹੈ, ਮਤਲਬ ਕਿ ਸਿਸਟਮ 'ਚ ਤੁਹਾਨੂੰ ਪਾਤਾ। ਹੁਣ ਤੁਹਾਨੂੰ ਆਈਸੋਸ ਫੜ ਕੇ ਤੁਹਾਨੂੰ ਕੁਐਸਚਨ ਨਹੀਂ ਕਰੂਗੀ ਜਦੋਂ ਵੀ ਤੁਸੀਂ ਟਰੱਕ ਚਲਾਉਣਾ, ਜੋ ਵੀ ਕਰਨਾ। ਤੇ ਸਾਲ ਬਾਅਦ ਤੁਸੀਂ ਜਦੋਂ ਵੀ ਤੁਹਾਡਾ ਅਸਾਈਲਮ ਗ੍ਰਾਂਟ ਹੋਇਆ, ਸਾਲ ਬਾਅਦ ਤੁਸੀਂ ਆਪਣਾ ਜਿਹੜਾ ਹੈਗਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ। ਤੇ ਸਾਲ ਬਾਅਦ ਇਹ ਕਰੂਗਾ, ਤੇ ਗ੍ਰੀਨ ਕਾਰਡ ਨੂੰ 2-3 ਸਾਲ ਲੱਗਦੇ ਆ, ਤੇ ਫਿਰ ਗ੍ਰੀਨ ਕਾਰਡ ਆ ਗਿਆ। ਤੇ ਜਦੋਂ ਗ੍ਰੀਨ ਕਾਰਡ ਤੁਹਾਡੀ ਸਟਾਰਟ ਡੇਟ ਆ, ਉਹਦੇ 5 ਸਾਲ ਬਾਅਦ ਤੁਸੀਂ ਸਿਟੀਜ਼ਨ ਜਿਹੜੀ ਆ ਉਹ ਅਪਲਾਈ ਕਰ ਦਿੰਦੇ ਆ। ਠੀਕ ਹੈ। ਤੇ ਦੂਸਰਾ ਕੇਸ ਕੀ ਸੀਗਾ ਅਟਾਰਨੀ ਟਰਕਿਆਨਾ ਜੀ? ਦੂਸਰਾ ਕੇਸ ਜੀ ਸੈਂਟਾ ਇਹਨਾਂ ਦਾ ਸੀਗਾ, ਤੇ ਇਹਦੀ ਬਾਹਲੀ ਮੈਂ ਡਿਟੇਲ 'ਚ ਨਹੀਂ ਦੱਸ ਸਕਦਾ ਕਿਉਂਕਿ ਆਨਗੋਇੰਗ ਕੇਸ ਆ। ਓਕੇ। ਨਾਰਮਲ ਇਨਫੋਰਮੇਸ਼ਨ ਦੇ ਰਹੇ ਆ ਕਿ ਜਿਹੜੇ ਸੈਂਟਾ ਇਹਨਾਂ ਦੇ ਕੋਈ ਕੇਸ ਸਪੈਸੀਫਿਕ ਇਨਫੋਰਮੇਸ਼ਨ ਨਹੀਂ ਹੈਗੀ, ਨਾਰਮਲ ਜਿਹੜੀ ਕਿ ਕੋਰਟ ਦੇ ਵਿੱਚ ਕੀ ਚੱਲਦਾ। ਸੋ ਕੀ ਸੀਗਾ ਕਿ ਕੇਸ ਕੁਸ ਦੀ ਸਾਡੀ ਪੂਰੀ ਤਿਆਰੀ ਸੀਗੀ, ਟਾਈਮ ਟੂਮ ਕੱਢ ਕੇ ਸਾਰਾ ਬਣੂ ਕੇ ਕੇਸ ਸਾਰਾ ਬੈਠੇ ਸੀਗੇ। ਤੇ ਸਰਕਾਰ ਨੇ ਇੱਕ ਦਿਨ ਪਹਿਲਾਂ ਕਹਿ ਦਿੱਤਾ ਕਿ ਮੈਂ ਕੇਸ ਨਹੀਂ ਲੜਨਾ, ਸਰਕਾਰੀ ਵਕੀਲ ਨੇ, ਕਿ ਮੈਂ ਕੇਸ ਨਹੀਂ ਲੜਨਾ, ਡਿਸਮਿਸ ਕਰਨਾ, ਸਰਕਾਰ ਨੂੰ ਟਾਈਮ ਚਾਹੀਦਾ। ਤੇ ਜਦੋਂ ਕੋਰਟ ਦੇ ਵਿੱਚ ਗਏ ਤੇ ਜੱਜ ਕਹਿੰਦਾ ਰੈਡੀ ਹੈ ਕੇਸ ਸ਼ੁਰੂ ਕਰਨ ਲਈ, ਆਪਾਂ ਕਿਹਾ ਰੈਡੀ ਹਾਂ। ਤੇ ਸਰਕਾਰੀ ਵਕੀਲ ਕਹੇ ਕਿ ਮੈਂ ਮੋਸ਼ਨ ਫਾਈਲ ਕੀਤੀ ਆ ਡਿਸਮਿਸ ਕਰਨ ਦੀ ਨਾ, ਤੇ ਕੋਰਟ ਕਹੇ ਕਿ ਮੈਨੂੰ ਮੋਸ਼ਨ ਮਿਲੀ ਨਹੀਂ ਅਜੇ। ਤੇ ਹੁਣ ਦੇਖੋ ਤੁਸੀਂ, ਕੋਰਟ ਨੂੰ ਮੋਸ਼ਨ ਵੀ ਨਹੀਂ ਮਿਲੀ, ਸਾਰੇ ਰੈਡੀ ਆ, ਜੱਜ ਵੀ ਰੈਡੀ ਆ, ਟਾਈਮ ਵੀ ਹੈਗਾ। ਤੇ ਉਹ ਕਹਿੰਦਾ ਤੁਸੀਂ ਆਪਸ 'ਚ ਪਹਿਲਾਂ ਗੱਲ ਕਰ ਲਓ। ਤਾਂ ਸਰਕਾਰੀ ਨਾਲ ਗੱਲ ਕੀਤੀ, ਉਹ ਬਸ ਹੱਸੀ ਜਾਵੇ, ਨਾਲੇ ਕਹੇ ਨਹੀਂ 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 ਮੈਂ ਨਹੀਂ ਕਰਨਾ। ਮੈਂ ਕਿਹਾ ਮੈਂ ਕਿਹਾ ਆਪਣਾ ਕੇਸ ਤਾਂ ਤਿਆਰ ਆ, ਤੂੰ ਜੋ ਡਾਕੂਮੈਂਟ ਜੇ ਤੂੰ ਨਹੀਂ ਲੱਗਣੇ, ਤੈਨੂੰ ਲੱਗਦਾ ਤੇਰਾ ਜ਼ਿਆਦਾ ਟਾਈਮ ਲੱਗਣਾ, ਤੂੰ ਜੋ ਸਾਡੇ ਡਾਕੂਮੈਂਟ ਉਹਦੇ ਬੇਸ ਤੇ ਫੈਸਲਾ ਕਰਦੇ। ਹੁਣ ਬੰਦਾ, ਮੈਂ ਕਿਹਾ ਉਹਨੂੰ ਇੰਨੇ ਸਾਲ ਹੋ ਗਏ, 8 ਕੁ ਸਾਲ ਹੋ ਗਏ ਲਟਕਿਆ ਪਿਆ ਹੈ ਨਾ, ਪਹਿਲਾਂ ਵਕੀਲ ਬਦਲ ਕੇ ਆਇਆ, ਉੱਥੇ ਵੀ ਪੈਸੇ ਖਰਚੇ, ਸਾਡੇ ਕੋਲ ਵੀ ਪੈਸੇ ਖਰਚੇ। ਹੁਣ ਮੈਂ ਕਿਹਾ ਤੁਸੀਂ ਫੇਰ ਇਹਨੂੰ ਥੱਲੇ ਭੇਜੋਗੇ ਵਾਪਸ, ਫੇਰ ਦੁਬਾਰਾ ਵਕੀਲ ਕਰੂਗਾ, ਫੇਰ 8-9 ਸਾਲ ਵੇਟ ਕਰੂਗਾ। ਤੇ ਬਸ ਨਹੀਂ ਨਹੀਂ ਮੈਂ ਨਹੀਂ ਕਰਨਾ। ਮੈਂ ਕਿਹਾ ਤੇਰੀ ਮੋਸ਼ਨ ਵੀ ਲੇਟ ਆ। ਕਹਿੰਦੀ ਕੋਈ ਨਹੀਂ, ਜੱਜ ਨੂੰ, ਉਹਨੂੰ ਮੇਰੇ ਖਿਆਲ ਪਤਾ ਹੀ ਸੀਗਾ ਕਿ ਸ਼ਾਇਦ ਜੱਜ ਨੇ ਉਹਦੇ ਫੇਵਰ 'ਚ ਕਰਨਾ। ਚਲੋ ਜੀ ਜੱਜ ਦੇ ਕੋਲ ਆ ਗਏ। ਜੱਜ ਕਹਿੰਦਾ, ਜੱਜ ਨੇ ਉਹਦੀ ਸੁਣੀ। ਜੱਜ ਨੂੰ ਕਹਿੰਦੀ ਮੈਂ ਓਰਲ ਮੋਸ਼ਨ ਦੇ ਦੇਣੀ ਹੈ ਕਿ ਮੈਂ ਹੁਣੇ ਹੀ ਤੁਹਾਨੂੰ ਰਿਟਨ ਮੋਸ਼ਨ, ਮੈਂ ਓਰਲ ਮੋਸ਼ਨ ਮੇਕ ਕਰਦੀ ਹਾਂ, ਤੇ ਇਹ ਕੇਸ ਮੈਂ ਲੜਨਾ ਨਹੀਂ। ਤੇ ਆਪਾਂ ਨੂੰ 3 ਚੈਲੰਜ ਪੇਸ਼ ਕੀਤੇ ਕਿ ਬਈ ਇਹਦੀ ਇੱਕ ਤਾਂ ਫਾਈਲਿੰਗ ਲੇਟ ਆ, ਤੁਸੀਂ ਸਾਨੂੰ ਕਹਿੰਦੇ ਆ ਕਿ 14 ਦਿਨ ਪਹਿਲਾਂ ਸਬਮਿਟ ਕਰਨੇ ਚਾਹੀਦੇ ਆ, ਇਹਨੂੰ ਤੁਸੀਂ ਬਿਲਕੁਲ ਆਖਰੀ ਮਿੰਟ ਤੇ ਉਹ ਵੀ ਓਰਲ ਮੋਸ਼ਨ ਕਰ ਰਹੀ ਆ। ਤੇ ਜੱਜ ਕਹਿੰਦਾ ਨਹੀਂ ਜੀ, ਜਿਹੜਾ ਸਰਕਾਰ ਵਰਸਸ ਗਾਰਲੈਂਡ ਦਾ ਕੇਸ ਆ ਉਹਦੇ ਵਿੱਚ ਦੱਸਿਆ ਹੋਇਆ ਵਾ ਕਿ ਸਰਕਾਰ ਜਿਹੜੀ ਹੈਗੀ ਆ ਵਾਲੀ ਮੋਸ਼ਨ ਕਿਸੇ ਵੀ ਟਾਈਮ ਮੇਕ ਕਰ ਸਕਦੀ ਹੈ ਕੇਸ ਤੋਂ ਪਹਿਲਾਂ, ਤੇ ਇਹਦੀ ਜਿਹੜੀ ਲੇਟ ਫਾਈਲਿੰਗ ਮੋਸ਼ਨ ਆ ਉਹਨੂੰ ਮੈਂ ਅਲਾਉ ਕਰ ਦੇਣਾ, ਉਹ ਚੀਜ਼ ਤੇ ਨਹੀਂ ਤੁਸੀਂ ਰੋਕ ਸਕਦੇ। ਫਿਰ ਸਾਡੀ ਦੂਜੀ ਆਰਗੂਮੈਂਟ ਇਹ ਸੀਗੀ ਕਿ ਬਈ ਜਿਹੜਾ ਮੇਨ ਰੈਗੂਲੇਸ਼ਨ ਆ, ਇਹਦਾ ਮੇਨ ਮਕਸਦ ਜਿਹੜਾ ਇਹ ਸੀਗਾ ਕਿ ਆਪਾਂ ਜਿਹੜਾ ਆਪਣਾ ਟਾਈਮ ਆ ਉਹ ਪ੍ਰੀਜ਼ਰਵ ਕਰਨਾ ਕੋਰਟ ਦਾ, ਤੇ ਇਹਨਾਂ ਕੋਲ ਰਿਸੋਰਸ ਘੱਟ ਆ,
ਤੇ ਸਰਕਾਰ ਉਹੀ ਕੇਸ ਫੜੂਗੀ ਜਿਹੜੀ ਉਹਨਾਂ ਨੂੰ ਲੱਗਦਾ ਕਿ ਅਹਿਮੀਅਤ ਰੱਖਦੇ ਆ, ਉਹਨਾਂ ਦਾ ਟਾਈਮ ਕੰਜ਼ਰਵ ਹੋਵੇ। ਤੇ ਇਹਦੇ ਵਿੱਚ ਬੰਦੇ ਨੇ ਮਲਟੀਪਲ ਮਾਸਟਰ ਹੀਅਰਿੰਗ ਕੀਤੀਆਂ, ਕਈ ਵਾਰੀ ਇਹਦੀ ਪਹਿਲਾਂ ਵੀ ਤਰੀਕ ਰੀਸੈਟ ਹੋਈ ਆ, ਤੇ ਕੋਰਟ ਦਾ ਆਲਰੇਡੀ ਕਿੰਨਾ ਟਾਈਮ ਲੱਗ ਚੁੱਕਾ। ਜੇ ਤੁਸੀਂ ਇਹਨੂੰ ਵਾਪਸ ਭੇਜਦੇ ਆ ਥੱਲੇ, ਫਿਰ ਦੁਬਾਰਾ ਅਸਾਈਲਮ ਆਫਿਸ ਦੇ ਵਿੱਚ ਜਾਊਗਾ, ਫਿਰ ਦੁਬਾਰਾ ਜਿਹੜਾ ਬੰਦਾ ਇਹ ਕੇਸ ਲੜੂਗਾ 8-9 ਸਾਲ 10 ਸਾਲ, ਹੂ ਨੋਜ਼ ਕਿ ਕਿੰਨਾ ਟਾਈਮ ਇਹਨੂੰ ਵੇਟ ਕਰਨੀ ਪਊਗੀ, ਤੇ ਸਰਕਾਰ ਦੇ ਫਿਰ ਜਿਹੜੇ ਰਿਸੋਰਸਿਸ ਆ ਉਹ ਲੱਗੂਗੇ। ਤੇ ਜੱਜ ਕਹਿੰਦਾ ਕਿ ਤੁਸੀਂ ਨਹੀਂ ਇਹ ਡਿਸਾਈਡ ਕਰ ਸਕਦੇ ਕਿ ਸਰਕਾਰ ਨੂੰ ਕਿਹੜੀ ਚੀਜ਼ 'ਚ ਲੱਗਦਾ ਕਿ ਟਾਈਮ ਉਹਨਾਂ ਦਾ ਵੇਸਟ ਹੋਣਾ ਜਾਂ ਨਹੀਂ ਹੋਣਾ। ਤੇ ਸਰਕਾਰ ਨੂੰ ਇਸ ਕੇਸ 'ਚ ਲੱਗਦਾ ਕਿ ਉਹਨਾਂ ਦਾ ਟਾਈਮ ਵੇਸਟ ਹੋਣਾ। ਜਦੋਂ ਇਹ ਸਾਰੀ ਬਹਿਸ ਚੱਲ ਰਹੀ ਸੀ, ਮੈਂ ਉਹੀ ਸੋਚ ਰਿਹਾ, ਮੈਂ ਕਿਹਾ ਯਾਰ ਐਡੀ ਬਹਿਸ ਆਪਾਂ ਕਰ ਰਹੇ ਹਾਂ, ਇੰਨੇ ਨੂੰ ਤਾਂ ਮੈਂ ਕਿਹਾ ਕੇਸ ਲੜ ਦੇਣਾ ਸੀਗਾ ਆਪਾਂ, ਰਾਈਟ। ਤੇ ਸੋ ਉਹਦੀ ਘੰਟਾ ਡੇਢ ਘੰਟਾ ਇਸੇ ਚੀਜ਼ ਤੇ ਬਹਿਸ ਚੱਲੀ ਗਈ ਕਿ ਉਹ ਕਹਿੰਦੀ ਮੈਂ ਡਿਸਮਿਸ ਕਰਨਾ ਵਾ, ਤੇ ਆਪਾਂ ਆਪਣੀ ਸੋ ਫਿਰ ਗੱਲ ਆ ਗਈ ਕਿ ਉਹੀ ਕਿ ਇਹ ਕਨਸਟੀਟਿਊਸ਼ਨਲ ਨਹੀਂ ਹੈਗਾ, ਇਹਨੂੰ ਡਿਊ ਪ੍ਰੋਸੈਸ ਰਾਈਟ ਨਹੀਂ ਹੈਗਾ। ਤੇ ਡਿਊ ਪ੍ਰੋਸੈਸ ਰਾਈਟ ਇਹ ਹੁੰਦਾ ਕਿ ਬੰਦੇ ਨੂੰ ਸਹੀ ਹੱਕ ਮਿਲਣਾ ਚਾਹੀਦਾ, ਕਿ ਉਹਦੀ ਪੂਰੀ ਸੁਣਵਾਈ ਹੋਵੇ। ਤੇ ਉਹ ਮੇਰੇ ਤੋਂ ਕੇਸ ਲਾਅ ਪੁੱਛੀ ਜਾਵੇ ਕਿ ਤੂੰ ਆਹ ਵਾਲਾ ਕੇਸ ਲਾਅ ਇਹਦੇ ਬਾਰੇ ਕੀ ਕਰਨਾ, ਉਹਦੇ ਬਾਰੇ ਕੀ ਕਰਨਾ। ਚਲੋ ਉਹਨੂੰ ਸਾਰਾ ਐਕਸਪਲੇਨ ਕੀਤਾ ਕਿ ਬਈ ਸਾਡੀ ਆਹ ਪੋਜੀਸ਼ਨ ਆ। ਤੇ ਜੱਜ ਕਹਿੰਦਾ ਕਿ ਮੈਂ ਕੋਈ ਇਹਦਾ ਹੱਕ ਖੋਹ ਨਹੀਂ ਰਿਹਾ, ਮੈਨੂੰ ਕੋਈ ਡਿਪੋਰਟ ਨਹੀਂ ਕਰ ਰਿਹਾ, ਮੈਨੂੰ ਇਹ ਕਹਿ ਰਿਹਾ ਕਿ ਅੱਜ ਸਾਡੇ ਕੋਲ ਇੱਥੇ ਟਾਈਮ ਨਹੀਂ ਹੈਗਾ, ਤੂੰ ਵਾਪਸ ਜਾ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮੂਹਰੇ ਜਾ ਕੇ ਆਪਣਾ ਕੇਸ ਜਿਹੜਾ ਪੇਸ਼ ਕਰ। ਮੈਂ ਕੋਈ ਇਹਨੂੰ ਡਿਪੋਰਟ ਨਹੀਂ ਕਰ ਰਿਹਾ, ਮੈਂ ਸਿਰਫ ਇਹ ਕਹਿ ਰਿਹਾ ਕਿ ਇਹ ਅੱਜ ਨਹੀਂ ਇੱਥੇ ਲੜ ਸਕਦਾ, ਇਹ ਵਾਪਸ ਥੱਲੇ ਜਾਵੇ। ਉੱਥੇ ਇਹਨੂੰ ਮੈਂ ਇੱਕ ਹੋਰ ਆਪਸ਼ਨ ਦੇ ਰਿਹਾ ਕਰਨ ਦੀ, ਤਾਂ ਕਰਕੇ ਇਹਦਾ ਜਿਹੜਾ ਕਨਸਟੀਟਿਊਸ਼ਨਲ ਜਾਂ ਡਿਊ ਪ੍ਰੋਸੈਸ ਰਾਈਟ ਇਹਦਾ ਜਿਹੜਾ ਵਾਇਲੇਟ ਨਹੀਂ ਹੋਇਆ। ਤੇ ਫਿਰ ਆਪਣੀ ਸੀਗੀ ਆਰਗੂਮੈਂਟ ਕਿ ਯਾਰ ਇਹਦੇ ਘਰ ਦੇ ਵੀ ਏਜਿੰਗ ਆ, ਇਹ ਬੰਦੇ ਨੂੰ ਇੰਨਾ ਟਾਈਮ ਹੋ ਗਿਆ, ਇਹ ਵੇਟ ਕਰੂਗਾ, ਰੁਕੂਗਾ, ਤੇ ਟਾਈਮ ਲੱਗ ਜਾਣਾ ਕਾਫੀ ਘਰਦਿਆਂ ਦਾ, ਘਰ ਦੇ ਵੀ ਵਿਚਾਰੇ ਬਜ਼ੁਰਗ ਆ ਕਿੱਦਾਂ। ਤੇ ਜੱਜ ਕਹਿੰਦਾ ਕਿ ਮੈਂ ਘਰਦਿਆਂ ਦੀ ਸਾਨੂੰ ਕੋਈ ਲੈਣਾ ਦੇਣਾ ਨਹੀਂ, ਇਹਦੀ ਐਪਲੀਕੇਸ਼ਨ ਆ, ਘਰਦਿਆਂ ਦੀ ਨਹੀਂ, ਉਹਨੂੰ ਆਪਾਂ ਫੈਕਟਰ 'ਚ ਨਹੀਂ ਕਰ ਸਕਦੇ। ਠੀਕ ਹੈ। ਤੇ ਜੱਜ ਕਹਿੰਦਾ ਕਿ ਮੈਂ ਤਾਂ ਇਹ ਜਿਹੜੀ ਆਹ ਚੀਜ਼ ਆ ਡਿਲੇ ਆ, ਤੁਸੀਂ ਇਹਨੂੰ ਮਾੜਾ ਸਮਝਦੇ ਆ, ਮੈਂ ਇਹਨੂੰ ਮਾੜਾ ਨਹੀਂ ਸਮਝਦਾ, ਕਿਉਂਕਿ ਇਹਨੂੰ 9-10 ਸਾਲ ਹੋਰ ਮਿਲ ਗਏ, ਵਿਆਹ ਕਰਾ ਸਕਦਾ ਵਾ, ਇੱਕ ਹੋਰ ਆਪਸ਼ਨ ਆ ਜਾਣੀ ਆ, ਲਾਅ ਚੇਂਜ ਹੋ ਸਕਦਾ। ਪਰ ਹੁਣ ਗੱਲ ਇਹ ਹੈ ਕਿ ਦੇਖੋ ਸਾਰਿਆਂ ਨੂੰ ਪਤਾ ਹੀ ਆ ਕਿ ਵਿਆਹ ਕੱਚਾ ਬੰਦਾ ਤਾਂ ਬਾਹਰ ਹੀ ਜਾਣਾ ਪੈਂਦਾ, ਵਿਆਹ ਕਰਾ ਕੇ ਕਿੱਥੇ ਪੱਕਾ ਹੋਣਾ। ਤੇ ਦੂਜੀ ਗੱਲ ਲਾਅ ਚੇਂਜ ਦੀ ਜਿਹੜੀ ਗੱਲ ਆ, ਲਾਅ ਲੂ ਤਾਂ ਚੇਂਜ ਹੋਇਆ ਨਹੀਂ ਹਨਾ, ਹੁਣ 25-30 ਸਾਲ ਹੋ ਗਏ। ਤੇ ਲੈ ਦੇ ਕੇ ਉਹਨਾਂ ਨੇ ਕਰ ਕਰਾ ਕੇ ਇਹ ਸੀਗਾ ਕਿ ਸਰਕਾਰੀ ਵਕੀਲ ਨੇ ਪਹਿਲਾਂ ਹੀ ਧਿਆਇਆ ਸੀਗਾ ਕਿ ਮੈਂ ਕੇਸ ਨਹੀਂ ਲੜਨਾ, ਤੇ ਜੱਜ ਨੇ ਵੀ ਬੇਸਿਕਲੀ ਉਹਦੇ ਨਾਲ ਹੀ ਜਾਣਾ ਸੀਗਾ। ਸੋ ਕਰ ਕਰਾ ਕੇ ਇਹਨਾਂ ਨੇ ਜਿਹੜਾ ਸੀਗਾ ਕੇਸ ਉਹ ਡਿਸਮਿਸ ਕਰਤਾ, ਤੇ ਕਿਹਾ ਕਿ ਸਿੱਟਾ ਉਹਨਾਂ ਨੇ ਇਹ ਕੱਢਿਆ ਕਿ ਜੇ ਸਰਕਾਰ ਨੇ ਕਿਹਾ ਕਿ ਆਪਾਂ ਕੇਸ ਨਹੀਂ ਲੜਨਾ ਤਾਂ ਕੇਸ ਨਹੀਂ ਲੜਨਾ। ਸੋ ਇਹਦੇ ਵਿੱਚ ਇਹ ਹੈ ਕਿ ਦੋ ਚੀਜ਼ਾਂ ਇਹਦੇ ਵਿੱਚ ਵੇਖਣ ਵਾਲੀਆਂ। ਇੱਕ ਤਾਂ ਇਹ ਹੈ ਕਿ ਜੇ ਜੱਜ ਨੇ ਵੀ ਕਿਹਾ, ਕਹਿੰਦਾ ਮੇਰੇ ਹੱਥ ਬੰਨੇ ਆ, ਮੈਂ ਕੁਝ ਕਰ ਨਹੀਂ ਸਕਦਾ। ਸੋ ਜੇ ਹੁਣ ਕੋਈ ਮੈਂ ਕਿਹਾ ਹੋਰ ਜੱਜ ਹੁੰਦਾ, ਸ਼ਾਇਦ ਉਹ ਕਹਿੰਦਾ ਕਿ ਕੇਸ ਲੜੋ, ਪਰ ਜ਼ਿਆਦਾਤਰ ਜਿਹੜੇ ਜੱਜ ਆ ਉਹਨਾਂ ਨੇ ਸਰਕਾਰ ਦੇ ਨਾਲ ਹੀ ਜਾਣਾ ਇਹਨਾਂ ਸਿਨੈਰੀਓ ਦੇ ਵਿੱਚ। ਤੇ ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਹੁਣ ਸਰਕਾਰੀ ਵਕੀਲ ਆ, ਉਹਨੇ ਜਿੱਦਾਂ ਦਾ ਹੁਣ ਇਹਦਾ ਫੈਕਟ ਪੈਟਰਨ ਸੀਗਾ ਕਿ ਬਿਲਕੁਲ ਇੱਕ ਦਿਨ ਪਹਿਲਾਂ ਉਹਨੇ ਮੋਸ਼ਨ ਕੀਤੀ। ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੇਸ ਪੜ੍ਹਿਆ ਵੀ ਸੀਗਾ, ਜਾਂ ਤਾਂ ਹੀ ਉਹ ਕਹਿ ਰਹੇ ਕਿ ਟਾਈਮ ਨਹੀਂ ਹਨਾ। ਤੇ ਦੋਨਾਂ ਨੂੰ ਮੈਂ ਕਿਹਾ ਤੁਸੀਂ ਜਿਹੜਾ ਆਪਾਂ ਸਬਮਿਟ ਕਰਾਇਆ ਉਹਦੇ ਬੇਸ ਤੇ ਫੈਸਲਾ ਦੇ ਦਿਓ, ਤਾਂ ਕਹਿੰਦੇ ਨਹੀਂ ਆਪਾਂ ਬਿਨਾਂ ਸੁਣੇ ਬੰਦੇ ਨੂੰ ਅਸਾਈਲਮ ਨਹੀਂ ਗ੍ਰਾਂਟ ਕਰ ਸਕਦੇ। ਮੈਂ ਕਿਹਾ ਇਹ ਤਾਂ ਫਿਰ ਦੋਨੋਂ ਬੰਨੇ ਤੁਸੀਂ ਜਿਹੜਾ ਬੰਦੇ ਨੂੰ ਮਾਰ ਦੇਣਾ, ਤੇ ਸਾਨੂੰ ਨਹੀਂ ਲੱਗਦਾ ਕਿ ਫੇਅਰ ਹੈਗਾ। ਪਰ ਉਹ ਕਹਿੰਦਾ ਨਹੀਂ ਇਹ ਫੇਅਰ ਆ, ਤੇ ਕਹਿੰਦਾ ਫੇਅਰ ਇਸ ਲਈ ਆ ਕਿ ਕਹਿੰਦਾ ਤੂੰ ਇਹਨੂੰ ਰੈਪਰੈਜ਼ੈਂਟ ਕਰ ਰਿਹਾ, ਇਹਨੂੰ ਵਕੀਲ ਦਾ ਆਪਾਂ ਹੱਕ ਦਿੱਤਾ, ਆਪਾਂ ਇਹਨੂੰ ਇਹ ਨਹੀਂ ਕਿਹਾ ਕਿ ਤੈਨੂੰ ਵਕੀਲ ਇੱਥੇ ਰੈਪਰੈਜ਼ੈਂਟ ਨਹੀਂ ਕਰ ਸਕਦਾ, ਤੇ ਤੈਨੂੰ ਆ ਕੇ ਪੂਰਾ ਇਹਨੇ ਰੈਪਰੈਜ਼ੈਂਟ ਕੀਤਾ, ਤੈਨੂੰ ਆਪਾਂ ਕੋਰਟ ਦਾ ਟਾਈਮ ਦਿੱਤਾ, ਤੇ ਇਸ ਲਈ ਬਿਲਕੁਲ ਫੇਅਰ ਆ। ਤੇ ਉਹਨੂੰ ਮੈਂ ਉਹੀ ਕਿਹਾ, ਮੈਂ ਕਿਹਾ ਤੁਸੀਂ ਟਾਈਮ ਤਾਂ ਦਿੱਤਾ, ਪਰ ਮੈਂ ਕਿਹਾ ਵਕੀਲ ਨੂੰ ਤੁਸੀਂ ਬੋਲਣ ਦਾ ਕਿੱਥੇ ਮੌਕਾ ਦਿੱਤਾ। ਕਹਿੰਦਾ ਤੂੰ ਆਹੀ ਕਹਿੰਦਾ ਜਿਹੜੀ ਤੂੰ ਗੱਲ ਕਰ ਰਿਹਾ, ਬੋਲ ਰਿਹਾ ਵਾ, ਇਹਦੇ ਪੱਖ 'ਚ ਆਰਗੂਮੈਂਟ ਰੱਖ ਰਿਹਾ ਵਾ, ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਿਹਾ ਵਾ, ਤੇ ਇਹ ਅੱਜ ਜਿਹੜਾ ਕੋਰਟ ਆ, ਇਹ ਤੇਰੀ ਜਿਹੜੀ ਜਰਨੀ ਆ ਸਾਡੇ ਕੋਰਟ ਦੇ ਵਿੱਚ ਕਹਿੰਦਾ ਇੱਥੇ ਖਤਮ ਹੁੰਦੀ ਆ, ਤੇ ਥੱਲੇ ਜਾ ਕੇ ਨਵੇਂ ਸਿਰੋਂ ਸ਼ੁਰੂ ਕਰ। ਜੀ, ਆਪਣੀ ਦੀ ਆਪਾਂ ਨੂੰ ਕਈ ਵਾਰੀ ਸਵਾਲ ਪੁੱਛਦੇ ਨੇ, ਕਈ ਵਾਰੀ ਵੀ ਸਾਡਾ ਪਰਿਵਾਰ ਦਾ ਆ ਜੀ ਇੱਥੇ ਆ, ਉਹ ਉੱਥੇ ਆ। ਹੁਣ ਅਦਾਲਤ ਦੇ ਵਿੱਚ ਉਹਨਾਂ ਨੇ ਸਪਸ਼ਟ ਜਿਹੜਾ ਉਹ ਕਰਤਾ ਵੀ ਉਹ ਇਹ ਕੇਸ ਦਾ ਹਿੱਸਾ ਨਹੀਂ ਆ। ਅਸੀਂ ਬੇਸਿਕਲੀ ਉਹਨਾਂ ਚੀਜ਼ ਦੀ ਉਹ ਕੇਅਰ ਨਹੀਂ ਜਿਹੜੀ ਕਰਦੇ, ਜਿਹੜੀ ਮੋਹਰੇ ਆ ਸਾਹਮਣੇ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲਦੇ ਆ। ਆਪਾਂ ਦੱਸਦੇ ਤਾਂ ਹੁੰਦੇ ਹੀ ਆ, ਤੁਸੀਂ ਦੱਸਦੇ ਹੀ ਆ ਵੀ ਤੁਸੀਂ ਟਰਾਈ ਕਰ ਸਕਦੇ ਆ, ਪਰ ਮੋਸਟ ਪ੍ਰੋਬਬਲੀ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਸੁਣਨਾ ਨਹੀਂ, ਉਹ ਆਰਗੂਮੈਂਟ ਨੂੰ ਬਹੁਤਾ ਗੰਭੀਰਤਾ ਦੇ ਨਾਲ ਜਿਹੜਾ ਉਹ ਨਹੀਂ ਜਿਹੜਾ ਉਹ ਲੈਂਦੇ ਹੋਏ। ਸੋ ਹੁਣ ਇਸ ਦੇ ਵਿੱਚ ਹੁਣ ਨੈਕਸਟ ਸਟੈਪ ਕੀ ਆ ਫਿਰ ਤੁਹਾਡੇ ਕੋਲ? ਅਸਾਈਲਮ ਆਫਿਸ। ਠੀਕ ਹੈ।
ਸੋ ਉਧਰਲੇ ਪਾਸੇ ਨੂੰ ਜਿਹੜਾ ਉਹ ਜਾਣਾ ਆ। ਇੰਪਲੋਇਮੈਂਟ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਨਹੀਂ ਟਿਰਕਿਆਣਾ ਜੀ ਚੱਲ ਰਿਹਾ ਆ? ਬੜੀਆਂ ਲੇ-ਆਫਸ ਦੀਆਂ ਖਬਰਾਂ ਸਿਲੀਕਨ ਵੈਲੀ ਤੋਂ ਸੁਣਦੇ ਰਹਿੰਦੇ ਆ, ਬੜੇ H1 ਵਾਲੇ ਆ, ਉਹਨਾਂ ਨੂੰ ਵੀ ਭੱਜ ਦੌੜ ਜਿਹੜੀ ਉਹ ਲੱਗੀ ਰਹਿੰਦੀ ਹੋਣੀ ਵੀ ਹੁਣ ਕੀ ਕੀਤਾ ਜਾਵੇ। ਹਾਂਜੀ, ਮੈਂ ਭਾਜੀ ਉਸ ਤੋਂ ਪਹਿਲਾਂ ਇੱਕ ਥੋੜਾ ਜਿਹਾ ਟਾਈਮ ਲਵਾਂਗਾ ਤੁਹਾਡੀ ਆਡੀਅנס ਦਾ। ਜੀ। ਤੇ ਸਾਡਾ ਇੱਕ ਗੂਗਲ ਦਾ ਪੇਜ ਆ। ਮੈਂ ਜਦੋਂ ਰੇਡੀਓ ਤੇ ਸ਼ੋਅ ਸ਼ੁਰੂ ਕੀਤਾ ਸੀਗਾ, ਮੇਰੀ 5 ਆਊਟ ਆਫ 5 ਰੇਟਿੰਗ ਸੀਗੀ। ਜੀ। ਤੇ ਉਰੇ ਆਈਦਾ ਵਾ ਤੇ ਮੈਂ ਕਿਹਾ ਸੈਟਰਡੇ ਨੂੰ ਆ ਕੇ ਪ੍ਰੋਗਰਾਮ ਵੀ ਕਰੀਦਾ, ਲੋਕਾਂ ਦੀ ਉਹ ਵੀ ਕਰੀਦੀ, ਤੇ ਮੈਨੂੰ 10-12 ਸਾਲ ਮੈਂ ਕਿਹਾ 5 ਆਊਟ ਆਫ 5 ਹੀ ਰੇਟਿੰਗ ਰਹੀ। ਤੇ ਇਹ 6 ਮਹੀਨੇ 'ਚ ਮੈਂ ਕਿਹਾ ਇਹ ਆਪਣੀ ਜਨਤਾ ਦਾ ਕਹਿ ਲਓ, ਕਈ ਥੈਂਕਫੁਲ ਵੀ ਗਏ ਉਹ ਵੀ ਆ। ਮੈਂ ਕਿਹਾ ਮੈਨੂੰ ਉਹ ਨਹੀਂ ਸਮਝ ਆਈ ਕਿ ਸੈਟਰਡੇ ਨੂੰ ਕਰਕੇ ਤੇ ਹੁਣ ਮੈਂ ਕਿਹਾ ਰੇਟਿੰਗ 5 ਤੋਂ 4.5 ਆ ਗਈ ਕਿ ਬਸ ਜਾ ਕੇ ਨਹੀਂ ਇਹਨਾਂ ਨੇ ਮੈਨੂੰ ਅਪੁਆਇੰਟਮੈਂਟ ਨਹੀਂ ਦਿੱਤੀ, ਨਹੀਂ ਇਹਨਾਂ ਨੇ ਮੈਨੂੰ ਉੱਦਾਂ ਨਹੀਂ ਦਿੱਤਾ। ਸੋ ਇਦਾਂ ਦੇ ਵੀ ਬਥੇਰੇ ਐਲੀਮੈਂਟ ਆ, ਪਰ ਇਹ ਹੈ ਕਿ ਜਿਹੜੇ ਸਾਡੇ ਨਾਲ ਜੁੜੇ ਹੋਏ ਆ, ਜੇ ਤੁਹਾਨੂੰ ਸਾਡਾ ਸ਼ੋਅ ਪਸੰਦ ਆ, ਸਾਡੀ ਵਰਕ ਤੁਹਾਨੂੰ ਪਸੰਦ ਆ, ਤਾਂ ਇਹੀ ਹੈ ਕਿ ਗੂਗਲ ਦਾ ਪੇਜ ਆ, ਪਲੀਜ਼ ਉੱਥੇ ਜਾ ਕੇ ਰਿਵਿਊ ਕਰੋ, ਜੋ ਵੀ ਤੁਹਾਨੂੰ ਤਾਰੇ ਤੂਰੇ ਲੱਗਦੇ ਆ ਵਧੀਆ ਦੇਣੇ ਦਿਓ, ਆਪਣਾ ਕਮੈਂਟ ਛੱਡੋ। ਤੇ ਇਹ ਹੈ ਕਿ ਮੈਂ ਕਿਹਾ ਨੈਗੇਟਿਵ ਫੋਰਸਿਸ ਜਿਹੜੀਆਂ ਉਹ ਜ਼ਿਆਦਾ ਆਊਟਵੇ ਕਰ ਰਹੀਆਂ ਕਿ ਪੋਜ਼ਿਟਿਵ ਨਾਲੋਂ। ਜਿਹੜੇ ਹੁਣ ਤਾਰੀਫ ਕਰਦੇ ਆ, ਪਰ ਇਦਾਂ ਕਿ ਹੁਣ ਮੂੰਹ ਜਵਾਨੀ ਵਾਲੀ ਤਾਰੀਫ ਨੂੰ ਤਾਂ ਕਹਿ ਲਓ ਕਿ ਲੋਕੀ ਗਿਣਤੀ ਮਿੰਤੀ ਦੇ ਵਿੱਚ ਨਹੀਂ ਲੈ ਕੇ ਆਉਂਦੇ। ਇਹਨਾਂ ਦਾ ਕਿਹੜਾ ਪੰਕਜ ਕੁਮਾਰ ਕੋਈ ਕਿ ਮੈਨੂੰ ਬਈ ਅਪੁਆਇੰਟਮੈਂਟ ਬੜੀ ਇਹਨਾਂ ਨੇ ਲੇਟ ਦਿੱਤੀ, ਆਈ ਹੇਟ ਦਿਸ ਪਲੇਸ। ਮੈਂ ਕਿਹਾ ਯਾਰ ਹੁਣ ਤੈਨੂੰ ਮੈਂ ਘਰੇ ਬੁਲਾ ਕੇ ਤਾਂ ਅਪੁਆਇੰਟਮੈਂਟ ਦੇਣੀ ਨਹੀਂ ਹੈ ਨਾ, ਜਿੰਨਾ ਕੁ ਬੰਦੇ ਕੋਲ ਟਾਈਮ ਆ ਉਹਦੇ ਹਿਸਾਬ ਨਾਲ ਹੀ ਬੰਦਾ ਕਰ ਸਕਦਾ। ਸੋ ਇਹ ਹੈ ਕਿ ਤੁਹਾਨੂੰ ਫੇਅਰ ਚੱਲੋ ਆਪਣੇ ਨਾਲ ਵੀ। ਸੋ ਐਂਡ ਆਫ ਦਾ ਡੇ ਕੀ ਹੈ ਕਿ ਮੇਰੇ ਤੇ ਕੋਈ ਓਬਲੀਗੇਸ਼ਨ ਨਹੀਂ ਹੈਗੀ ਕਿ ਆ ਕੇ ਮੈਂ ਸੈਟਰਡੇ ਨੂੰ ਆਪਣਾ ਟਾਈਮ ਭੰਨਣਾ, ਕਿ ਜੇ ਮੈਨੂੰ ਅਲਟੀਮੇਟਲੀ ਕੀ ਹੈ ਕਿ ਇਟਸ ਅ 2 ਵੇ ਸਟਰੀਟ। ਤੇ ਸੋ ਇਹ ਹੈ ਕਿ ਜਿਹੜੇ ਸੁਣਦੇ ਆ, ਜਿਹਨਾਂ ਨੂੰ ਵਧੀਆ, ਤੁਹਾਨੂੰ ਰਿਕੁਐਸਟ ਆ, ਜਾਓ ਉੱਥੇ ਪਲੀਜ਼ ਆਪਣਾ ਜੋ ਵੀ ਤੁਹਾਨੂੰ ਫੇਅਰ ਲੱਗਦਾ ਫੇਅਰ ਰੇਟਿੰਗ ਛੱਡੋ। ਤੇ ਇਸ ਵੇਲੇ ਲੋੜ ਵੀ ਹੈ, ਤਾਂ ਹੁਣ ਇਹ ਹੈ ਕਿ ਇੱਕ ਬੰਦਾ ਜੇ ਕਰ ਰਿਹਾ ਤੁਸੀਂ ਉਹਨੂੰ ਥੱਲੇ ਸੁੱਟ ਰਹੇ ਆ, ਜਿਹੜਾ ਬੰਦਾ ਨਹੀਂ ਕਰਦਾ ਉਹਨੂੰ ਤੁਸੀਂ ਤਾਂ ਚੱਕ ਰਹੇ। ਮੈਂ ਕਿਹਾ ਉਹਦੇ ਵਿੱਚ ਕੀ ਫਿਰ ਫੇਅਰਨੈਸ ਵਾਲੀ ਗੱਲ ਆ ਜਾਂਦੀ, ਰਾਈਟ? ਜੀ ਬਿਲਕੁਲ। ਭਾਈ ਨਕਲੀ ਅਸਾਈਲਮ ਕੇਸ ਫਾਈਲ ਕਰਨ ਲਈ ਆਖੋਗੇ ਤਾਂ ਨਾ ਹੋਊਗੀ, ਤੇ ਫਿਰ ਜੇ ਉਹ ਫਾਈਲ ਨਹੀਂ ਕਰਦੇ ਤੇ ਉਹਦੇ ਤੇ ਨੈਗੇਟਿਵ ਰਿਵਿਊ ਨਾ ਦਿਓ। ਇਹ ਵੀ ਨਾਲ ਉਹ ਵੀ ਪੈਟਰਨ ਜਿਹੜਾ ਮਾੜਾ ਜਿਹਾ ਦੱਸ ਦਿਓ ਵੀ ਮੇਰਾ ਬਣਦਾ ਨਹੀਂ ਸੀ, ਮੈਂ ਤਾਂ ਵੀ ਜਿਹੜਾ ਕਰਨ ਦੀ ਕੋਸ਼ਿਸ਼ ਜਿਹੜਾ ਕਰ ਰਿਹਾ ਸੀ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਤੇ ਭਾਈ ਗੂਗਲ ਤੇ ਜਾ ਕੇ ਟਿਰਕਿਆਣਾ ਅਟਰਨੀ ਜਾਂ ਜੇ ਟਿਰਕਿਆਣਾ ਇਮੀਗ੍ਰੇਸ਼ਨ ਅਟਰਨੀ, ਉਹਨਾਂ ਦੇ ਜਿਹੜਾ ਜਾ ਕੇ ਪੋਜ਼ੀਟਿਵ ਰਿਵਿਊ ਜਿਹੜਾ ਜੀ ਉੱਥੇ ਜ਼ਰੂਰ ਛੱਡੋ। ਇੰਨੇ ਜਾਣਿਆਂ ਦੀ ਜਿਹੜੀ ਉਹ ਲਗਾਤਾਰ ਮਦਦ ਹੋ ਰਹੀ ਆ। ਜਿਹੜੇ ਆ ਕੇ ਤੁਸੀਂ ਇਹਨਾਂ ਨੂੰ ਫੀਡਬੈਕ ਦਿੰਦੇ ਆ, ਇੱਕ ਉੱਥੇ ਵੀ ਫੀਡਬੈਕ ਦਿਓ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਵੀ ਜਿਹੜਾ ਉਹ ਤੁਹਾਨੂੰ ਦੇਖਦੇ ਨੇ। ਤੇ ਸੋ ਜੇ ਇੰਪਲੋਇਮੈਂਟ ਇਮੀਗ੍ਰੇਸ਼ਨ ਦੇ ਬਾਰੇ ਜੇ ਤੁਸੀਂ ਥੋੜਾ ਜਿਹਾ ਕੁਝ ਇਸ ਟਾਈਮ ਜਿਹੜਾ ਦੱਸਣਾ ਹੋਵੇ ਵੀ। ਜੀ ਇੰਪਲੋਇਮੈਂਟ ਇਮੀਗ੍ਰੇਸ਼ਨ 'ਚ ਲੇ-ਆਫਸ ਬਹੁਤ ਜ਼ਿਆਦਾ ਜਿਹੜੇ ਹੋ ਰਹੇ ਆ। ਜਿਹੜੀਆਂ ਇੰਪਲੋਇਮੈਂਟ ਇਮੀਗ੍ਰੇਸ਼ਨ ਦੀ ਹੁਣ ਇਨਕੁਆਇਰੀ ਅੱਜ ਦੀ ਡੇਟ 'ਚ ਸਾਨੂੰ ਆਹੀ ਆ ਰਹੀ ਆ ਕਿ ਮੇਰਾ ਲੇ-ਆਫ ਹੋਣ ਜਾ ਰਿਹਾ ਤੇ ਮੈਂ ਕੀ ਕਰਾਂ। ਤੇ ਜਿਹੜੇ H1B ਵਾਲੇ ਆ, ਹੁਣ ਉਹਨਾਂ ਦਾ ਥੋੜਾ ਕਹਿ ਲਓ ਮਾੜਾ ਟਾਈਮ ਜਿਹੜਾ ਚੱਲਣਾ ਰਿਸੈਸ਼ਨ ਕਰਕੇ, ਤੇ ਉਹਨਾਂ ਦੇ ਵਾਸਤੇ ਬਸ ਇਹੀ ਹੈ ਕਿ ਟੈਂਪਰੇਰੀਲੀ ਉਹ ਟੂਰਿਸਟ ਵੀਜ਼ੇ ਤੇ ਕਨਵਰਟ ਕਰ ਸਕਦੇ ਆ। 6 ਮਹੀਨੇ ਉਹਨਾਂ ਨੂੰ ਮੋਹਲਤ ਮਿਲ ਸਕਦੀ ਆ ਰਹਿਣ ਦੀ, ਤੇ 6 ਮਹੀਨੇ ਦੇ ਵਿੱਚ ਦੁਬਾਰਾ ਉਹ ਜੌਬ ਲੱਭ ਕੇ ਵਾਪਸ ਆਪਣਾ H1B ਤੇ ਜਾ ਸਕਦੇ ਆ। ਪਰ ਜਿਹੜੀ ਕਿ ਜਿੱਦਾਂ ਹੁੰਦਾ, ਇਹ ਹੁੰਦਾ ਕਿ 6 ਮਹੀਨੇ ਜਦੋਂ ਰਿਸੈਸ਼ਨ ਵਗੈਰਾ ਆਉਂਦਾ, ਫਿਰ 6 ਮਹੀਨੇ ਤੋਂ ਕਈ ਵਾਰੀ ਵੱਧ ਹੀ ਲੰਬਾ ਹੀ ਖਿੱਚ ਹੋ ਜਾਂਦਾ। ਸੋ ਅੱਜ ਦੀ ਡੇਟ 'ਚ H1B ਵਾਲਿਆਂ ਨੂੰ ਇਹ ਜਿਹੜੇ ਚੈਲੰਜ ਆ ਇਹ ਫੇਸ ਕਰਨੇ ਪੈ ਰਹੇ। ਜੀ ਜੀ। ਤੇ ਆਪਾਂ ਇੱਕ ਬ੍ਰੇਕ ਲੈਣੀ ਹੈ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਫਿਰ ਆਪਾਂ ਕਾਲਸ ਜਿਹੜੀਆਂ ਤੁਹਾਡੀਆਂ ਲੈਣੀਆਂ। ਕਾਲਸ ਕਰਨ ਦੇ ਲਈ ਨੰਬਰ 408-272-5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਅਟਰਨੀ ਟਿਰਕਿਆਣਾ ਜੀ ਨੂੰ ਜਿਹੜੇ ਉਹ ਆਪਣੇ ਸਵਾਲ ਆ ਉਹ ਪੁੱਛ ਸਕੋਗੇ। ਤੇ ਕੋਈ ਇਨਵੈਸਟਮੈਂਟ ਇਮੀਗ੍ਰੇਸ਼ਨ ਨੂੰ ਲੈ ਕੇ ਕੋਈ ਨਿਊਜ਼ ਵਗੈਰਾ ਕੁਝ ਹੈ ਜਾਂ ਕੀ ਉਸ ਦੇ ਬਾਰੇ ਲੇਟੈਸਟ ਚੱਲ ਰਿਹਾ? ਇਨਵੈਸਟਮੈਂਟ ਵਾਲਿਆਂ ਲਈ ਸਾਡੇ EB5 ਵਗੈਰਾ ਆਪਾਂ ਦੇਖੇ ਸੀਗੇ, ਜਿੱਥੇ ਪਹਿਲਾਂ ਟਾਈਟ ਕਰਦੇ ਸੀਗੇ, ਹੁਣ ਇਹਨਾਂ ਨੂੰ ਇਨਵੈਸਟਮੈਂਟ ਚਾਹੀਦੀ ਹੈ। ਹੁਣ ਉਹਨਾਂ ਨੂੰ ਥੋੜਾ ਜਿਹਾ ਸੌਖਾ ਕਰਤਾ ਕੰਮ ਸਾਡਾ, ਠੀਕ ਆ। ਜਿਹੜੇ ਥੋੜੇ ਆ ਉਹ ਅਪਰੂਵ ਕਰਨ ਲੱਗ ਪਏ ਆ। ਤੇ ਇਨਵੈਸਟਮੈਂਟ ਵਾਲਿਆਂ ਲਈ ਵਧੀਆ ਗੱਲ ਆ, ਜਦੋਂ ਰਿਸੈਸ਼ਨ ਆਉਂਦਾ ਤੇ ਅਮਰੀਕਾ ਨੂੰ ਪੈਸੇ ਚਾਹੀਦੇ ਹੁੰਦੇ ਆ, ਤੇ ਇਨਵੈਸਟਮੈਂਟ ਵਾਲਿਆਂ ਨੂੰ ਫਿਰ ਵੈਲਕਮ ਕਰਦੇ ਜ਼ਿਆਦਾ। ਫਿਰ ਥੋੜੀਆਂ ਜਿਹੜਾ ਕੇਸ ਪਾਸ ਕਰਨ ਦੇ ਵਿੱਚ ਥੋੜਾ ਸੌਖ ਕਰ ਦਿੰਦੇ ਨੇ ਮਤਲਬ। ਹਾਂਜੀ, ਠੀਕ ਆ। ਚਲੋ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ, ਤੇ ਸਰੋਤੇ ਉੱਤੇ ਜੁੜੇ ਰਹੋ। ਤੇ ਤੁਸੀਂ ਕਾਲ ਕਰਕੇ ਸਵਾਲ ਪੁੱਛਣਾ ਹੈ ਤੇ 408-272-5200 ਦੇ ਉੱਤੇ ਤੁਸੀਂ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਇਮੀਗ੍ਰੇਸ਼ਨ, ਅਪਡੇਟ ਅਮਰੀਕਾ ਦਾ ਸ਼ਨੀਚਰਵਾਰ ਦਾ ਵਿਸ਼ੇਸ਼ ਪ੍ਰੋਗਰਾਮ। US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਆਪਣੇ ਨਾਲ ਜੁੜੇ ਨੇ। ਅਟਰਨੀ ਟੇਰਕੀਆਣਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤੇ, ਹੁਣ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4072725200। ਇਸ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਿਹੜੇ ਉਹ ਪੁੱਛ ਸਕਦੇ ਆ। ਤੇ ਆਓ ਆਪਣੇ ਜਿਹੜੇ ਕਾਲਸ ਆ ਉਹਨਾਂ ਨੂੰ ਲੈਣਾ ਜਿਹੜਾ ਸ਼ੁਰੂ ਕਰਦੇ ਆ। ਸਭ ਤੋਂ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਕੀਰਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੀ, ਮੇਰਾ ਕੁਐਸਚਨ ਸੀਗਾ ਜੀ, ਮੇਰੇ ਚਾਚਾ ਜੀ ਹੁਣੀ ਨਿਊਯਾਰਕ, ਉਹਨਾਂ ਦਾ ਨਾ ਇੱਕ ਕੇਸ ਡਿਨਾਈਡ ਹੋ ਗਿਆ ਜੀ ਥੋੜੇ ਦਿਨ ਪਹਿਲਾਂ ਹੀ। ਹਾਂਜੀ। ਨਿਊਯਾਰਕ ਕੇਸ, ਤੇ ਉਹਨਾਂ ਨੇ ਰੀਲੋਕੇਟ ਦਾ ਆਪਾਂ ਕਿਹਾ ਜੀ ਵੀ ਲੋਕੇਸ਼ਨ ਕਿਤੇ ਹੋਰ ਰਹਿ ਸਕਦੇ ਜੀ, ਉਹਦਾ ਵੀ ਹੱਲ ਹੈਗਾ ਜੀ? ਹੁਣ ਫੈਮਿਲੀ ਆ ਪੂਰੀ, ਬੱਚਾ ਵੀ ਇੱਕ ਉਹਨਾਂ ਦਾ ਜੀ 16 ਸਾਲ ਦਾ ਜੀ। ਦੁਬਾਰਾ ਪੁੱਛਿਓ ਜਿਹੜਾ ਸਵਾਲ, ਕੀ ਕੇਸ ਰੀਲੋਕੇਸ਼ਨ ਕਰਕੇ ਡਿਨਾਈ ਹੋ ਗਿਆ, ਉਸ ਤੋਂ ਬਾਅਦ ਕੀ ਸਵਾਲ ਹੈ? ਹਾਂਜੀ, ਵੀ ਉਹਨਾਂ ਦਾ ਕੋਈ ਹੱਲ ਹੈਗਾ ਭਾਜੀ? ਵੀ ਦੁਬਾਰਾ ਉਹਨਾਂ ਨੇ 30 ਡੇਜ਼ ਦਿੱਤੇ ਆ ਜਿੱਦਾਂ ਅਪੀਲ ਕਰਨ ਨੂੰ, ਕੀ ਕੋਈ ਹੈ? ਅਪੀਲ ਕਰਨੀ ਪੈਣੀ ਭਾਜੀ, ਤੇ ਦੇਖਣਾ ਪੈਣਾ ਕਿ ਅਪੀਲ ਦੇ ਵਿੱਚ ਕੀ ਮੁੱਦਾ ਸੀਗਾ, ਕਿਉਂ ਡਿਨਾਈ ਹੋਇਆ ਰੀਲੋਕੇਸ਼ਨ ਦਾ, ਕਿ ਤੁਹਾਡੀ ਗਲਤੀ ਆ, ਕਿ ਜੱਜ ਨੇ ਫੈਸਲਾ ਗਲਤ ਕੀਤਾ, ਕਿ ਸਰਕਾਰ ਨੇ ਗਲਤ ਚੀਜ਼ਾਂ ਪ੍ਰੈਜ਼ੈਂਟ ਕੀਤੀਆਂ। ਸੋ ਕੋਈ ਆਪਸ਼ਨ ਨਹੀਂ ਹੈ ਇਸ ਵੇਲੇ, ਅਪੀਲ ਹੀ ਕਰਨੀ ਪੈਣੀ। ਠੀਕ ਆ ਜੀ, ਜਿੱਦਾਂ ਪੂਰੀ ਫੈਮਿਲੀ ਦਾ ਹੋ ਗਿਆ ਨਾ ਜੀ, ਨਾਲ ਬੇਟਾ ਵੀ ਉਹਨਾਂ ਦਾ ਹੀ ਇੱਕ 16 ਸਾਲ ਦਾ ਜੀ, ਸਕੂਲ ਜਾਂਦਾ ਹੀ ਇੱਥੇ ਹੀ। ਠੀਕ ਹੈ, ਹਾਂਜੀ, ਸਾਰੀ ਫੈਮਿਲੀ ਦੀ ਇਕੱਠੀ ਲੱਗਣੀ ਅਪੀਲ। ਹਾਂਜੀ ਠੀਕ ਹੈ ਜੀ। ਤੇ ਭਾਜੀ ਉਦਾਂ ਉਹਨਾਂ ਦਾ ਕੋਈ ਹੋਰ ਹੱਲ ਹੈਗਾ ਜੀ, ਜਿੱਦਾਂ ਬੱਚਾ ਸਕੂਲ ਜਾਂਦਾ ਜੀ? ਨਹੀਂ ਭਾਜੀ, ਉਹ ਤਾਂ ਸਾਰਿਆਂ ਦੇ ਜਾਂਦੇ ਆ ਜੀ ਸਕੂਲ ਦਾ ਜੀ। ਜੀ, ਸੋ ਜਿੱਦਾਂ ਦੇਖੋ ਆਪਾਂ ਪਹਿਲੋਂ ਕੇਸ ਡਿਸਕਸ ਕੀਤਾ, ਉਹਨਾਂ ਨੇ ਆਪਣੇ ਏਜਿੰਗ ਪੇਰੈਂਟਸ ਦੀ ਗੱਲ ਕੀਤੀ, ਹੋਰ ਕਈਆਂ ਦੀ ਜਿਹੜੀ ਉਹ ਗੱਲ ਕੀਤੀ, ਉਹ ਨਹੀਂ ਕੇਅਰ ਕਰਦੇ ਜੀ। ਉਹ ਕਹਿੰਦੇ ਵੀ ਜਿਹਦਾ ਕੇਸ ਆ, ਅਸੀਂ ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਕਰਨਾ ਆ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਗੁਰਪ੍ਰੀਤ ਜੀ, 209 ਏਰੀਆ ਕੋਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਜੀ। ਜੀ ਮੇਰਾ ਕੁਐਸਚਨ ਹੈ ਜੀ, ਮੇਰੇ ਨਾ ਫਰੈਂਡ ਦਾ ਆਇਆ ਸੀ ਜੀ। ਦੁਬਾਰਾ ਬੋਲਿਓ, ਆਵਾਜ਼ ਤੁਹਾਡੀ ਬਹੁਤ ਸਲੋ ਆ ਰਹੀ ਸੀ। ਕੀ ਕਹਿ ਰਹੇ ਆ? ਤੁਹਾਡੇ ਫਰੈਂਡ ਦਾ ਕੀ? ਮੇਰੇ ਫਰੈਂਡ ਦਾ ਬੇਟਾ ਆਇਆ ਸੀ ਜੀ, ਨਿਊ ਜਰਸੀ ਤੋਂ। ਓਕੇ। ਨਿਊ ਜਰਸੀ ਆਇਆ ਹੋਇਆ ਜੀ। ਉਹਨਾਂ ਨੇ 17 ਸਾਲ। ਇਹ ਆਪਣੇ ਗਾਰਡੀਅਨ ਕੇਸ ਬਾਰੇ ਕੀ, ਗਾਰਡੀਅਨ ਕੇਸ ਕਿੱਦਾਂ ਲੱਗਦਾ ਜੀ? ਅਡਾਪਟ ਕਰਨਾ ਪੈਂਦਾ ਜਾਂ ਕਿੱਦਾਂ ਲਾ ਸਕਦੇ ਆ? ਭਾਜੀ ਫੈਮਿਲੀ ਕੋਰਟ 'ਚ ਜਾ ਕੇ ਗਾਰਡੀਅਨ ਦਾ ਆਰਡਰ ਲੈਣਾ ਪੈਂਦਾ, ਤੇ ਉੱਥੋਂ ਲਾ ਸਕਦੇ ਹੋ ਤੁਸੀਂ। ਫੈਮਿਲੀ ਕੋਰਟ 'ਚ ਆਪਾਂ ਲਾ ਸਕਦੇ ਜੀ ਕੇਸ? ਉਹ ਮੈਂ ਨਹੀਂ ਇਸ ਵੇਲੇ ਉਹ ਕੇਸ ਫੜ ਸਕਦਾ ਨਿਊਯਾਰਕ ਦਾ, ਪਰ ਹਾਂਜੀ ਫੈਮਿਲੀ, ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ, ਮੈਂ ਤੁਹਾਨੂੰ ਰੈਫਰ ਕਰ ਦੂੰਗਾ, ਇੱਕ ਜਾਣਕਾਰ ਹੈਗਾ ਮੇਰਾ, ਉਹ ਫੈਮਿਲੀ ਕੋਰਟ 'ਚ ਤੁਹਾਡੀ ਹੈਲਪ ਕਰ ਦੂਗਾ, ਤੇ ਫੈਮਿਲੀ ਕੋਰਟ ਵਾਲਾ ਮੁੱਦਾ ਤੁਹਾਡਾ ਸੋਲਵ ਹੋ ਜਾਂਦਾ, ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਾਲੀ ਹੈਲਪ ਤੁਹਾਡੀ ਆਪਾਂ ਕਰ ਦਾਂਗੇ। ਤੇ ਗਾਰਡੀਅਨਸ਼ਿਪ ਅਟਾਰਨੀ ਟਰਕੀਆਨਾ ਜੀ ਕਿੰਨੀ ਉਮਰ ਤੱਕ ਜਿਹੜੀ ਉਹ ਹੁੰਦੀ, ਉਹਦੀ ਕੱਟ ਆਫ ਟਾਈਮ ਕੀ ਆ? ਭਾਜੀ ਅਲੱਗ-ਅਲੱਗ ਸਟੇਟਾਂ, ਕਿਸੇ 18 ਤੋਂ 21 ਸਾਲ ਦੇ ਵਿੱਚ ਨਾ ਛੋਟੇ-ਮੋਟੇ ਕਾਊਂਟੀ ਟੂ ਕਾਊਂਟੀ ਪ੍ਰੋਸੀਜਰ ਹੈਗੇ ਆ। ਜ਼ਿਆਦਾਤਰ 18 ਤੋਂ ਪਹਿਲਾਂ ਤੁਹਾਨੂੰ ਕਾਰਵਾਈ ਕਰਨੀ ਪੈਂਦੀ ਹੈ, ਤੇ ਕਈ ਵਾਰੀ ਉਹ ਤੁਹਾਨੂੰ ਕੋਰਟ ਦੀ ਪਰਮਿਸ਼ਨ ਨਾਲ 21 ਸਾਲਾਂ ਤੱਕ ਐਕਸਟੈਂਡ ਕਰ ਦਿੰਦੇ ਆ। ਠੀਕ ਹੈ, ਓਕੇ। ਇਹ 17 ਸਾਲਾਂ ਦਾ ਦੱਸਦੇ ਆ, ਸੋ ਮਤਲਬ ਕਾਈਂਡ ਆਫ ਹੈਗੀ ਆ ਉੱਥੇ ਗੁੰਜਾਇਸ਼? ਹਾਂਜੀ, ਗੁੰਜਾਇਸ਼ ਹੈਗੀ ਹੈ। ਠੀਕ ਹੈ ਜੀ। ਅਗਲੇ ਕਾਲਰ ਗੁਰਮੀਤ। ਤੇ ਗੁਰਪ੍ਰੀਤ ਜੀ, ਜੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਨਾ, ਇਹਨਾਂ ਦੇ ਆਫਿਸ ਦਾ ਨੰਬਰ ਆ 4159090503, 4159090503। ਗੁਰਮੀਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀ, ਮੈਂ ਪੀਡੀ ਦਾ ਕੇਸ ਸੀ ਪਹਿਲਾਂ ਭਾਜੀ, ਇੱਥੇ 2018 ਚ ਸੀ ਲੱਗਾ, ਉਹਨਾਂ ਨੇ ਪੀਡੀ ਦੇ ਦਿੱਤੀ ਸੀ। ਸਿਸਟਮ ਦੇ ਵਿੱਚ ਭਾਜੀ ਉਹਨਾਂ ਨੇ ਕੇਸ ਗਰੰਟਡ ਕਰਤਾ ਸੀ। ਠੀਕ ਹੈ। ਤੇ ਉਹਨਾਂ ਨੇ ਭਾਜੀ A05 ਕੈਟਾਗਰੀ ਦਾ ਵਰਕ ਪਰਮਿਟ ਵੀ ਦੇ ਦਿੱਤਾ ਸੀ, ਹੁਣ ਕੈਟਾਗਰੀ ਚੇਂਜ ਕਰਤੀ ਹੈ। ਉਹਦਾ ਭਾਜੀ ਕੋਈ ਹੱਲ ਹੋ ਸਕਦਾ? ਕੇਸ ਖਿਲਾ ਸਕਦੇ ਆ ਕਿ ਨਹੀਂ? ਨਹੀਂ ਭਾਜੀ, ਪੀਡੀ ਮਤਲਬ ਕਿ ਡਿਸਮਿਸ ਕਰਤਾ ਨਾ ਕੇਸ ਤੁਹਾਡਾ? ਹਾਂਜੀ, ਤੇ ਉਹਨਾਂ ਨੇ A05 ਕੈਟਾਗਰੀ ਵਾਲਾ ਸਿਸਟਮ ਦੇ ਵਿੱਚ ਪਾਤਾ ਸੀ ਵੀ ਕੇਸ ਗ੍ਰਾਂਟ ਕਰਤਾ ਹੈ। ਨਹੀਂ ਤਾਂ ਭਾਜੀ ਉਹਨਾਂ ਨੂੰ ਗਲਤੀ ਲੱਗ ਗਈ। ਫਿਰ ਤੁਸੀਂ ਨਾ ਕੇਸ ਆਪਣਾ ਅਸਾਈਲਮ ਆਫਿਸ ਮੋਰੇ ਲਾਇਆ ਦੁਬਾਰਾ ਕਿ ਨਹੀਂ ਲਾਇਆ? ਨਹੀਂ ਭਾਜੀ, ਲਾਇਆ ਨਹੀਂ। ਉਹੀ ਤੁਹਾਡੇ ਅੱਗੇ ਪਹਿਲਾਂ ਕਾਲ ਕੀਤੀ ਸੀ, ਤੁਹਾਨੂੰ $250 ਫੀਸ ਵੀ ਦਿੱਤੀ ਸੀ। ਬਾਅਦ ਚ ਤੁਹਾਡੇ ਆਫਿਸ ਚ ਕਾਲ ਕੀਤੀ, ਤੁਸੀਂ ਕਾਲ ਦਾ ਆਨਸਰ ਨਹੀਂ ਦਿੱਤਾ ਸੀ। ਸਾਨੂੰ ਭਾਜੀ ਇੱਕ ਵਾਰੀ ਨਾ ਦੁਬਾਰਾ ਸਾਡੇ ਆਫਿਸ ਨੂੰ ਕੰਟੈਕਟ ਕਰ ਲਿਓ। ਜਿਹੜੀ ਤੁਹਾਡੀ ਰਸੀਦ ਸੀਗੀ ਨਾ, ਉਹ ਵਾਪਸ ਉਹਨਾਂ ਨੂੰ ਭੇਜ ਦਿਓ ਕਿ ਮੈਂ ਦਿੱਤੀ ਸੀ, ਮੇਰੀ ਗੱਲ ਹੋਈ ਨਹੀਂ। ਉਹ ਦੁਬਾਰਾ ਤੁਹਾਡੀ ਕਾਲ ਬੰਨ ਦੋਗੇ। ਉਹਨਾਂ ਨੂੰ ਜਿਹੜਾ ਹੈਗਾ ਨਾ ਮੈਸੇਜ ਕਰਕੇ, ਤੇ ਦੁਬਾਰਾ ਦੱਸ ਦਿਓ ਕਿ ਮੈਂ ਰਸੀਦ ਦਿੱਤੀ ਹੈ ਤੇ ਮੇਰੀ ਅਪਾਇੰਟਮੈਂਟ ਹੋ ਨਹੀਂ ਸਕੀ, ਤੇ ਉਹ ਤੁਹਾਡੇ ਮੈਂ ਜਿਹੜਾ ਚੜ੍ਹਦੇ ਹਫਤੇ 'ਚ ਤੁਹਾਡਾ ਮੈਂ ਜਵਾਬ ਦੇ ਦੇਣਾ ਡਾਇਰੈਕਟਲੀ। ਠੀਕ ਹੈ ਭਾਜੀ। ਭਾਜੀ ਉਹਦਾ ਇੱਕ ਪੁੱਛਣਾ ਸੀ ਵੀ ਕੇਸ ਉਹ ਖੁੱਲ ਸਕਦਾ ਪੀਡੀ ਦਾ? ਉਹਨਾਂ ਨੇ ਐਪਲੀਕੇਸ਼ਨ ਗਰੰਟਡ ਕੀਤੀ ਹੈ। ਨਹੀਂ ਭਾਜੀ, ਉਹਨਾਂ ਨੂੰ ਨਾ ਗਲਤੀ, ਜੇ ਉਹਨਾਂ ਨੂੰ ਗਲਤੀ ਲੱਗੀ ਹੈ ਉਸ ਬੇਸ ਤੇ ਗਰੰਟਡ ਨਹੀਂ ਹੋ ਸਕਦਾ ਤੁਹਾਡਾ ਬਿਨਾਂ ਕੇਸ ਸੁਣੇ। ਜੇ ਕੱਲੀ ਪੀਡੀ ਮਿਲੀ ਹੈ ਤਾਂ ਫਿਰ ਪੀਡੀ ਮਿਲੀ ਹੈ, ਤੁਹਾਨੂੰ ਅਸਾਈਲਮ ਆਫਿਸ 'ਚ ਜਾਣਾ ਪੈਣਾ। ਠੀਕ ਹੈ ਭਾਜੀ। ਓਕੇ ਜੀ, ਮਿਹਰਬਾਨੀ ਜੀ। ਤੇ ਇਹਨਾਂ ਦੇ ਆਫਿਸ 'ਚ ਕੰਟੈਕਟ ਕਰਕੇ ਤੇ ਆਪਣੀ ਅਪਾਇੰਟਮੈਂਟ, ਉਹਨਾਂ ਨੂੰ ਉਹ ਜਿਹੜੀ ਰਸੀਦ ਘੱਲ ਕੇ ਤੇ ਅਪਾਇੰਟਮੈਂਟ ਆਪਣੀ ਦੁਬਾਰਾ ਜਿਹੜੀ ਬਣਵਾ ਲਓ। ਮੰਡੇ ਤੋਂ ਫਰਾਈਡੇ ਕਰਿਓ ਕਾਲ ਜੀ, 4159090503। ਤੇ ਜੇ ਤੁਸੀਂ ਸਟੂਡੀਓ 'ਚ ਕਾਲ ਕਰਕੇ ਕਿਸੇ ਨੇ ਸਵਾਲ ਪੁੱਛਣਾ, ਤੇ ਉਹਦੇ ਲਈ ਸਟੂਡੀਓ ਦਾ ਨੰਬਰ ਆ 408272 4082725200 ਦੇ ਉੱਤੇ। ਤੇ ਆਪਣੇ ਅਗਲੇ ਕਾਲਰ ਨੇ ਮਨਦੀਪ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਮੇਰਾ ਨਾ ਕੁਐਸਚਨ ਟੋਟਲੀ ਡਿਫਰੈਂਟ ਆ ਜਿਹੜੇ ਤੁਹਾਡਾ ਅੱਜ ਟੌਪਿਕ ਹੈ ਇਹਦੇ ਤੋਂ। ਹਾਂਜੀ, ਮੇਰਾ ਕੁਐਸਚਨ ਸੀਗਾ ਕਿ ਮੇਰੇ ਫਾਦਰ ਇਨ ਲਾ ਦੇ, ਹਾਂਜੀ, ਉਹਨਾਂ ਦੀ ਉਮਰ 65 ਆ ਨਾ, ਤੇ ਉਹਨਾਂ ਨੂੰ 8 ਸਾਲ ਹੋਏ ਇੱਥੇ ਰਹਿੰਦਿਆਂ ਨੂੰ। ਅਸੀਂ ਉਹਨਾਂ ਦੀ ਸਿਟੀਜ਼ਨ ਲਈ ਅਪਲਾਈ ਕੀਤਾ ਸੀ। ਪਹਿਲੀ ਵਾਰੀ ਉਹਨਾਂ ਨੇ ਆਪਦਾ ਮਤਲਬ ਕਿ ਜਿਹੜੇ ਸਾਰੇ ਉਹ ਸੀਗੇ ਮਤਲਬ ਕਿ ਟੈਸਟ ਵਗੈਰਾ ਹਨਾ, ਉਹ ਪਾਸ ਹੋ ਗਿਆ ਸੀ ਉਹਨਾਂ ਦਾ। ਪਰ ਉਹਨਾਂ ਤੋਂ ਜਿਹੜੀ ਮਤਲਬ ਕਿ ਜਿਵੇਂ ਕੁਐਸਚਨ ਆਨਸਰ ਵੈਸੇ ਕੁਛ ਪੁੱਛਦੇ ਆ, ਜਿਵੇਂ ਮਤਲਬ ਕਿ ਹਿਸਟਰੀ ਵਾਲਾ ਵੀ ਪਾਸ ਹੋ ਗਿਆ ਸੀ, ਲਿਖਾਇਆ ਸੀ ਉਹ ਵੀ ਉਹਨਾਂ ਦਾ ਪਾਸ ਸੀ, ਤੇ ਉਹ ਜਦੋਂ ਕੋਈ ਕੁਐਸਚਨ ਪੁੱਛਦੇ ਆ ਉਹਨਾਂ ਤੋਂ ਅੰਡਰਸਟੈਂਡ ਨਹੀਂ ਹੁੰਦਾ। ਹਾਂਜੀ, ਪਹਿਲੀ ਵਾਰੀ ਵੀ ਫਿਰ ਉਹ ਆਈ ਰਹਿ ਗਏ, ਦੂਜੀ ਵਾਰੀ ਵੀ ਜਦੋਂ ਉਹ ਗਏ ਤਾਂ ਉਹਨਾਂ ਤੋਂ ਫਿਰ ਦੁਬਾਰਾ ਕੋਈ ਕੁਐਸਚਨ 1-2 ਪੁੱਛੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਉਹ ਕੀ ਪੁੱਛ ਰਹੇ ਆ ਹਨਾ। ਤਾਂ ਹੁਣ ਅਸੀਂ ਮਤਲਬ ਕਿ ਉਹਨਾਂ ਦੀ ਦੁਬਾਰ ਤੋਂ ਰੀਅਪਲਾਈ ਕਰਨੀ ਆ, ਤਾਂ ਫਿਰ ਉਹ ਦੁਬਾਰ ਤੋਂ ਚਲੋ ਟੈਸਟ ਸਾਰੇ ਦੁਬਾਰ ਤੋਂ ਹੋਣਗੇ, ਪਰ ਮਤਲਬ ਕਿ ਹੁਣ ਅਸੀਂ ਉਹ ਬਹੁਤ ਡਰ ਰਹੇ ਆ ਵੀ ਮੈਂ ਵੀ ਦੁਬਾਰ ਤੋਂ ਮੈਨੂੰ ਤਾਂ ਫਿਰ ਨਹੀਂ ਪਾਸ ਹੋਣਾ, ਵੀ ਇਹਦੇ ਲਈ ਸਾਨੂੰ ਵਕੀਲ ਹਾਇਰ ਕਰਨ ਦੀ ਲੋੜ ਆ ਕਿ ਕਿੱਦਾਂ? ਹਾਂਜੀ ਨਹੀਂ, ਵਕੀਲ ਦੀ ਤਾਂ ਨਹੀਂ ਲੋੜ। ਵਕੀਲ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਟੈਸਟ ਜਿਹੜੇ ਹੈਗੇ ਆਪ ਹੀ ਕਰਨੇ ਪੈਂਦੇ ਆ। ਤੇ ਜੇ ਕਿਸੇ ਨੂੰ ਮੈਡੀਕਲ ਡਿਸੇਬਿਲਿਟੀ ਹੈਗੀ, ਵਾਕਈ ਅਸਲੀ ਮੈਡੀਕਲ ਮੁੱਦਾ ਹੈਗਾ ਕੋਈ, ਫॉर ਐਗਜ਼ਾਮਪਲ ਕਿਸੇ ਨੂੰ ਡਿਮੈਂਸ਼ੀਆ ਜਾਂ ਲਰਨਿੰਗ ਇੰਪੈਡੀਮੈਂਟ ਜਾਂ ਸਪੀਚ, ਉਹਨਾਂ ਨੂੰ ਉਹ ਛੋਟ ਦੇ ਦਿੰਦੇ, ਬਾਕੀਆਂ ਨੂੰ ਟੈਸਟ ਵਗੈਰਾ ਕਰਨੇ ਪੈਂਦੇ ਆ। ਜੀ ਜੀ। ਤੇ ਕੀ ਬਸ ਉਹੀ ਆ, ਮਤਲਬ ਇੰਨੇ ਸਾਲ ਹੋ ਗਏ ਹੁਣ, ਆਈ ਥਿੰਕ ਇਸ ਚੀਜ਼ ਦੇ ਵਿੱਚ ਛੋਟ ਵੀ ਜਿਹੜੀ ਉਹ ਹੋ ਜਾਂਦੀ ਹੈ ਜੇ ਇੰਨੇ ਸਾਲ ਦੇ ਹੋ ਗਏ ਨੇ, ਇਹਨੂੰ ਉਮਰ ਹੁੰਦੀ ਹੈ। ਹਾਂਜੀ, 55 ਸਾਲ ਤੋਂ ਉੱਤੇ ਜੇ ਉਮਰ ਆ, 15 ਸਾਲ ਬੰਦਾ ਮਤਲਬ ਜਿਹੜੇ ਐਗਜ਼ੈਂਪਸ਼ਨਸ ਹੈਗੀਆਂ ਉਹ ਲੈਂਗੁਏਜ ਤੋਂ ਤੇ ਉੱਤੋਂ ਮਿਲ ਜਾਂਦੀਆਂ। ਕਈ ਵਾਰੀ ਜਿਹੜਾ 65 ਸਾਲ ਦਾ ਬੰਦਾ 20 ਸਾਲ ਹੋ ਗਏ ਰਹਿੰਦੇ, ਉਹਨੂੰ ਬੇਸਿਕਲੀ ਸਾਰੀ ਛੋਟ ਦੇ ਦਿੰਦੇ ਆ। ਠੀਕ ਹੈ, ਠੀਕ ਹੈ। ਸੋ ਦੇਖ ਲਿਓ ਜੀ। ਤੇ ਅਗਲੇ ਆਪਣੇ ਕਾਲਰ ਨੇ ਮਨੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰੇ 2 ਕੁਐਸਚਨ ਨੇ, ਛੋਟੇ ਨੇ। ਤੇ ਮੇਰਾ ਪਹਿਲਾ ਕੁਐਸਚਨ ਇਹ ਸੀ ਭਾਜੀ, ਜਿੱਦਾਂ ਮੈਂ ਨਾ 2013 ਦੇ ਵਿੱਚ ਨਾ ਬਾਲ ਟੱਪਿਆ ਸੀ, ਤੇ ਮੇਰੀ 2000 ਪਹਿਲਾਂ ਤੇ ਉਹਨਾਂ ਨੇ ਮੈਨੂੰ ਅਸਾਈਲਮ ਆਫਿਸਰ ਦੇ ਸਾਹਮਣੇ ਸੱਦਿਆ ਸੀ ਨਾ, ਤੇ ਉਹਨਾਂ ਨੇ ਮੇਰਾ ਕੇਸ ਜਿੱਦਾਂ ਟਰਮੀਨੇਟ ਕਰ ਦਿੱਤਾ ਸੀ। ਹਾਂਜੀ, ਤੇ ਕੋਰਟ ਦੇ ਵਿੱਚ ਮੇਰੀ ਡੇਟ ਨਹੀਂ ਸ਼ੋ ਹੋਈ। ਜਦੋਂ ਮੈਂ ਕੇਸ ਚੈੱਕ ਕੀਤਾ ਸੀ ਤੇ ਉਹ 1 ਸਾਲ ਬਾਅਦ 2014 ਚ ਸ਼ੋ ਹੋਈ, ਤੇ ਉੱਥੇ ਜਦੋਂ ਮੈਂ ਵੇਖਿਆ ਤੇ ਉਹਨਾਂ ਨੇ ਕੇਸ ਟਰਮੀਨੇਟਡ ਬਾਏ ਕੋਰਟ ਜੱਜ ਪਾਇਆ ਹੈ। ਭਾਜੀ ਇਹਦਾ ਕੁਝ ਹੋ ਸਕਦਾ ਜੀ? ਹੁਣ ਤੁਹਾਡਾ ਇਸ ਵੇਲੇ ਚੱਲ ਰਿਹਾ ਕੇਸ ਕਿਤੇ ਕਿ ਨਹੀਂ, ਟਰਮੀਨੇਟਡ ਹੀ ਹੈ? ਟਰਮੀਨੇਟਡ ਹੀ ਭਾਜੀ, ਮੈਂ ਬਾਅਦ ਚ ਛੇੜਿਆ ਹੀ ਨਹੀਂ ਹੈਗਾ, ਕੁਛ ਵੀ ਨਹੀਂ ਕੀਤਾ ਇਹਦੇ ਬਾਰੇ ਭਾਜੀ। 2 ਨੰਬਰ ਚ ਆਏ ਸੀ ਤੁਸੀਂ? ਹਾਂਜੀ ਭਾਜੀ, ਬਾਲ ਟੱਪਿਆ ਸੀ, ਪਰ ਭਾਜੀ ਉਹਨਾਂ ਨੇ ਮੈਨੂੰ ਜਦੋਂ ਮੈਨੂੰ ਰਿਲੀਜ਼ ਕੀਤਾ ਨਾ, ਤੇ ਮੇਰੇ ਕੋਲ I-94 ਵੀ ਦਿੱਤਾ ਸੀ, ਤੇ ਉੱਥੇ ਲਿਖਿਆ ਸੀ ਐਡਵਾਂਸ ਪ੍ਰੋ, ਕੁਛ ਲਿਖਿਆ ਇੱਦਾਂ ਭਾਜੀ। ਕੁਛ ਹੋ ਸਕਦਾ ਇਹਦੇ ਬਾਰੇ ਭਾਜੀ? ਜੇ I-94 ਮਿਲਿਆ ਤਾਂ ਭਾਜੀ ਵਿਆਹ ਦਾ ਬੇਸ ਤੁਹਾਡੇ ਲਈ ਸਭ ਤੋਂ ਬੈਸਟ ਆ। ਹਾਂਜੀ, ਤੇ ਭਾਜੀ ਕੰਟਰੀ ਆਊਟ ਕਰਨੀ ਪੈ ਸਕਦੀ? ਜੇ I-94 ਹੈਗਾ ਤੇ ਦੇਖਣਾ ਪੈਣਾ ਕਿਹੜੇ ਵਾਲਾ ਪੈਰੋਲ ਆ, ਪਰ ਜੇ I-94 ਹੈਗਾ ਤੇ ਸਹੀ ਤਰੀਕੇ ਨਾਲ ਪੈਰੋਲ ਹੋਏ ਆ ਤਾਂ ਫਿਰ ਨਹੀਂ ਕਰਨੀ ਪੈਣੀ ਜੀ। ਠੀਕ ਹੈ ਭਾਜੀ। ਤੇ ਕੋਈ ਹੋਰ ਕੇਸ ਨਹੀਂ ਲੱਗ ਸਕਦਾ ਵੈਸੇ ਦੁਬਾਰਾ? ਹੋਰ ਭਾਜੀ ਕਿਹੜਾ ਕੇਸ ਲਾਣਾ ਤੁਸੀਂ? ਮਤਲਬ ਉਹੀ ਕੇਸ ਆ ਸਾਰਿਆਂ ਦੇ, ਅਸਾਈਲਮ ਦਾ ਹੁੰਦਾ ਜਾਂ ਫੈਮਿਲੀ ਵਾਲਾ ਹੁੰਦਾ, ਤੇ ਜਾਂ ਇਨਵੈਸਟਮੈਂਟ ਵਾਲਾ ਹੁੰਦਾ, ਤੇ ਜਾਂ ਫਿਰ ਪੜ੍ਹਾਈ ਲਿਖਾਈ ਵਾਲਾ ਹੁੰਦਾ, ਤੇ ਜਾਂ ਫਿਰ ਜੇ ਕ੍ਰਾਈਮ ਕਿਸੇ ਨਾਲ ਹੋਇਆ ਯੂਵੀਜ਼ ਵਾਲੇ ਜਿਹੜੇ ਹੈਗੇ ਸ਼ੋ ਕਰਦਾ ਪਿਆ। ਹਾਂਜੀ, ਮੈਂ ਕਿਹਾ ਜਿੱਦਾਂ 2014 ਦੇ ਵਿੱਚ ਟਰਮੀਨੇਟਡ ਸ਼ੋ ਕਰਦਾ ਪਿਆ ਕੇਸ, ਤੇ ਮੈਂ ਦੁਬਾਰਾ ਰੀਅਪਲਾਈ ਕਰ ਸਕਦਾ ਜਿੱਦਾਂ ਅਸਾਈਲਮ ਵਾਸਤੇ? ਰੀਅਪਲਾਈ ਭਾਜੀ 2014 ਉਹਨਾਂ ਨੇ ਤੁਹਾਨੂੰ ਇਹੀ ਕਹਿਣਾ ਕਿ ਭਾਈ ਇੰਨੀ ਦੇਰ ਕਾਹਦੀ ਵੇਟ ਕਰਦਾ ਸੀਗਾ, ਸਾਲ ਦੇ ਅੰਦਰ ਦੁਬਾਰਾ ਕੇਸ ਲਾਣਾ ਹੁੰਦਾ। ਤੇ ਤੁਹਾਡੇ ਹੁਣ 8 ਸਾਲ ਹੋ ਗਏ ਤੁਹਾਡਾ ਕੇਸ, ਤੇ ਹੁਣ ਕੇਸ ਵੀ ਤੁਹਾਡਾ ਕੋਈ ਮੁੱਦਾ ਕੋਈ ਨਵਾਂ ਤੇ ਹੈ ਨਹੀਂਗਾ ਹੁਣ, ਤੇ ਉਹੀ ਜਿਹੜੇ ਪੁਰਾਣੇ ਮੁੱਦੇ ਉਹਦੇ ਬੇਸ ਤੇ ਉਹਨਾਂ ਨੇ ਤੁਹਾਨੂੰ ਲੇਟ ਫਾਈਲਿੰਗ ਕਹਿਣੀ, ਲਾ ਸਕਦੇ ਆ ਤੁਸੀਂ, ਪਰ ਫਾਇਦਾ ਕੋਈ ਨਹੀਂ ਹੋਣਾ ਮੇਰੇ ਹਿਸਾਬ ਨਾਲ। ਵਰਕ ਪਰਮਿਟ ਹੀ ਮਿਲਣੇ ਤੁਹਾਨੂੰ ਜੀ। ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਗੌਰਵ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕਿਆ ਕੁਐਸਚਨ ਹੈ ਭਾਜੀ, ਮੇਰਾ ਕੇਸ ਸੈਨ ਫਰਾਂਸਿਸਕੋ ਹੈ, ਤੇ ਭਾਜੀ ਮੈਂ ਨਾ ਫ੍ਰੈਜ਼ਨੋ ਚ ਰਹਿਣਾ ਵਾ, ਤੇ ਭਾਜੀ ਮੈਂ ਨਾ ਫ੍ਰੈਜ਼ਨੋ ਦੇ ਵਿੱਚ ਹੀ ਐਡਰੈਸ ਚੇਂਜ ਕਰਾਉਣਾ ਚਾਹੁੰਦਾ, ਤੇ ਇਹਦਾ ਕੋਈ ਨੈਗੇਟਿਵ ਇਫੈਕਟ ਪਏਗਾ ਭਾਜੀ ਆਪਣਾ ਕੇਸ? ਨਹੀਂ ਭਾਜੀ, ਕੋਈ ਨੈਗੇਟਿਵ ਇਫੈਕਟ ਨਹੀਂ ਹੈਗਾ, ਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਐਕਚੁਅਲੀ ਐਡਰੈਸ ਚੇਂਜ ਕਰਾਉਣਾ, ਤੇ ਇਹਨੂੰ ਕਰਾਓ ਤੁਸੀਂ ਜ਼ਰੂਰ ਜੀ। ਤੇ ਭਾਜੀ ਮੈਂ ਆਲਰੇਡੀ 1-2 ਵਾਰੀ ਚੇਂਜ ਕਰਾ ਚੁੱਕਾ, ਕੋਈ ਚੱਕਰ ਤੇ ਨਹੀਂ ਉਸ ਚੀਜ਼ ਦਾ? ਨਹੀਂ, ਜਿੰਨੀ ਵਾਰੀ ਭਾਵੇਂ 100 ਵਾਰੀ ਮੂਵ ਹੋਏ ਤੁਸੀਂ 100 ਵਾਰੀ ਕਰਾਉਣਾ ਚੇਂਜ, ਕੋਈ ਚੱਕਰ ਨਹੀਂ ਹੈਗਾ। ਉਹਨਾਂ ਨੂੰ ਬਸ ਲੇਟੈਸਟ ਤੁਹਾਡਾ ਅਪਡੇਟਡ ਐਡਰੈਸ ਚਾਹੀਦਾ ਹੈ, ਤੁਸੀਂ ਉਹ ਹਮੇਸ਼ਾ ਰੱਖਣਾ ਹੈ, ਉਹ ਉਹਨਾਂ ਨੂੰ ਦੱਸ ਕੇ ਰੱਖਣਾ। ਠੀਕ ਹੈ ਜੀ। ਔਰ ਭਾਜੀ ਇੱਕ ਕੁਐਸਚਨ ਹੋ ਰਿਹਾ ਮੇਰਾ ਭਾਜੀ ਜੀ। ਭਾਜੀ ਤੁਹਾਨੂੰ ਇੱਕ ਬਹੁਤ ਜ਼ਿਆਦਾ ਕੁਐਸਚਨ ਆਉਂਦਾ ਭਾਜੀ ਕਿ ਹਨਾ ਸਾਰੇ ਜੱਜਾਂ ਦੀ ਰੇਟਿੰਗ ਪੁੱਛਦੇ ਨੇ, ਕਿੰਨੀ ਜੱਜਾਂ ਦੀ ਰੇਟਿੰਗ ਹੈ ਨਾ ਭਾਜੀ? ਹਾਂਜੀ ਭਾਜੀ, ਇੱਕ ਮੇਰੇ ਫਰੈਂਡ ਦਾ ਕੇਸ ਸੀਗਾ ਜੀ ਭਾਜੀ, ਉਹਦਾ ਨਿਊਯਾਰਕ ਕੇਸ ਸੀਗਾ, ਉਹਦੀ 90% ਰੇਟਿੰਗ ਸੀ ਜੱਜ ਦੀ ਭਾਜੀ, ਤੇ ਪਰ ਉਹਦਾ ਨਾ ਕੇਸ ਫਿਰ ਵੀ ਉਹਨਾਂ ਨੇ ਡਿਨਾਈ ਕਰਤਾ ਭਾਜੀ।
ਤੁਹਾਡੇ ਹਿਸਾਬ ਨਾਲ ਭਾਜੀ ਆਪਣਾ ਮੈਟਰ ਕਰਦੀ ਰੇਟਿੰਗ ਕਿ ਨਹੀਂ ਮੈਟਰ ਕਰਦੀ? ਭਾਜੀ ਰੇਟਿੰਗ ਆਫ ਕੋਰਸ ਰੇਟਿੰਗ ਮੈਟਰ ਕਰਦੀ ਆ। ਜੇ 90% ਵਾਲੇ ਬੰਦੇ ਦੇ ਮੂਹਰੇ ਕੇਸ ਬੰਦੇ ਦਾ ਡਿਨਾਈ ਹੋਇਆ ਤੇ ਫਿਰ ਪੁੱਛਣ ਵਾਲੀ ਗੱਲ ਆ ਕਿ ਗਲਤੀ ਕਿਹਦੀ ਸੀ, ਵਕੀਲ ਦੀ ਗਲਤੀ ਸੀਗੀ ਕਿ ਜਿਹੜਾ ਕਲਾਇੰਟ ਆ ਉਹਦੀ ਗਲਤੀ ਸੀਗੀ ਕਿ ਕੀ ਸੀਗਾ, ਹੈ ਨਾ। ਸੋ 90% ਵਾਲਾ ਤਾਂ ਰੇਟਿੰਗ ਮੈਟਰ ਕਰਦੀ, ਬਿਲਕੁਲ ਮੈਟਰ ਕਰਦੀ ਹੈ। ਖੁੱਲ੍ਹ ਦਿਲੀ ਦੇ ਨਾਲ ਉਹ ਪਾਸ ਕਰਦਾ ਆ, ਉੱਥੋਂ ਇਹ ਡੈਫੀਨੇਟਲੀ ਪਤਾ ਲੱਗਦਾ ਹੈ। ਕਈ ਵਾਰੀ ਦੇਖੀਦਾ ਕਿ ਬੜਾ ਵਧੀਆ ਬੰਦਾ, ਵੈਲ ਪ੍ਰੀਪੇਅਰਡ ਸੀਗਾ। ਸਾਡਾ ਇੱਕ ਕੇਸ ਸੀਗਾ ਸਿਐਟਲ ਦਾ, ਸਾਰਾ ਉਹਦਾ ਮਤਲਬ ਬਿਲਕੁਲ ਸਹੀ ਸੀਗਾ ਬੰਦਾ ਤੇ ਪੂਰੀ ਨੌਲੇਜ ਸੀਗੀ ਤੇ ਸਹੀ ਜਵਾਬ ਦਿੱਤੇ, ਤੇ ਰੀਲੋਕੇਸ਼ਨ ਦੇ ਜੱਜ ਦੀ 20% ਰੇਟਿੰਗ ਸੀਗੀ। ਉਹਨੇ ਬਸ ਰੀਲੋਕੇਸ਼ਨ ਦੇ ਮੁੱਦੇ ਤੇ ਆਪਣਾ ਗਰਾਰੀ ਸਾਰੀ ਗਲਤ ਤਰੀਕੇ ਨਾਲ, ਮਤਲਬ ਆਪਾਂ ਉਹਨਾਂ ਐਗਰੀ ਨਹੀਂ ਕਰਦੇ। ਤੇ ਆਹੀ ਕਈ ਵਾਰੀ ਬੰਦਾ ਦਾ ਕਲਾਇੰਟ ਬੜਾ ਵੀਕ ਹੁੰਦਾ ਤੇ ਵਕੀਲ ਆਪ ਕਹਿੰਦਾ ਹੁੰਦਾ ਯਾਰ ਇਹ ਪਤਾ ਨਹੀਂ ਕੀ ਕਹੂਗਾ ਕੀ ਨਹੀਂ ਕਹੂਗਾ, ਤੇ ਜੱਜ ਪੁੱਛਦੇ ਕੱਖ ਨਹੀਂ ਤੇ ਚੱਲ ਬਈ ਜਦੋਂ ਹੀ ਬਿਆਨ ਵੀ ਮੁੱਕੇ ਕਹਿੰਦਾ ਕੇਸ ਗਰਾਂਟਡ। ਸੋ ਡੈਫੀਨੇਟਲੀ ਜੱਜ ਦਾ ਜਿਹੜਾ ਰਵੱਈਆ ਉਹ ਬੜਾ ਮੈਟਰ ਕਰਦਾ। ਕਈ ਜੱਜ ਇੰਨੀ ਟੈਨਸ਼ਨ ਨਹੀਂ ਲੈਣਾ ਚਾਹੁੰਦੇ, ਪਾਸ ਕਰ ਦਿੰਦੇ ਨੇ, ਪਰ ਕਈ ਜੱਜ ਇੱਦਾਂ ਹੁੰਦੇ ਕਿ ਉਹਨਾਂ ਦੀ ਰੇਟਿੰਗ ਵਧੀਆ ਹੁੰਦੀ ਪਰ ਉਹ ਨੌਲੇਜੇਬਲ ਹੁੰਦੇ ਆ, ਉਹ ਪੁੱਛਦੇ ਆ ਸਵਾਲ ਜਵਾਬ ਸਾਰੇ, ਤੇ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਬੇਵਕੂਫ ਨਹੀਂ ਬਣਾ ਸਕਦੇ, ਰਾਈਟ। ਤੇ ਜਿਹੜੇ ਤੁਹਾਡੇ ਮਤਲਬ ਹੁਣ 90% ਵਾਲਾ ਉਹਦੇ ਵਿੱਚ ਇੱਦਾਂ ਕਿ ਤੁਹਾਡੇ ਜਿਹੜਾ ਬੰਦਾ ਦੀ ਵੀ ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੋਣੀ। ਜੀ ਜੀ। ਅਗਲੇ ਕਾਲਰ ਨੇ ਜੱਸੀ। ਹਾਂਜੀ, ਸਤਿ ਸ਼੍ਰੀ ਅਕਾਲ ਬੰਦਾ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਦੋ ਛੋਟੀ ਕੁਐਸਚਨ ਭਾਜੀ ਜੀ। ਇੱਕ ਮੈਂ ਨਾ ਰਿਫਿਊਜੀ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਤੇ ਉਹ ਮੈਂ ਪੁੱਛਣਾ ਸੀ, ਮੈਂ ਜਰਮਨ ਮੈਨੂੰ ਥੋੜੇ ਕੋਈ ਐਮਰਜੈਂਸੀ ਹੈ ਤੇ ਮੈਂ ਜਾਣਾ ਚਾਹੁੰਦਾ, ਤੇ ਉਹ ਮੈਂ ਐਮਰਜੈਂਸੀ ਅਪਲਾਈ ਕਰ ਸਕਦਾ ਕੋਈ ਕਿ ਜਾਂ ਉਹ ਟਾਈਮ ਦੇ ਨਾਲ ਹੀ ਆਉਂਦਾ ਹੈ ਟਰੈਵਲ ਡਾਕੂਮੈਂਟ ਰਿਫਿਊਜੀ? ਤੁਹਾਡਾ ਕੇਸ ਪਾਸ ਹੋ ਗਿਆ? ਹਾਂਜੀ ਹਾਂਜੀ, ਜੇ ਤੁਹਾਨੂੰ ਐਮਰਜੈਂਸੀ ਹੈ ਤੁਸੀਂ ਉਹਨੂੰ ਐਕਸਪੀਡਾਈਟ ਕਰਾ ਸਕਦੇ ਆ। ਐਮਰਜੈਂਸੀ ਕੀ ਹੈ ਤੁਹਾਡੀ? ਚਾਚਾ ਜੀ ਮੇਰੇ ਬਹੁਤ ਬਿਮਾਰ ਉੱਥੇ ਜਰਮਨ। ਟਰਾਈ ਕਰਕੇ ਦੇਖ ਲਓ ਐਕਸਪੀਡਾਈਟ ਕਰ ਵੀ ਸਕਦੇ ਆ। ਡਾਕੂਮੈਂਟ ਸਬਮਿਟ ਕਰਾ ਦਿਓ, ਨੁਕਸਾਨ ਕੋਈ ਨਹੀਂ, ਫੋਲੋ ਅਪ ਕਰ ਲਓ ਜੇ ਕਰਦੇ ਆ ਤਾਂ। ਨਿਊਯਾਰਕ ਪਾਸ ਹੋਇਆ ਤੇ ਮੈਨੂੰ ਆਲਮੋਸਟ ਸਾਲ ਹੋ ਜਾਣਾ, ਮੈਂ ਹੁਣ ਗ੍ਰੀਨ ਕਾਰਡ ਅਪਲਾਈ ਕਰਨਾ, ਤੇ ਮੈਂ ਮਿਚੀਗਨ ਚ ਕਰ ਸਕਦਾ ਕਿ ਜਾਂ ਮੈਨੂੰ ਨਿਊਯਾਰਕ ਚ ਰੱਖਣਾ ਪੈਣਾ? ਨਹੀਂ, ਜਿੱਥੇ ਰਹਿੰਦੇ ਉਹਦੇ ਹਿਸਾਬ ਨਾਲ ਅਪਲਾਈ ਕਰਨਾ, ਕੋਈ ਚੱਕਰ ਨਹੀਂ। ਉਹ ਕੋਈ ਚੱਕਰ ਨਹੀਂ, ਨਿਊਯਾਰਕ ਚ ਪਾਸ ਹੋਇਆ ਤੇ ਕੋਈ ਚੱਕਰ ਨਹੀਂ। ਕੋਈ ਚੱਕਰ ਨਹੀਂ, ਜਿੱਥੇ ਰਹਿੰਦੇ ਆ ਜੀ। ਆਜ਼ਾਦੀ ਹੈ ਜੀ ਇੱਥੇ ਮੂਵਮੈਂਟ ਦੀ ਇੰਨੀ ਕੁ ਅਮਰੀਕਾ ਦੇ ਵਿੱਚ। ਸੋ ਤੁਸੀਂ ਜਿੱਥੇ ਮਰਜ਼ੀ ਰੀਲੋਕੇਟ ਹੋ ਕੇ ਤੇ ਕਰ ਸਕਦੇ ਆ। ਮੁੱਦਾ ਇੰਡੀਆ 'ਚ ਬਣ ਜਾਂਦਾ ਆ ਅਸਾਈਲਮ ਦੇ ਵਿੱਚ ਰੀਲੋਕੇਸ਼ਨ ਦਾ। ਥੈਂਕ ਯੂ ਤਰਸੇਮ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੁਐਸਚਨ ਹੈ ਜੀ, ਮੈਂ 2015 ਚ ਮੈਂ ਸਿਟੀਜ਼ਨ ਤੇ ਆਪਣੀ ਸਿਸਟਰ ਦਾ ਅਪਲਾਈ ਕੀਤਾ ਸੀਗਾ, ਤੇ ਉਹਨਾਂ ਦੀ ਨਾ ਮੈਨੂੰ ਲੈਟਰ ਆਈ ਸੀ ਪਿਛਲੇ ਵੀਕ ਵੀ ਉਹਨਾਂ ਦਾ ਬਰਥ ਸਰਟੀਫਿਕੇਟ ਜਿਹੜਾ ਲੇਟ ਰਜਿਸਟਰਡ ਹੋਇਆ ਹੈਗਾ ਤੇ ਉਹ ਸੈਕੰਡਰੀ ਡਾਕੂਮੈਂਟ ਉਹਨਾਂ ਨੇ ਮੰਗੇ ਨੇ। ਹਾਂਜੀ। ਤੇ ਭਾਜੀ ਮੈਂ ਜਾਣੀ ਕਿ ਸਕੂਲ ਵਗੈਰਾ ਦੇ ਸਰਟੀਫਿਕੇਟ ਭੇਜਣੇ ਹੋਣਗੇ ਜਾਂ ਕੀ ਭੇਜਾਂ ਜੀ ਉਹਨਾਂ ਨੂੰ? ਭਾਜੀ ਤੁਹਾਨੂੰ ਜਿਹੜਾ ਲੇਟ ਰਜਿਸਟਰਡ ਹੈ ਨਾ, ਤੁਹਾਨੂੰ ਲੈਟਰ ਲੈਣੀ ਪੈਣੀ ਆ ਉੱਥੋਂ ਦੀ ਆਫਿਸ ਆਫ ਰਜਿਸਟਰ ਆਫ ਬਰਥ ਐਂਡ ਡੈਥ ਤੋਂ ਕਿ ਇਹਦਾ ਸਰਟੀਫਿਕੇਟ ਅਵੇਲੇਬਲ ਨਹੀਂ ਹੈਗਾ। ਜੋ ਵੀ ਰੀਜ਼ਨ ਉਹਨੇ ਦੇਣਾ ਕਿ ਸਾਡੇ ਰੈਕਡ 'ਚ ਅਵੇਲੇਬਲ ਨਹੀਂ ਹੈਗਾ ਤੇ ਲੇਟ ਰਜਿਸਟਰਡ ਹੀ ਆ, ਤੇ ਉਹਨਾਂ ਨੂੰ ਤੁਹਾਨੂੰ ਐਫੀਡੇਵਿਟ ਲਾਣੇ ਪੈਣੇ ਆ। ਜਿਹੜੇ ਲੋਕਾਂ ਨੇ ਉਤੋਂ ਵੱਡੇ ਸੀਗੇ, ਜਿਹਨਾਂ ਨੂੰ ਨੌਲੇਜ ਹੈ, ਹੈ ਨਾ, ਰਿਸ਼ਤੇਦਾਰ ਹੋ ਗਏ ਜਾਂ ਸੱਜਣ ਮਿੱਤਰ ਜਿਹਨਾਂ ਨੇ ਬਰਥ ਦੇਖਿਆ ਜਾਂ ਜਿਹਨੂੰ ਪਰਸਨਲ ਨੌਲੇਜ ਆ, ਤੇ ਉਹਦੇ ਨਾਲ ਤੁਹਾਨੂੰ ਲਾਣੇ ਪੈਣੇ ਆਹੀ ਜਿਹੜਾ ਸਕੂਲ ਵਾਲਾ ਸਰਟੀਫਿਕੇਟ ਹੈਗਾ, ਕਾਰਡ, ਪੈਨ ਕਾਰਡ, ਹੋਰ ਜਿਹੜੇ ਵੀ ਸਰਕਾਰੀ ਡਾਕੂਮੈਂਟ ਆ ਉਹ ਸਾਰੇ ਲਾਣੇ ਪੈਣੇ। ਸੋ 3 ਚੀਜ਼ਾਂ ਕਰਨੀਆਂ ਪੈਣੀਆਂ। ਠੀਕ ਹੈ ਜੀ। ਠੀਕ ਹੈ। ਇੱਕ ਲਾਸਟ ਭਾਜੀ ਮਾੜਾ ਜਿਹਾ, ਇੱਕ ਨਾ ਉਹਨਾਂ ਦੇ ਲਾਈਕ 2000 ਪਿਛਲੇ 3 ਮਹੀਨੇ ਪਹਿਲਾਂ ਵੀ ਬੇਬੀ ਹੋਇਆ, ਤੇ ਉਹ ਮੈਂ ਕਦੋਂ ਐਡ ਕਰਾ ਸਕਦਾ ਜੀ? ਕਿਹਨਾਂ ਦੀ ਗੱਲ ਤੁਸੀਂ ਫਾਈਲ ਕਿਹਦੇ ਲਈ ਕੀਤਾ ਵਾ? ਮੇਰੀ ਸਿਸਟਰ ਲਈ ਕੀਤਾ ਜੀ। ਜਦੋਂ ਤੁਹਾਡੀ ਸਿਸਟਰ ਦਾ ਨੰਬਰ ਆਊਗਾ ਔਰ ਤੁਸੀਂ ਹੁਣ ਵੀ ਐਡ ਕਰਾ ਸਕਦੇ ਆ। ਫਾਈਲ ਕਿਹੜੇ ਸਾਲ ਕੀਤਾ ਹੈਗਾ ਤੁਸੀਂ? ਮੈਂ 2015 ਚ ਕੀਤਾ ਸੀ। ਟਾਈਮ ਲੱਗਣਾ। ਜੇ ਤੁਸੀਂ USCIS ਨੂੰ ਲੈਟਰ ਲਿਖ ਦਿਓ ਇੱਕ, ਤੇ ਬੇਬੀ ਦਾ ਸਰਟੀਫਿਕੇਟ ਵਗੈਰਾ ਵਿੱਚ ਆਪਣਾ ਇਨਕਲੂਡ ਕਰ ਦਿਓ। ਠੀਕ ਹੈ ਜੀ, ਮਿਹਰਬਾਨੀ ਜੀ, ਥੈਂਕ ਯੂ। ਗੁਰਪ੍ਰੀਤ ਮੰਟੀਕਾ। ਹਾਂਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ। ਤੇ ਜੀ ਮੇਰਾ ਸਵਾਲ ਸੀ ਕਿ ਮੈਂ ਨਾ ਆਪਣਾ ਅਪਲਾਈ ਕੀਤਾ ਸੀ 2020 ਦੇ ਵਿੱਚ ਫੈਮਿਲੀ ਦਾ। ਅਟਰਨੀ ਟਰਕਿਆਨੀ, ਤੁਹਾਨੂੰ ਆਵਾਜ਼ ਕਲੀਅਰ ਸੁਣ ਰਹੀ? ਮੈਨੂੰ ਥੋੜੀ ਕਲੀਅਰ ਨਹੀਂ ਸੁਣ ਰਹੀ ਇਹਨਾਂ ਦੀ ਆਵਾਜ਼। ਮੈਨੂੰ ਆਵਾਜ਼ ਇਹਨਾਂ ਦੀ ਆਈ ਨਹੀਂ। ਦੁਬਾਰਾ ਭਾਜੀ ਇੱਕ ਵਾਰੀ ਪੁੱਛਿਓ ਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਜੀ, ਪੁੱਛਿਓ ਦੁਬਾਰਾ। ਹਾਂਜੀ ਵੀਰ ਜੀ, ਮੈਂ ਨਾ 2020 ਦੇ ਵਿੱਚ ਅਪਲਾਈ ਕੀਤਾ ਸੀ ਆਪਣੀ ਫੈਮਿਲੀ ਦਾ।
ਤੇ ਅਜੇ ਤੱਕ ਵੀਰ ਜੀ ਕੋਈ ਅਪਰੂਵਲ ਨਹੀਂ ਆਈ, ਤੇ ਜੇ ਆਪਾਂ ਦੁਬਾਰਾ ਉਹਨੂੰ ਮਤਲਬ ਆਪਾਂ ਕਰ ਸਕਦੇ ਆ, ਮਤਲਬ ਉਹਦੀ ਟਰਾਈ ਕੋਈ ਰਿਕੁਐਸਟ ਪਾ ਸਕਦੇ ਆ ਜਾਂ ਕਿੱਦਾਂ ਜੀ? 730 ਫਾਈਲ ਕੀਤਾ ਸੀਗਾ? ਹਾਂਜੀ। ਅੱਛਾ ਭਾਜੀ, ਉਹਦੇ 3 ਸਾਲ ਤੋਂ ਉੱਤੇ ਲੱਗ ਰਿਹਾ ਔਨ ਐਵਰੇਜ। ਤੁਸੀਂ ਉਹਦਾ ਨਾ ਰਸੀਟ ਨੋਟਿਸ ਜਿਹੜਾ ਹੈਗਾ ਉਹਨੂੰ ਲੈ ਕੇ ਤੇ ਕਸਟਮਰ ਸਰਵਿਸ ਉਹਨਾਂ ਦੇ ਕਾਲ ਕਰੋ ਤੇ ਉੱਥੇ ਆਪਣੀ ਇਨਕੁਆਇਰੀ ਪਲੇਸ ਕਰ ਦਿਓ, ਉਹਨਾਂ ਨੇ ਦੱਸ ਦੇਣਾ ਤੁਹਾਨੂੰ। ਠੀਕ ਹੈ ਜੀ, ਧੰਨਵਾਦ ਜੀ, ਮਿਹਰਬਾਨੀ, ਠੀਕ ਹੈ ਬ੍ਰਦਰ, ਸ਼ੁਕਰੀਆ ਜੀ। ਧੰਨਵਾਦ ਜੀ, ਧੰਨਵਾਦ। ਓਕੇ, ਸੁਖਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਾਈ ਜੀ, ਮੇਰਾ ਇੱਕ ਕੁਐਸਚਨ ਹੈ ਜੀ, 601A ਵੇਵਰ ਦੀ ਟਾਈਮਿੰਗ ਅੱਜ ਕੱਲ੍ਹ ਕੀ ਚੱਲ ਰਹੀ, ਪਤਾ ਇਸ ਬਾਰੇ ਕੁਛ? ਭਾਜੀ 2 ਤੋਂ 3 ਸਾਲ ਔਨ ਐਵਰੇਜ ਲੱਗ ਰਹੇ ਆ, ਤੇ ਆਨਲਾਈਨ ਪ੍ਰੋਸੈਸਿੰਗ ਭਾਵੇਂ ਘੱਟ ਵੀ ਦੱਸਦਾ, ਪਰ ਇੰਨਾ ਹੈ ਕਿ ਜਿਹੜੇ ਕੇਸ ਹੈਗੇ ਆ 2 ਤੋਂ 3 ਸਾਲ ਔਨ ਐਵਰੇਜ ਲੱਗ ਜਾਂਦੇ ਆ। ਧੰਨਵਾਦ ਜੀ, ਮਿਹਰਬਾਨੀ। ਕੁਝ ਆਨਲਾਈਨ ਸਵਾਲ ਨੇ, I-94 ਦੀ ਅਪਾਇੰਟਮੈਂਟ ਕਿਵੇਂ ਮਿਲਦੀ ਆ? ਇਨਫੋ ਪਾਸ ਅਪਾਇੰਟਮੈਂਟ ਲੈਣੀ ਪੈਂਦੀ ਹੈ, USCIS ਕਾਲ ਕਰਨਾ ਪੈਂਦਾ। ਠੀਕ ਹੈ। I-551 ਫਾਰਮ ਦੇ ਨਾਲ ਕੀ ਕੋਈ ਭਾਰਤ ਨੂੰ ਟਰੈਵਲ ਕਰ ਸਕਦਾ? ਇਹ ਕਿਹੜਾ ਨੰਬਰ ਸੁੱਟਦਾ ਇਹਨੇ, 1 ਮਿੰਟ। I-51 ਇਹ ਟੈਂਪਰੇਰੀ ਸਟੈਂਪ ਆ, ਹਾਂਜੀ ਟਰੈਵਲ ਕਰ ਸਕਦੇ ਆ, ਪਰ ਜਿਹੜੀ 에ਅਰਲਾਈਨ ਤੋਂ ਵਾਪਸ ਆਣਾ ਨਾ, ਤੁਸੀਂ ਜਿਹੜੀ ਸਟੈਂਪ ਨੂੰ ਉਹਨੂੰ ਪੁੱਛ ਲਿਓ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜਨਰਲੀ ਕੀ ਹੈਗਾ ਕਿ ਜਿਹੜੀ ਅਮਰੀਕਨ 에ਅਰਲਾਈਨਸ ਆ, US 에ਅਰਲਾਈਨਸ ਦਾ ਡਾਇਰੈਕਟ ਕਰੀਅਰ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਹੈ ਨਾ, ਸੋ ਇਹ ਪੁੱਛ ਲਿਓ। ਤੇ ਜੇ ਬਾਏ ਚਾਂਸ ਪ੍ਰੋਬਲਮ ਹੁੰਦੀ ਵੀ ਆ ਤੇ ਫਿਰ ਉਹੀ ਹੈ ਕਿ ਜੇ ਤੁਹਾਡੇ ਕੋਲ ਹੋਰ ਕੰਟਰੀ ਦਾ ਵੀਜ਼ਾ ਹੈਗਾ, ਮੈਕਸੀਕੋ, ਕੈਨੇਡਾ ਦਾ, ਤੇ ਉੱਥੇ ਆ ਕੇ ਵੀ ਬੰਦਾ ਬਾਰਡਰ ਰਾਹੀਂ ਆ ਸਕਦਾ। ਠੀਕ ਹੈ। ਸੋਸ਼ਲ ਸਿਕਿਉਰਿਟੀ ਕਿਸੇ ਦਾ ਕਹਿੰਦੇ ਲੂਜ਼ ਕਰ ਗਏ ਆ, ਕੀ ਅਸਾਈਲਮ ਦੇ ਕੇਸ ਤੇ ਉਸ ਤੇ ਕੋਈ ਅਸਰ? ਵੈਸੇ ਤਾਂ ਉਹ ਸੋਸ਼ਲ ਸਿਕਿਉਰਿਟੀ ਦੁਬਾਰਾ ਅਪਲਾਈ ਕਰ ਦੋ, ਮੈਨੂੰ ਲੱਗਦਾ ਨਵਾਂ ਕਾਰਡ ਦੁਬਾਰਾ ਦੇ ਦਿੰਦੇ ਆ। ਹਾਂਜੀ, ਅਸਾਈਲਮ ਨੂੰ ਤੇ ਕੋਈ ਫਰਕ ਨਹੀਂ ਪੈਂਦਾ, ਬਸ ਤੁਹਾਡਾ ਸੋਸ਼ਲ ਸਿਕਿਉਰਿਟੀ ਲੈ ਕੇ ਕੋਈ ਕ੍ਰਾਈਮ ਨਹੀਂ ਕਿਸੇ ਨੇ ਕੀਤਾ ਹੋਣਾ ਚਾਹੀਦਾ। ਹਾਂ, ਇਹ ਆ ਵੀ ਫਿਰ ਉਹਨੂੰ ਕਲੀਅਰ ਕਰਾਉਣ ਦੇ ਵਿੱਚ ਵਾਵਾ ਸਮਾਂ ਜਿਹੜਾ ਉਹ ਲੱਗ ਸਕਦਾ ਹੈ। ਉੱਥੇ ਫੈਮਿਲੀ ਦੇ ਜਿਹੜੇ ਸਪਾਊਸ ਵੀਜ਼ਾਸ ਆ ਉਹਦੀ ਨੂੰ ਲੈ ਕੇ ਕੋਈ ਅਪਡੇਟਸ ਕਿੱਦਾਂ ਦੀਆਂ ਹੈਗੀਆਂ ਨੇ? ਅਟਰਨੀ ਟਰਕਿਆਨਾ ਜੀ ਆ ਰਹੇ ਤੁਹਾਡੇ ਕਲਾਇੰਟਸ ਤੇ ਕੁਝ ਕੇਸਿਸ ਉੱਥੇ ਨੰਬਰ? ਕੇਸਿਸ ਸ਼ੁਰੂ ਹੋਏ ਆ, ਪਰ ਅਜੇ ਵੀ ਜ਼ਿਆਦਾਤਰ ਲੋਕੀ ਫਸੇ ਹੀ ਆ। ਕੋਈ ਖਾਸ ਉਹਨਾਂ ਨੇ ਇੰਨੀ ਸਪੀਡ ਨਾਲ ਕੋਈ ਢਿੱਲੇ ਜਿਹੀ ਹੈ, ਕੋਈ ਇੰਨਾ ਖਾਸ ਆਪਾਂ ਮੂਵਮੈਂਟ ਜਿਹੜੀ ਆ ਉਹ ਦੇਖੀ ਨਹੀਂ। ਤੇ ਜਿਹੜੇ ਦੱਸਦੇ ਵੀ ਆ, ਪਰ ਇਹ ਆ ਕਿ ਬਿਲਕੁਲ ਬੰਦ ਤਾਂ ਨਹੀਂ ਜਿੱਦਾਂ ਕੋਵਿਡ 'ਚ ਸੀਗਾ, ਪਰ ਜੇ ਅੱਗੇ ਇਹਨਾਂ ਦਾ ਵੇਰਵਾ ਦੇਣਾ ਤਾਂ ਜਿਹੜੇ ਭੈਣ ਭਰਾ ਵਾਲੇ ਆ ਸੈਪਟੈਂਬਰ 2005 ਦਾ ਕਹਿੰਦੇ ਆ, ਪਰ ਮਿਲ ਨਹੀਂ ਰਿਹਾ ਉਹਨਾਂ ਨੂੰ ਵੀਜ਼ਾ। ਸੈਪਟੈਂਬਰ 2005 'ਚ ਜਿਹਨਾਂ ਨੇ ਫਾਈਲ ਕੀਤੇ ਸੀਗੇ। ਉਦਾਂ ਅਮੂਮਨ ਅੱਜ ਕੱਲ੍ਹ ਸਪਾਊਸ ਕੇਸ ਦੇ ਲਈ ਕਿੰਨੇ ਕੁ ਵਕਤ ਲੱਗ ਰਿਹਾ? ਕੋਈ ਕਹਿ ਰਿਹਾ ਵੀ 1.5 ਸਾਲ ਹੋ ਗਿਆ, ਅਜੇ ਤੱਕ ਕੁਛ ਆਇਆ ਨਹੀਂ। ਜਿਹੜੇ ਗ੍ਰੀਨ ਕਾਰਡ ਵਾਲੇ ਸਪਾਊਸ ਸੀਗੇ ਉਹਨਾਂ ਨੂੰ 4 ਸਾਲ ਲੱਗ ਰਹੇ ਸੀ ਕੋਵਿਡ ਵਾਲੇ। ਠੀਕ ਹੈ। ਸਿਟੀਜ਼ਨ ਸੀਗੇ ਉਹ 2-2.5 ਸਾਲਾਂ ਦੀ ਜਿਹੜੀ ਸੀਗੀ ਐਵਰੇਜ ਟਾਈਮ ਇਹਨਾਂ ਦੀ ਸੀਗੀ। ਸੋ ਅਜੇ ਦੋਨਾਂ ਕੇਸਾਂ 'ਚ ਅਜੇ ਇੰਤਜ਼ਾਰ ਦੇ ਵਿੱਚ ਆ, ਜੇ ਤੁਸੀਂ 1.5 ਸਾਲ ਤੁਹਾਨੂੰ ਹੋਇਆ ਹੈ। ਹਾਂਜੀ। ਹਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ, ਸਤਿ ਸ਼੍ਰੀ ਅਕਾਲ ਭਾਈ। ਮੈਂ ਨਾ 2019 ਚ ਆਇਆ ਸੀ ਤੇ 2020 ਚ ਮੈਂ 7-11 ਤੇ ਕੰਮ ਕਰਦਾ ਸੀ। ਹਾਂਜੀ। ਤੇ ਭਾਈ ਉੱਥੇ ਨਾ ਰਾਤ ਨੂੰ ਇੱਕ ਹੋਮਲੈਸ ਹੀ ਆਇਆ ਤੇ ਉਹ ਕੁਛ ਚੋਰੀ ਕਰ ਰਿਹਾ ਸੀ ਤੇ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਾਂਜੀ। ਤੇ ਉਹਨੇ ਨਾ 911 ਤੇ ਕਾਲ ਕਰਕੇ ਪੁਲਿਸ ਸੱਦ ਲਈ ਤੇ ਐਂਬੂਲੈਂਸ ਸੱਦ ਲਈ। ਹਾਂਜੀ। ਤੇ ਉਹ ਜਿਹੜੇ ਫਾਇਰ ਵਾਲੇ ਉਹਨੂੰ ਚੈੱਕ ਚੁੱਕ ਕਰਕੇ ਛੱਡ ਗਏ ਸੀ, ਪਰ ਪੁਲਿਸ ਨੇ ਰਿਪੋਰਟ ਲਿਖਤੀ। ਹਾਂਜੀ। ਤੇ ਫਿਰ 2-3 ਮਹੀਨਿਆਂ ਬਾਅਦ ਮੈਨੂੰ ਸਿਟੀ ਅਟਰਨੀ ਨਾਲ ਨਾ ਮੇਰੀ ਹੀਅਰਿੰਗ ਪਈ ਜੀ। ਉਹਨਾਂ ਨੇ ਸਿਟੀ ਅਟਰਨੀ ਤੇ ਜਿਹੜਾ LA ਦਾ ਸੀ। ਠੀਕ ਹੈ। ਤੇ ਮੇਰੇ ਤੇ PC 242 ਬੈਟਰੀ ਦਾ ਚਾਰਜ ਲੱਗਾ ਸੀ। ਹਾਂਜੀ। ਤੇ ਪਰ ਜਦੋਂ ਸਾਰੀ ਗੱਲਬਾਤ ਹੋਈ ਮੇਰੀ ਉਹਨਾਂ ਨਾਲ ਹੀਅਰਿੰਗ ਹੋਈ, ਫਿਰ ਉਹਨਾਂ ਨੇ ਉਹ ਕਹਿੰਦੇ ਵੀ ਤੂੰ ਮੁੱਕੇ ਮਾਰੇ ਨੇ, ਤੂੰ ਉਹਦੇ ਚ ਲਹੂ ਆਇਆ ਉਹਦੇ ਮਾਊਥ ਚੋਂ। ਤੇ ਐਸਾ ਕੁਝ ਵੀ ਨਹੀਂ ਸੀ, ਉਹ ਵੀਡੀਓ ਵੀ ਵੇਖੀ ਉਹਨਾਂ ਨੇ। ਫਿਰ ਉਹਨਾਂ ਨੇ ਮੈਨੂੰ 15 ਐਂਕਰ ਮੈਨੇਜਮੈਂਟ ਦੀਆਂ ਕਲਾਸਾਂ ਲਵਾਈਆਂ ਜੀ ਉਹਨਾਂ ਨੇ। ਠੀਕ ਹੈ। ਤੇ ਇਹ ਮੈਂ ਪੁੱਛਣਾ ਸੀ, ਮੇਰੇ ਕੋਈ ਇਫੈਕਟ ਪੈ ਗਿਆ ਮੇਰੇ ਕੇਸ ਤੇ ਜਾਂ ਨਹੀਂ? ਇਮੀਗ੍ਰੇਸ਼ਨ ਦੇ ਉਹ ਪੈਂਡਿੰਗ ਮੇਰਾ ਕੇਸ? ਨਹੀਂ। ਤੇ ਦੱਸਣ ਦੀ ਲੋੜ ਹੈ ਮੇਰੀ ਫਾਈਲ 'ਚ ਜਾਂ ਮੇਰੇ ਰੈਕਡ ਤੇ ਹੋਊਗਾ? ਉਹ ਜਿਹੜਾ ਅਟਰਨੀ ਜਿਹੜਾ 7-11 ਵਾਲੇ ਅਟਰਨੀ ਕੀਤਾ ਸੀ, ਉਹ ਕਹਿੰਦਾ ਇਹ ਸਿਟੀ ਅਟਰਨੀ ਇਹ ਕੋਰਟ 'ਚ ਨਹੀਂ ਗਿਆ ਹੈਗਾ, ਇਹ ਤੇਰੇ ਰੈਕਡ ਤੇ ਨਹੀਂ ਸ਼ੋ ਹੋਣਾ। ਭਾਜੀ ਜਿਹੜਾ ਨਾ ਆਪਣੇ ਕ੍ਰਿਮੀਨਲ ਅਟਰਨੀ ਆ, ਉਹਦੇ ਡਾਕੂਮੈਂਟ ਸਾਰੇ ਲੈ ਕੇ, ਚਾਰਜਿੰਗ ਡਾਕੂਮੈਂਟ ਕੀ ਸੀਗੇ, ਕਿੱਦਾਂ ਸੀਗੇ, ਫਾਈਨਲ ਜਿਹੜੀ ਆਊਟਕਮ ਆ ਉਹ ਸਾਰੀ ਲਿਜਾ ਕੇ ਆਪਣੇ ਜਿਹੜਾ ਇਮੀਗ੍ਰੇਸ਼ਨ ਵਾਲਾ ਵਕੀਲ ਆ ਨਾ ਉਹਨੂੰ ਦਿਓ। ਠੀਕ ਹੈ ਭਾਜੀ। ਠੀਕ ਹੈ ਜੀ, ਉਹ ਡਿਸਾਈਡ ਕਰੂਗਾ। ਓਕੇ ਭਾਈ, ਓਕੇ ਜੀ। ਸੋ ਇਹ ਸਿੰਪਲ ਬੈਟਰੀ ਕਹਿੰਦੇ ਇਹਨੂੰ, PC 242 ਨੂੰ ਮਿਸਡਿਮੀਨਰ ਅਫੈਂਸ ਮੰਨਿਆ ਜਾਂਦਾ ਹੈ। ਇਹ ਕ੍ਰਾਈਮ ਆਫ ਵਾਇਲੈਂਸ ਨਹੀਂ ਹੈਗਾ।
ਤੇ ਹੁਣ ਦੇਖੋ ਏਦਾਂ ਕਿ ਕਈ ਮੁੱਦਿਆਂ ਦੇ ਵਿੱਚ ਤਾਂ ਆਪਾਂ ਲੀਨ ਕਰਦੇ ਹਾਂ ਲੈਫਟ ਡੈਮੋਕ੍ਰੈਟਸ ਵੱਲ, ਤੇ ਕਈ ਮੁੱਦਿਆਂ ਦੇ ਵਿੱਚ ਆਪਾਂ ਐਜ਼ ਅ ਬਿਜ਼ਨਸ ਓਨਰ ਲੀਨ ਕਰਦੇ ਹਾਂ ਰਾਈਟ ਰਿਪਬਲਿਕਨਾਂ ਵੱਲ। ਤੇ ਪਾਰਟੀਆਂ ਕੋਈ ਵੀ ਸਹੀ ਨਹੀਂ, ਬੰਦੇ ਵੀ ਨਾ ਰਾਈਟ ਵਿੰਗ ਵਾਲੇ ਬਿਲਕੁਲ ਗਲਤ ਆ, ਨਾ ਲੈਫਟ ਵਿੰਗ ਵਾਲੇ ਬਿਲਕੁਲ ਸਹੀ ਆ। ਆ ਜਿਹੜਾ ਇਹਨਾਂ ਦਾ ਕੈਲੀਫੋਰਨੀਆ ਦਾ ਚੱਲਦਾ ਕਿ ਇੱਥੇ ਵੀ ਸੈਨ ਫ੍ਰਾਂਸਿਸਕੋ ਵੀ ਬੜਾ ਬਿਜ਼ਨਸ ਹੀ ਬੰਦ ਕਰ ਗਏ ਉਹ ਡਾਊਨਟਾਊਨ 'ਚ। ਉਹਨਾਂ ਨੇ ਜਿੱਦਾਂ ਲਾਅ ਬਣਾਇਆ ਸੀਗਾ ਕਿ ਪਤਾ ਨਹੀਂ ਕਿੰਨੀ ਅਮਾਊਂਟ ਰੱਖੀ ਸੀਗੀ ਕਿ $950 ਤੱਕ ਕੋਈ ਚੋਰੀ ਵਾਲੇ ਨੂੰ ਕਹਿਣਾ ਹੀ ਕੁਛ ਨਹੀਂ, ਕਿਸੇ ਨੇ ਕੁਛ ਨਹੀਂ ਕਹਿਣਾ। ਤੇ ਬਾਈ ਤਾਂ ਚਲੋ ਆਪਣਾ ਕਰਤੱਵਯ ਨਿਭਾਉਂਦਿਆ ਸੀ ਤੇ ਫਸ ਗਿਆ ਇਹ ਕੈਲੀਫੋਰਨੀਆ ਦੇ ਜੰਗਲ ਦੇ ਵਿੱਚ ਕਿ ਤੂੰ ਰੋਕਿਆ ਕਿਉਂ। ਤੇ ਆਪਣੇ ਨਾ ਕਿਸੇ ਨੇ ਟਿਕਟੋਕ ਤੇ ਪਿਛਲੇ ਹਫਤੇ ਸਵਾਲ ਪੁੱਛਿਆ ਸੀਗਾ ਕਿ ਆਪਣਾ ਦੱਸਿਆ ਸੀਗਾ ਕਿ ਉਹਨੂੰ ਗੋਲੀ ਲੱਗ ਗਈ, ਕਿ ਕਹਿੰਦਾ ਬਾਈ ਯਾਰ ਆਪਣੇ ਨਾ ਮੈਸੇਜ ਦਿਓ ਆਡੀਅנס ਨੂੰ ਕਿ ਫालतू ਪੰਗਿਆਂ 'ਚ ਪੈਣ ਦੀ ਲੋੜ ਨਹੀਂ। ਸੋ ਇੱਥੇ ਵੀ ਮੈਸੇਜ ਆ ਕਿ ਯਾਰ ਤੁਹਾਨੂੰ ਸਟੋਰ ਦੇ ਉੱਤੇ ਕੰਮ ਕਰਨ ਦੇ ਪੈਸੇ ਦਿੰਦੇ ਆ, ਉਹ ਮਿਨੀਮਮ ਵੇਜ ਦਿੰਦੇ ਆ ਤੁਹਾਨੂੰ, ਉਹ ਸਿਕਿਉਰਿਟੀ ਦੇ ਪੈਸੇ ਨਹੀਂ ਦਿੰਦੇ। ਤੇ ਜਿਹੜੇ ਜਦੋਂ ਆਪਾਂ ਨਾ ਬਾਅਦ 'ਚ ਜਾਈਦਾ ਮਾਲਕ ਨੂੰ ਕਹਿੰਦਾ ਕਿ ਯਾਰ ਵੀਡੀਓ ਦੇ ਬੰਦੇ ਨੇ ਯੂ ਵੀਜ਼ਾ ਕਰਨਾ, ਮਾਲਕ ਨਜ਼ਰ ਨਹੀਂ ਆਉਂਦਾ, ਕੋਆਪਰੇਟ ਨਹੀਂ ਕਰਦੇ ਬੰਦੇ ਨਾਲ ਕਿ ਪਤਾ ਨਹੀਂ ਇਹ ਕੱਚਾ ਕੰਮ ਕਰਦਾ ਸੀਗਾ, ਮੈਨੂੰ ਨਾ ਕੁਛ ਹੋ ਜਾਵੇ। ਸੋ ਇਦਾਂ ਕਿ ਐਵੇਂ ਨਾ ਕਿਸੇ ਪਿੱਛੇ $14-15 'ਚ ਆਪਣੀ ਜਾਨ ਦੇਣ ਲਈ ਤੁਰਿਓ ਕਰੋ। ਆਪਣੀ ਤੁਹਾਡੀ ਜਾਨ ਕੀਮਤੀ ਹੈ, ਇਹਨਾਂ ਨੂੰ ਕੋਈ ਨਹੀਂ ਸ਼ੋਰ ਹੁੰਦੀਆਂ, ਕੋਈ ਲੈ ਵੀ ਗਿਆ ਬੀਅਰ ਬੂਅਰ ਕੋਈ ਫਰਕ ਨਹੀਂ ਪੈਂਦਾ। ਤੇ ਜੇ ਬਾਕੀ ਗੱਲ ਆ ਬਾਹਲੀ ਤਾਂ ਮਾਲਕ ਨੂੰ ਕਹੋ ਕਿ ਬਈ ਯਾਰ ਤੂੰ ਮੈਨੂੰ $100 ਦੇ ਦੇ ਆਵਰ ਤੇ ਆਪਣੇ ਸਿਕਿਉਰਿਟੀ ਦੇ, ਮੈਂ ਤੇਰੀ ਸਿਕਿਉਰਿਟੀ ਵੀ ਨਾਲ ਕਰ ਦਿੰਦਾ ਹੈ ਨਾ। ਸੋ ਫਾਲਤੂ ਦੇ ਵਿੱਚ ਹਥਿਆਰ ਇੱਥੇ ਲੈ ਕੇ ਘੁੰਮਦੇ ਸਦਾਈ ਬੰਦੇ ਬਥੇਰੇ ਆ, ਹੋਮਲੈਸ ਇਹ ਮੈਂਟਲੀ ਵੈਸੇ ਬਹੁਤ ਨੇ ਹੁਣ ਰੀਟੇਲ ਬਹੁਤ ਲੁੱਟਣ ਵਾਲੀ ਜਿਹੜੇ ਆਉਂਦੇ ਨੇ। ਹੁਣ ਤਾਂ ਚਾਕੂ ਮਾਰਨਾ, ਗੋਲੀ ਮਾਰਨੀ ਤਾਂ ਆਮ ਜੀ ਗੱਲ ਬਣੀ ਪਈ। ਕਿਸੇ ਨਾਲ ਬਹਿਸ ਬੂਸ ਪੈਣ ਦੀ ਲੋੜ ਨਹੀਂ, ਆਪਣਾ ਕੰਮ ਕਰੋ ਠੀਕ ਆ, ਜਿਹੜੇ ਕੰਮ ਕਰਨ ਆਏ ਆ ਤੇ ਆਪਣਾ ਦੇਖੋ ਪਹਿਲਾਂ ਠੀਕ ਆ। ਤੇ ਜਿਹੜੀ ਦੂਜੀ ਗੱਲ ਇਦਾਂ ਕਿ ਕਿਸੇ ਵੀ ਸਿਨੈਰੀਓ ਦੇ ਵਿੱਚ ਕਿਸੇ ਦੇ ਹੱਥ ਨਹੀਂ ਚੱਕਣਾ, ਕੋਈ ਵੀ ਸਿਨੈਰੀਓ ਜੇ ਹੈਗਾ। ਤੇ ਜਦੋਂ ਤੁਹਾਡੇ ਤੇ ਕੋਈ ਹੱਥ ਚੱਕਦੇ ਫਿਰ ਤਦ ਤੱਕ ਨਹੀਂ ਰੁਕਣਾ ਜਦ ਤੱਕ ਤੁਹਾਨੂੰ ਲੱਗਦਾ ਨਹੀਂ ਕਿ ਮੈਂ ਸੇਫ ਹੈਗਾ ਵਾ। ਤੇ ਜੇ ਫਿਰ ਪੁਲਿਸ ਆਊਗੀ ਕਿ ਕਿਉਂ ਕੁੱਟਦੀ ਸੀ, ਤੁਹਾਨੂੰ ਦੱਸੋ ਕਿ ਕੀ ਸਰਕਮਸਟੈਂਸ ਸੀਗੇ ਹਨਾ। ਆਪ ਨਹੀਂ ਕਦੀ ਪਹਿਲ ਕਰਨੀ। ਸੋ ਉੱਥੋਂ ਦੀ ਜਾਓ, ਦੌੜੋ, ਭੱਜੋ, ਜੋ ਮਰਜ਼ੀ ਕਰੋ, ਉੱਥੇ ਦਲੇਰ ਬਣਨ ਦੀ ਲੋੜ ਨਹੀਂ ਹੈਗੀ। ਆ ਬਾਈ ਨੇ ਹੁਣ ਕੁਛ ਸਹੀ ਨਹੀਂ ਕੀਤਾ, ਇਹਨੇ ਕੁਛ ਗਲਤ ਨਹੀਂ ਕੀਤਾ, ਇਹਨੇ ਜਾ ਕੇ ਆਪਣਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੇਖ ਲਓ ਇਹਦੇ ਤਰੀਕਾਂ 'ਚ ਪੈ ਗਿਆ, ਸਟ੍ਰੈਸ ਇਹਦਾ ਲੱਗਦਾ ਹੈ ਨਾ। ਵਕੀਲ ਨੂੰ ਐਂਗਰ ਮੈਨੇਜਮੈਂਟ ਕਲਾਸਾਂ ਲਾਉਣੀਆਂ ਪੈਣੀਆਂ, ਕੰਮ ਵੀ ਛੱਡਣਾ ਪੈਣਾ, ਕਈ ਕੁਛ ਜਿਹੜਾ ਉਹ ਕਰਨਾ ਪੈਂਦਾ ਨਾਲ ਹਨਾ ਜੀ। ਫਸ ਜਾਂਦਾ ਬੰਦਾ ਜੀ। ਹਰਪ੍ਰੀਤ, ਓਕੇ ਭਾਈ, ਥੈਂਕ ਯੂ ਵੀਰੇ। ਤੇ ਆਪਣੇ ਅਗਲੇ ਕਾਲਰ ਗੁਰਪ੍ਰੀਤ ਜਿਹੜੇ ਨੇ 929 ਏਰੀਆ ਕੋਡ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰੀ ਨਾ ਫਾਈਨਲ ਹੈ ਅਗਲੇ ਈਅਰ ਜੁਲਾਈ 'ਚ, ਤੇ ਪਰ ਮੇਰਾ ਵਰਕ ਪਰਮਿਟ ਐਕਸਪਾਇਰ ਹੋਣਾ ਅਗਸਤ 'ਚ। ਤੇ ਮੇਰਾ ਜਿਹੜਾ ਲਾਇਰ ਉਹ ਕਹਿੰਦਾ ਹੈ ਕਿ ਆਪਾਂ ਤਰੀਕ ਦੇ ਕੇ ਡਿਸੀਜਨ ਦੇ ਕੇ ਫਿਰ ਜੇ ਪਾਸ ਹੁੰਦਾ ਤੇ ਨਵੇਂ ਰੂਲਸ ਨਾਲ ਵਰਕ ਪਰਮਿਟ ਅਪਲਾਈ ਕਰਾਂਗੇ। ਤੁਹਾਡੇ ਹਿਸਾਬ ਨਾਲ ਮੈਨੂੰ ਪਹਿਲਾਂ ਕਰਨਾ ਚਾਹੀਦਾ ਕਿਉਂਕਿ ਕੇਸ ਦਾ ਤੇ ਆਪਾਂ ਨੂੰ ਪਤਾ ਹੈ ਨਹੀਂ ਸ਼ੋਰ ਕਿ ਪਾਸ ਹੋਣਾ ਜਾਂ ਨਹੀਂ ਹੋਣਾ। ਭਾਜੀ ਛੋਟੀ ਜੀ ਐਪਲੀਕੇਸ਼ਨ ਹੈ ਵਰਕ ਪਰਮਿਟ ਦੀ, $350 ਤੁਹਾਡੀ ਫੀਸ ਹੈ, ਇੰਨੀ ਕਾਹਦੀ ਟੈਨਸ਼ਨ ਲੈਣੇ, ਫਾਈਲ ਕਰੋ ਤੁਸੀਂ, ਕੀ ਫਰਕ ਪੈਂਦਾ। ਕਿਉਂਕਿ ਟਾਈਮ ਪੀਰੀਅਡ ਬਹੁਤ ਵੱਧ ਜਾਂਦਾ ਨਾ ਇਸ ਕਰਕੇ। ਤੇ ਹੁਣ ਜੇ ਆਪਾਂ ਕਰ ਦੋ, ਬਾਅਦ ਚ ਆ ਗਿਆ ਤੇ ਫਿਰ ਦੁਬਾਰਾ ਕੀ ਆ ਜੇ ਭਾਜੀ ਤੁਹਾਡੇ ਕੇਸ ਪਾਸ ਹੋ ਗਿਆ ਤੁਹਾਡੀ ਬੱਲੇ ਬੱਲੇ ਆ, ਨਹੀਂ ਪਾਸ ਹੋਇਆ ਤੁਹਾਡਾ BIA ਕੋ ਜਾਂਦਾ, ਪੈਂਡਿੰਗ ਕੈਟਾਗਰੀ ਤਾਂ ਸੇਮ ਹੀ ਆ, ਕੋਈ ਚੇਂਜ ਥੋੜਾ ਨਾ ਹੋਣੀ। ਨਵੇਂ ਰੂਲਸ ਕਾਹਦੇ, ਤੁਸੀਂ ਫਾਈਲ ਕਰੋ ਭਾਜੀ, ਕੋਈ ਚੱਕਰ ਨਹੀਂ, ਦੁਬਾਰਾ ਫੇਰ ਫਾਈਲ ਕਰ ਦਿਓ। ਇਮੀਗ੍ਰੇਸ਼ਨ ਦੇ ਮਾਮਲਿਆਂ 'ਚ ਥੋੜਾ ਨਾ ਹੁਣ ਪੈਸੇ ਦਾ 150 ਦਾ ਦੇਖਣਾ। ਹਾਂਜੀ ਠੀਕ ਹੈ ਜੀ। ਥੈਂਕ ਯੂ ਗੁਰਪ੍ਰੀਤ। ਨਵਦੀਪ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਨਾ ਕੇਸ ਲੱਗਾ ਸੀਗਾ ਨਿਊਯਾਰਕ, ਤੁਹਾਡੇ ਨਾਲ ਅੱਗੇ ਵੀ ਗੱਲ ਹੋਈ ਸੀਗੀ, ਜੱਜ ਦੀ ਰੇਟਿੰਗ ਬੜੀ ਘੱਟ ਸੀਗੀ ਤੇ ਰੀਲੋਕੇਸ਼ਨ ਦੇ ਮੁੱਦੇ ਤੇ ਜੱਜ ਨੇ ਕੇਸ ਕਲੀਅਰ ਕਰ ਦਿੱਤਾ ਸੀ ਭਾਜੀ। ਅੱਛਾ। ਤੇ ਹੁਣ ਅਪੀਲ ਲਾ ਦਿੱਤੀ ਹੈ ਉਸੇ ਵਕੀਲ ਨੇ, ਬਟ ਮੈਂ ਵਕੀਲ ਚੇਂਜ ਕਰਨਾ ਚਾਹੁੰਦਾ, ਤੁਸੀਂ ਮੇਰੀ ਹੈਲਪ ਕਰ ਸਕਦੇ ਜੇ ਮੈਂ ਤੁਹਾਨੂੰ ਕੇਸ ਅਪੀਲ ਮੇਰੀ ਲੜ ਸਕਦੇ ਤੁਸੀਂ ਏਦਾਂ? ਹਾਂਜੀ ਲੜ ਸਕਦੇ ਭਾਜੀ, ਸਾਡੇ ਆਫਿਸ ਨੂੰ ਕੰਟੈਕਟ ਕਰ ਲਓ। ਤੇ ਭਾਜੀ ਉਹਦੇ ਵਿੱਚ ਚਾਂਸ ਹੈਗੇ ਆ ਕੇਸ ਹੋਣ ਦੇ ਕਿ ਨਹੀਂ ਚਾਂਸ ਹੈਗੇ? ਨਿਊਯਾਰਕ ਦੇ ਵਿੱਚ ਭਾਜੀ ਮੈਨੂੰ ਹੁਣ ਪਤਾ ਨਹੀਂ ਰੀਲੋਕੇਸ਼ਨ ਦੀ ਪ੍ਰੈਜ਼ੈਂਟ ਕਿਹੜੇ ਹਿਸਾਬ ਨਾਲ ਕੀਤੀ ਤੁਸੀਂ, ਮੈਂ ਨਵਾਂ ਐਵੀਡੈਂਸ ਕੋਈ ਨਹੀਂ ਕਰ ਸਕਦਾ। ਹੁਣ ਜੇ ਅਪੀਲ ਹੈਗੀ ਤਾਂ ਜੋ ਤੁਹਾਡੇ ਵਕੀਲ ਨੇ ਜਮ੍ਹਾਂ ਕੀਤਾ, ਜੋ ਤੁਸੀਂ ਕਿਹਾ, ਜਿਹੜੇ ਮੁੱਦੇ ਛੇੜੇ ਤੁਹਾਡੇ ਵਕੀਲ ਨੇ, ਜਿਹੜੇ ਵਕੀਲ ਨੇ ਤੁਹਾਡੇ ਤੋਂ ਸਵਾਲ ਜੇ ਪੁੱਛੇ, ਉਹ ਜਿਹੜਾ ਮੇਰਾ ਉਹੀ ਸਮੱਗਰੀ ਆ, ਉਹ ਸਮੱਗਰੀ ਦੇ ਵਿੱਚ ਜੋ ਤਿਆਰ ਹੋਣਾ ਉਹ ਹੋ ਸਕਦਾ, ਉਸ ਤੋਂ ਅੱਗੇ ਪਿੱਛੇ ਕੁਛ ਨਹੀਂ ਹੋ ਸਕਦਾ। ਤੇ ਜੇ ਤੁਸੀਂ ਪਹਿਲਾਂ ਹਾਂਜੀ ਸੋ ਇਹਦਾ ਮਤਲਬ ਕਹਿਣ ਦਾ ਇਹ ਹੈ ਕਿ ਜੋ ਤੁਸੀਂ ਜਿਹੜਾ ਜਮ੍ਹਾਂ ਕਰਾਇਆ ਨਾ ਉਹਨੂੰ ਹੀ ਤੋੜ ਮਰੋੜ ਕੇ ਪ੍ਰੈਜ਼ੈਂਟ ਕਰਨਾ ਪੈਣਾ, ਨਵਾਂ ਇਹਦੇ ਵਿੱਚ ਕੁਛ ਨਹੀਂ ਹੋਣਾ। ਤੇ ਜੇ ਤਾਂ ਇੱਦਾਂ ਕਿ ਜੱਜ ਨੇ ਗਲਤੀ ਕੀਤੀ ਆ, ਲਾਅ ਸਹੀ ਤਰੀਕੇ ਨਾਲ ਨਹੀਂ ਕੀਤਾ, ਉਹੀ ਸਾਡੇ ਕੋਲ ਜਿਹੜੀ ਆਰਗੂਮੈਂਟ ਜੇ ਹੈਗੀ ਆ। ਪਰ ਜੇ ਤੁਸੀਂ ਜੋ ਵੀ ਪ੍ਰੈਜ਼ੈਂਟ ਕੀਤਾ ਸਾਰਾ ਉਹਦੇ ਬੇਸ ਤੇ ਜੱਜ ਨੇ ਮੈਥਡੋਲੋਜੀਕਲੀ ਤੁਹਾਡਾ ਜਿਹੜਾ ਕੇਸ ਆ ਸਹੀ ਤਰੀਕੇ ਨਾਲ ਡਿਨਾਈ ਕੀਤਾ ਤਾਂ ਫਿਰ ਤੁਹਾਡੀ ਅਪੀਲ ਜਿਹੜੀ ਜਿੱਤਣੀ ਔਖੀ ਆ। ਸੋ ਇਹ ਹੈ ਕਿ ਜਿਹੜਾ ਸਿੰਘ ਵਰਸਸ ਗਾਰਲੈਂਡ ਦਾ ਨਿਊਯਾਰਕ ਦੇ ਵਿੱਚ ਰਫੜ ਪਿਆ ਵਾ,
ਰੀਲੋਕੇਸ਼ਨ ਵਾਲਾ ਲੋਕੇਸ਼ਨ ਦਾ, ਤੇ ਉਹ ਰੀਲੋਕੇਸ਼ਨ ਨੂੰ ਹੋਰ ਤਰੀਕੇ ਨਾਲ ਡਿਫਾਈਨ ਕਰਦਾ ਉਹਨੂੰ। ਜੇ ਤੁਸੀਂ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਤੇ ਫਿਰ ਥੋੜਾ ਜਿਹਾ ਜਿਤਨਾ ਔਖਾ ਹੁੰਦਾ, ਪਰ ਇਹ ਹੈ ਕਿ ਜੋ ਵੀ ਟੈਕਨੀਕਲੀ ਜੋ ਸਾਡੇ ਕੋਲ ਹੋ ਸਕਦਾ, ਭਾਵੇਂ ਸਟਰੋਂਗ ਅਪੀਲ ਆ ਭਾਵੇਂ ਵੀਕ ਅਪੀਲ ਆ, ਵੀ ਵਿਲ ਟਰਾਈ ਟੂ ਹੈਲਪ ਯੂ ਆਊਟ। ਕੋਈ ਮੈਂ ਇੱਥੇ ਰੇਡੀਓ ਤੇ ਆ ਕੇ ਇਹ ਨਹੀਂ ਕਹਿ ਰਿਹਾ ਕਿ ਮੇਰੇ ਤੋਂ ਕੇਸ ਲੈ ਕੇ ਆਓ, ਮੈਂ ਸਾਰੇ ਜਿਤਾ ਕੇ ਦੇ ਦੇਣੇ ਆ। ਮੈਂ ਸਿੰਪਲੀ ਇਹ ਕਹਿ ਰਿਹਾ ਕਿ ਬਈ ਇੱਕ ਸਾਨੂੰ ਟੈਕਨੀਕਲ ਨੌਲੇਜ ਆ, ਉਹਨੂੰ ਜੋ ਤੁਹਾਡੇ ਫੈਕਟ ਆ ਉਹਦੇ ਬੇਸ ਤੇ ਆਪਾਂ ਟੈਕਨੀਕਲ ਨੌਲੇਜ ਅਪਲਾਈ ਕਰਕੇ ਤੁਹਾਡੇ ਕੇਸ ਨੂੰ ਇੱਕ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰ ਸਕਦੇ ਹਾਂ। ਬਾਕੀ ਹੁਣ ਅੱਗੋਂ ਜੱਜ ਕਿੱਦਾਂ ਦਾ, ਐਪੀਲੇਟ ਕੋਰਟ ਕਿੱਦਾਂ ਦਾ, ਸਰਕਟ ਕੋਰਟ ਕਿੱਦਾਂ ਦਾ, ਇਹ ਤੁਹਾਡੀ ਕਿਸਮਤ ਜੀ। ਥੈਂਕ ਯੂ ਨਵਦੀਪ ਜੀ, ਮਿਹਰਬਾਨੀ। ਕੀ ਅਜਿਹੇ ਮਾਮਲਿਆਂ ਦੇ ਵਿੱਚ ਕੀ ਬੰਦਾ ਜੇ ਰੀਲੋਕੇਟ ਕਰਕੇ ਹੋਰ ਪਾਸੇ, ਜਿੱਥੇ ਰੀਲੋਕੇਸ਼ਨ ਵਾਲਾ ਜਿਹੜਾ ਮੁੱਦਾ ਆ ਉਹ ਹੋਰ ਪਾਸੇ, ਹੋਰ ਸਰਕਟ ਕੋਰਟ ਵਾਲੇ ਪਾਸੇ ਵੀ ਜਾ ਕੇ ਕਰ ਸਕਦਾ ਆ, ਕਿ ਇਹਨਾਂ ਨੂੰ ਹੁਣ ਉੱਥੇ ਨਿਊਯਾਰਕ ਦੇ ਵਿੱਚ ਹੀ ਉੱਥੇ ਹੀ ਲੜਨਾ ਪੈਣਾ? ਇੱਕ ਵਾਰੀ ਜੱਜ ਨੇ ਫੈਸਲਾ ਕਰਤਾ, ਉਹੀ ਸਰਕਟ ਤੈਅ ਹੁੰਦਾ, ਫਿਰ ਦੁਬਾਰਾ ਨਹੀਂ ਬੰਦਾ। ਉਸ ਤੋਂ ਬਾਅਦ ਚ ਨਹੀਂ, ਇਹ ਨਹੀਂ ਸਰਕਟ ਨਹੀਂ ਚੇਂਜ ਹੋ ਸਕਦਾ। ਹਾਂਜੀ, ਸੋ 9th ਸਰਕਟ ਫੇਵਰੇਬਲ ਹੈ, ਇਹ ਯਾਦ ਰੱਖਿਓ। ਸਿੰਘ ਵਰਸਸ ਵਿਟਿਕਾ, ਜਿਹੜਾ 9th ਸਰਕਟ ਦਾ ਸਿੰਘ ਵਰਸਸ ਗਾਰਲੈਂਡ ਆ, ਫੇਵਰੇਬਲ ਆ। ਜਿਹੜਾ ਨਿਊਯਾਰਕ ਦਾ ਸਿੰਘ ਵਰਸਸ ਗਾਰਲੈਂਡ ਆ, ਉਹ ਅਨਫੇਵਰੇਬਲ ਆ। ਉਹਦੇ ਵਿੱਚ ਉਹਨਾਂ ਨੇ ਬੇਸਿਕਲੀ ਉਹਨਾਂ ਦੀ ਰੂਲਿੰਗ ਇਹ ਹੈ ਕਿ ਜਿਹੜੇ ਪਾਰਟੀ ਦੇ ਵਰਕਰ ਤੁਹਾਨੂੰ ਤੰਗ ਕਰਦੇ ਆ, ਉਹ ਪ੍ਰਾਈਵੇਟ ਐਕਟਰ ਹੈਗੇ ਆ। ਕਿਉਂਕਿ ਉਹ ਪ੍ਰਾਈਵੇਟ ਐਕਟਰ ਆ ਤਾਂ ਜਿਹੜੀ ਫਿਰ ਬਰਡਨ ਆਫ ਪ੍ਰੂਫ ਹੈਗਾ ਉਹ ਤੁਹਾਡੇ ਉੱਤੇ ਆ, ਤੇ ਇਹ ਚੀਜ਼ ਹੈ ਜੀ। ਥੈਂਕ ਯੂ। ਅਗਲੇ ਕਾਲਰ ਨੇ ਮਨਜੀਤ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਆਪਣੇ ਬ੍ਰਦਰ ਦਾ 2012 ਚ ਅਪਲਾਈ ਕੀਤਾ ਸੀ, ਹੈ ਨਾ, ਤੇ ਹੁਣ 2 ਮਹੀਨੇ ਪਹਿਲਾਂ ਮੈਨੂੰ ਅਪਰੂਵਲ ਲੈਟਰ ਆਈ ਆ, ਹਜੇ ਉਹਦਾ ਕੇਸ ਪ੍ਰੂਵ ਹੋਇਆ। ਪਰ ਕੱਲ ਪਰਸੋਂ ਮੈਨੂੰ ਇੱਕ ਹੋਰ ਲੈਟਰ ਆਈ ਆ, ਉਹ ਕਹਿੰਦੇ ਕਿ ਤੁਹਾਡਾ ਕੇਸ NBC ਕੋ ਚਲ ਗਿਆ ਤੇ ਤੁਸੀਂ ਆਨਲਾਈਨ ਤੇ ਅਕਾਊਂਟ ਬਣਾਓ। ਇਫ ਯੂ ਡੂ ਨਾਟ ਲੌਗ ਇਨ ਇਜ CEAC regarding to immigration visa case of 1 year, you are by law department of terminate application ਹੋ ਜਾਣੀ। ਹਾਂਜੀ, ਇਹ ਨਾ ਤੁਸੀਂ ਅਕਾਊਂਟ ਬਣਾ ਲਓ। ਅਜੇ ਇਹਦਾ ਨੰਬਰ ਤਾਂ ਨਹੀਂ ਤੁਹਾਡੇ ਭਰਾ ਦਾ ਨਾ, 2005 ਤੇ ਉਦਾਂ ਉਹ ਆ, ਤੇ ਅਕਾਊਂਟ ਬਣਾ ਲਓ। ਤੁਹਾਨੂੰ ਲੈਟਰ ਥੋੜੀ ਪਹਿਲੀ ਭੇਜਤੀ ਹੈ, ਤਾਂ ਨਾਰਮਲ ਉਹਨਾਂ ਦੀ ਲੈਟਰ ਹੈ, ਤਾਂ ਕੇਸ ਅਜੇ ਖੁੱਲਣਾ ਵੀ ਨਹੀਂ ਤੁਹਾਡਾ। ਪਰ ਇਹ ਹੈ ਤੁਸੀਂ ਅਕਾਊਂਟ ਬਣਾ ਲਓ, ਉਹਨੇ ਤੁਹਾਨੂੰ ਆਪਸ਼ਨ ਨਹੀਂ ਦੇਣੀ ਫੀਸ ਫੂਸ ਪੇ ਕਰਨ ਦੀ। ਤੇ ਸਾਲ 'ਚ ਇੱਕ ਅੱਧੀ ਵਾਰੀ ਲੌਗ ਇਨ ਕਰਕੇ ਦੇਖ ਲਓ ਜੇ ਉਹਨਾਂ ਨੇ ਹਦਾਇਤ ਦਿੱਤੀ ਹੈ। ਪਰ ਇੱਦਾਂ ਕਿ ਅਜੇ ਤੁਹਾਡਾ 2005 ਦੇ ਚੱਲਦੇ ਆ, ਤੁਹਾਨੂੰ ਕਾਫੀ ਟਾਈਮ ਲੱਗਣਾ ਇਹਦੇ ਵਿੱਚ। ਠੀਕ ਹੈ ਜੀ, ਥੈਂਕ ਯੂ। ਅਗਲੇ ਕਾਲਰ ਸਾਗਰਦੀਪ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਮੈਂ ਪੁੱਛਣਾ ਹੈ ਟਰੈਵਲ ਡਾਕੂਮੈਂਟ ਬਾਰੇ। 4 ਮਹੀਨੇ ਹੋਏ ਨੇ ਅਪਲਾਈ ਕੀਤੇ ਨੂੰ, ਤੇ ਕਿੰਨਾ ਕੁ ਟਾਈਮ ਲੱਗਣ ਦਾ ਪ੍ਰੋਸੈਸਿੰਗ ਨੂੰ? 10 ਤੋਂ 11 ਮਹੀਨੇ ਭਾਜੀ। ਓਕੇ, ਤੇ ਭਾਈ ਜਿੱਦਾਂ ਕੋਈ ਹੈ ਨਹੀਂ ਕਿ ਜਲਦੀ ਆ ਜਾਏ? ਜਲਦੀ ਤਾਂ ਭਾਜੀ ਸਾਰਿਆਂ ਨੂੰ ਹੀ ਚਾਹੀਦੀ ਜਲਦੀ, ਪਰ ਹੈ ਨਹੀਂ ਕੋਈ ਆਪਸ਼ਨ ਨਾ। ਜਿਹਨੂੰ ਐਮਰਜੈਂਸੀ ਕੋਈ ਹੈਗੀ ਉਹਦਾ ਮੇਬੀ ਉਹ ਕਰ ਦੇਣ, ਪਰ ਅਦਰਵਾਈਜ਼ ਨਹੀਂ। ਠੀਕ ਹੈ ਜੀ, ਥੈਂਕ ਯੂ ਜੀ। ਬਲਵਿੰਦਰ ਨੂੰ ਪੁੱਛਦੇ ਨੇ, ਕਹਿੰਦੇ ਵੀ ਮੋਸ਼ਨੈਨਨ ਵੈਲੀ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਪੈਂਸਿਲਵੇਨੀਆ ਦੇ ਵਿੱਚ ਉਹਨਾਂ ਦਾ ਕੋਈ ਰਿਲੇਟਿਵ ਆ, ਮੈਕਸੀਕੋ ਤੋਂ USA ਦੇ ਵਿੱਚ ਉਹ ਐਂਟਰ ਕੀਤੇ ਆ ਫੈਮਿਲੀ ਦੇ ਨਾਲ, 2 ਨਿਆਣੇ ਤੇ ਨਾਲ ਵਾਈਫ ਵੀ ਆ, ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ, ਪਰ ਉਹ ਅਜੇ ਵੀ ਕੈਂਪ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਕੀ ਕਰ ਸਕਦੇ ਨੇ? ਉੱਥੇ ਲੋਕਲ ਵਕੀਲ ਫੜੋ ਤੇ ਉਹ ਫਿਰ ਕੈਂਪ ਜਾ ਕੇ ਵਿਜ਼ਿਟ ਕਰਕੇ ਆਊਗਾ ਤੇ ਉਹ ਕਢਾਊਗਾ। ਠੀਕ ਹੈ। ਸੋ ਜੇ ਬਾਕੀ ਪਰਿਵਾਰ ਨੂੰ ਛੱਡਿਆ ਤੇ ਇਹਨਾਂ ਦਾ ਵੀ ਛੁੱਟ ਜਾਣਾ ਬਣਦਾ ਆ ਨਾਲ ਦੇ ਨਾਲ। ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਵੰਬਰ 25 ਨੂੰ ਆਇਆ, 5-6 ਦਿਨ ਪਹਿਲਾਂ ਜੀ। ਜਨ ਭਾਜੀ ਮੈਂ ਕੇਸ ਅਪਲਾਈ ਕਰਨ ਬਾਰੇ ਪੁੱਛਣਾ ਸੀ। ਮੈਨੂੰ ਕਿਸੇ ਫਰੈਂਡ ਨੇ ਰੈਫਰ ਕੀਤਾ ਸੀ ਤੁਹਾਡੇ ਬਾਰੇ। ਮੈਂ ਉਹ ਤੁਹਾਡੀ ਕੋਈ ਲਿੰਕ ਸੀ, ਮੈਂ ਉਹਦੇ ਉੱਪਰ ਜਾ ਕੇ ਆਪਣਾ ਬਸ A ਨੰਬਰ ਦੈਨ ਜਿੱਥੇ ਮੈਂ ਰਹਿ ਰਿਹਾ ਉਹ ਪਾਇਆ ਬਸ। ਹੋਰ ਉੱਪਰ ਕਿਉਂਕਿ ਉਹ ਮੇਰੇ ਕੋਲ ਪ੍ਰੂਫ ਆਫ ਪੇਮੈਂਟ ਮੰਗ ਰਹੇ ਆ, ਕੁਛ ਰਿਲੀਜਨ ਪ੍ਰੂਫ ਮੰਗ ਰਹੇ, ਮੇਰੇ ਕੋਲ ਕੁਛ ਵੀ ਨਹੀਂ ਹੈਗਾ। ਦੈਨ ਮੈਂ ਜਸਟ ਉਹ ਬਸ ਆਪਣਾ A ਨੰਬਰ ਪਾ ਕੇ, ਆਪਣਾ ਫੋਨ ਨੰਬਰ ਪਾ ਕੇ, ਈਮੇਲ ਪਾਈ ਹੈ ਬਸ, ਦੈਨ ਪੇਪਰ ਸਬਮਿਟ ਕੀਤਾ ਸੀ। ਭਾਜੀ ਤੁਸੀਂ ਸਾਡੇ ਆਫਿਸ ਨੂੰ ਹੀ ਕੰਟੈਕਟ ਕੀਤਾ ਨਾ, 4159090503 ਹੈ ਨਾ? ਹਾਂਜੀ ਹਾਂਜੀ ਭਾਜੀ। ਭਾਜੀ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਕਾਲ ਕਰੋ, ਉਹਨੂੰ ਕਹੋ ਮੈਨੂੰ ਸਮਝ ਨਹੀਂ ਲੱਗ ਰਿਹਾ, ਮੇਰੀ ਹੈਲਪ ਕਰ ਦਿਓ ਥੋੜੀ, ਉਹ ਹੈਲਪ ਕਰ ਦੋਗੇ ਤੁਹਾਡੀ। ਭਾਜੀ ਮੈਂ ਕਾਲ ਕੀਤੀ ਸੀ, ਕਾਲ ਕਿਸੇ ਨੇ ਚੈੱਕ ਹੀ ਨਹੀਂ, ਮੈਨੂੰ ਕਿਸੇ ਲਿੰਕ ਭੇਜਿਆ ਉਹਨਾਂ ਨੇ, ਕਹਿੰਦੇ ਤੁਸੀਂ ਲਿੰਕ ਦੇ ਆਪਣੀ ਦੂਜਾ ਬਣਾ ਕੇ ਜਿੱਦਾਂ ਪ੍ਰੋਫਾਈਲ ਹੁੰਦੀ ਤੁਹਾਡੇ A ਨੰਬਰ ਭੇਜੋ, ਆਪਣਾ ਨੇਮ ਭੇਜੋ, ਡੇਟ ਆਫ ਬਰਥ ਐਂਡ ਫੋਨ ਨੰਬਰ। ਤੁਹਾਨੂੰ ਉਹ ਜਿਹੜਾ ਲਿੰਕ ਸੀਗਾ ਮੈਸੇਜ ਰਾਹੀਂ ਆਇਆ ਸੀਗਾ ਕਿ ਈਮੇਲ ਰਾਹੀਂ ਆਇਆ ਸੀਗਾ? ਮੈਸੇਜ ਰਾਹੀਂ ਭਾਜੀ। ਉਹ ਮੈਸੇਜ ਤੇ ਨਾ ਰਿਪਲਾਈ ਕਰ ਦਿਓ ਕਿ ਮੈਨੂੰ ਹੈਲਪ ਚਾਹੀਦੀ ਆ, ਤੇ 2 ਦਿਨ ਦਿਓ, ਤੁਹਾਨੂੰ ਮੰਡੇ ਟਿਊਜ਼ਡੇ ਵੈਨਸਡੇ ਤੱਕ ਤੁਹਾਨੂੰ ਕਾਲ ਕਰ ਲਓਗੇ। ਉੱਤੇ ਲਿਖ ਦਿਓ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕਿੱਦਾਂ ਭਰਨਾ ਇਹ।
ਠੀਕ ਹੈ ਭਾਜੀ। ਠੀਕ ਹੈ ਜੀ। ਭਾਜੀ ਆਪਣਾ ਫਿਜ਼ੀਕਲ ਆਫਿਸ ਹੈਗਾ ਆਪਣਾ ਇੱਥੇ ਕੈਲੀਫੋਰਨੀਆ, ਜੇ ਆਪਾਂ ਵਿਜ਼ਿਟ ਕਰਨਾ ਹੋਵੇ ਤਾਂ? ਵਿਜ਼ਿਟ ਤੁਸੀਂ ਭਾਜੀ ਤੁਹਾਨੂੰ ਲਿੰਕ ਹੀ ਉਹ ਭਰਨਾ ਪੈਣਾ ਇਨਟੇਕ ਕਰਨ ਲਈ, ਬੜਾ ਸੌਖਾ ਜਿਹਾ ਲਿੰਕ ਆ, ਉਹ ਇਨਫੋਰਮੇਸ਼ਨ ਹੀ ਮੰਗੀ ਆ ਉਹਨਾਂ ਨੇ, ਤੇ ਉਸ ਤੋਂ ਬਾਅਦ ਆਪਣਾ ਪ੍ਰੋਸੈਸ ਸ਼ੁਰੂ ਹੋ ਜਾਂਦਾ। ਉਹ ਇੰਨਾ ਕੋਈ ਔਖਾ ਕੰਮ ਨਹੀਂ, ਪਰ ਜੇ ਤੁਹਾਨੂੰ ਨਹੀਂ ਸਮਝ ਲੱਗ ਰਹੀ ਤੁਸੀਂ ਉੱਥੇ ਮੈਸੇਜ ਨੂੰ ਰਿਪਲਾਈ ਕਰੋ ਤੇ ਉਹ ਕਾਲ ਕਰ ਲਓਗੇ ਤੁਹਾਨੂੰ। ਜੀ ਫਿਜ਼ੀਕਲ ਆਫਿਸ ਤਾਂ ਹੈਗਾ ਆ, ਪਰ ਇਦਾਂ ਵੀ ਕਿਉਂਕਿ ਆਪ ਅਟਰਨੀ ਹੁਣੀ ਜਿਹੜੇ ਆ ਆਫਿਸ ਸਾਡੇ ਤੁਸੀਂ ਆ ਸਕਦੇ ਆ, ਸਟਾਫ ਹੈਲਪ ਕਰ ਦੂਗਾ। ਮਤਲਬ ਕਿ ਮੈਂ ਤੁਹਾਡਾ ਉਹ ਫਾਰਮ ਭਰਨ 'ਚ ਨਹੀਂ ਮੈਂ ਤੁਹਾਡੀ ਹੈਲਪ ਕਰ ਸਕਦਾ ਪਰਸਨਲੀ, ਪਰ ਹਾਂਜੀ ਆਫਿਸ ਵਿਜ਼ਿਟ ਕਰ ਸਕਦੇ ਹੋ ਤੁਸੀਂ ਐਨੀ ਟਾਈਮ। ਤੇ ਹਾਂਜੀ, ਤੇ ਜੇ ਆਫਿਸ ਕਰਨਾ ਤੇ ਇਹਨਾਂ ਦਾ ਟੇਰਕੀਆਨਾ ਸਰਚ ਕਰ ਲਿਓ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਤੁਸੀਂ ਕਰ ਲਿਓ, ਤੇ ਸੈਨ ਹੋਜ਼ੇ ਦੇ ਵਿੱਚ ਇਹਨਾਂ ਦਾ ਆਫਿਸ ਹੈ। ਤੇ ਇਹ ਦੱਸਦੀ ਹੈ ਕਿ ਦਸੰਬਰ ਆਪਣਾ ਜਨਵਰੀ ਦੇ ਵਿੱਚ ਆਪਣਾ ਆਫਿਸ ਵੀ ਚੇਂਜ ਹੋ ਜਾਣਾ ਹੈ ਨਾ, ਜਨਵਰੀ ਦਾ ਉਹਨਾਂ ਨੇ ਮੈਨੂੰ ਟਾਈਮ ਦਿੱਤਾ, ਸੋ ਜਨਵਰੀ 'ਚ ਨਵਾਂ ਐਡਰੈਸ ਆਪਣਾ ਆ ਜਾਣਾ। ਠੀਕ ਹੈ, ਸੋ ਲੋਕੇਸ਼ਨ ਚੇਂਜ ਹੋ ਜਾਊਗੀ, ਪਰ ਰਹਿਣਾ ਸੈਨ ਹੋਜ਼ੇ 'ਚ ਹੀ ਹੈ। ਹਾਂਜੀ ਰਹਿਣਾ ਸੈਨ ਹੋਜ਼ੇ। ਠੀਕ ਹੈ ਜੀ। ਅਮਨਦੀਪ ਜੀ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ, ਮੈਂ ਪੁੱਛਣਾ ਸੀਗਾ ਜੀ, ਮੈਂ ਟੂਰਿਸਟ ਆਇਆ ਸੀਗਾ 2016 ਦੇ ਵਿੱਚ, ਤੇ ਮੈਂ ਕੇਸ ਲਾਇਆ ਸੀ 2009 ਚ 17 ਚ ਲਾਇਆ ਸੀਗਾ, ਤੇ ਮੇਰਾ ਹਜੇ ਅਸਾਈਲਮ ਆਫਿਸ ਦਾ ਕੋਈ ਡੇਟ ਨਹੀਂ ਆਈ ਜੀ। ਠੀਕ ਹੈ, ਉਹਦੀ ਭਾਜੀ ਤਰੀਕਾ ਪੈ ਨਹੀਂ ਰਹੀਆਂ, ਉਹਦੇ ਇਦਾਂ ਹੀ ਆ, 9-10 ਸਾਲ ਆਮ ਗੱਲ ਆ ਉੱਥੇ ਅਸਾਈਲਮ ਆਫਿਸ 'ਚ। ਉਹ ਠੀਕ ਆ ਭਾਜੀ ਮੈਂ ਉਸ ਤੋਂ ਬਾਅਦ ਕੋਈ ਵਕੀਲ ਨਹੀਂ ਕੀਤਾ, ਤੇ ਮੇਰੇ 2 ਬੱਚੇ ਆ ਸਿਟੀਜ਼ਨ ਆ ਜੀ, ਤੇ ਜੇ ਮੈਂ ਕਿਹਾ ਕੋਈ ਫਾਇਦਾ ਹੋ ਸਕਦਾ ਵੀ ਜੇ ਮੈਂ ਘਰ ਬਾਈ ਕਰ ਲਾਂ ਕੋਈ ਪ੍ਰਾਪਰਟੀ ਦਾ ਇੱਥੇ, ਵੀ ਹੋ ਸਕਦਾ ਕੋਈ? ਨਹੀਂ ਭਾਜੀ 21 ਸਾਲ ਦੇ ਹੋ ਕੇ ਨਿਆਣੇ ਕਰ ਸਕਦੇ ਆ। ਨਹੀਂ ਬੱਚੇ ਛੋਟੇ ਆ ਜੀ, 5 ਸਾਲ ਦੇ ਜੀ। ਨਹੀਂ ਉਹ ਤਾਂ ਮੈਂ ਸਮਝ ਗਿਆ, ਹਾਂਜੀ, ਪਰ ਮੈਂ ਕਿਹਾ 21 ਸਾਲ ਦੇ ਨੂੰ ਹੱਕ ਕਰਨ ਦਾ, ਤੇ ਵੇਟ ਹੀ ਕਰਨੀ ਪੈਣੀ ਤੁਹਾਨੂੰ। ਠੀਕ ਹੈ ਜੀ, ਥੈਂਕ ਯੂ ਜੀ। ਕਾਰਤਿਕ। ਕਾਰਤਿਕ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਮੈਂ ਪੁੱਛਣਾ ਸੀਗਾ, ਮੈਂ ਨਾ ਮੈਰਿਜ ਦੇ ਥਰੂ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਸੀਗਾ, ਤੇ ਓਰੀਜਨਲ ਰਿਸੀਵਿੰਗ ਦੇ ਵਿੱਚ ਮੇਰੀ ਭਾਈ ਡੇਟ ਆਫ ਬਰਥ ਗਲਤ ਆਈ ਆ ਭਾਈ, ਉਹਦਾ ਕੀ ਕਰ ਸਕਦਾ ਮੈਂ? ਜੇ ਤਾਂ ਭਾਜੀ ਉਹਨਾਂ ਦੀ ਗਲਤੀ ਆ ਤਾਂ ਤੁਸੀਂ ਫੋਨ ਕਰੋ, ਤੇ ਫੋਨ ਕਰਕੇ ਉਹਨਾਂ ਨੂੰ ਕਹੋ ਕਿ ਇਹ ਕਰੈਕਸ਼ਨ ਆ, ਮੈਂ ਉਹ ਕਰਨੀ ਆ। ਤੇ ਜੇ ਤੁਹਾਡੀ ਗਲਤੀ ਆ ਤੇ ਫਿਰ ਵੀ ਉਹਨਾਂ ਨੂੰ ਕਾਲ ਕਰੋ, ਤੇ ਜੇ ਨਹੀਂ ਕਰਦੇ ਆ ਤੇ ਫਿਰ ਤੁਹਾਨੂੰ 824 ਫਾਰਮ ਜਿਹੜਾ ਉਹ ਫਾਈਲ ਕਰਨਾ ਪੈਣਾ ਉਹਨੂੰ ਦੁਰਸਤ ਕਰਾਉਣ ਲਈ, ਪਰ ਤੁਸੀਂ ਉਹਨੂੰ ਕਾਲ ਕਰੋ, ਕਰ ਦੋਗੇ ਉਹ। ਓਕੇ ਜੀ। ਇੱਕ ਹੋਰ ਭਾਜੀ ਕੁਐਸਚਨ, ਮੇਰੇ ਨਾ ਫੈਮਿਲੀ ਦਾ ਇੱਥੇ ਅਸਾਈਲਮ ਲੱਗੀ ਹੋਈ ਹੈ ਮੰਮੀ ਡੈਡੀ ਦੀ ਨਿਊਯਾਰਕ ਦੇ ਵਿੱਚ, ਤੇ ਭਾਈ ਡੈਡੀ ਨੇ ਨਾ ਮੇਰੇ ਕੋਰੋਨਾ ਦੇ ਵਿੱਚ ਤੇ ਦੂਜੀ ਸਟੇਟ ਦੇ ਵਿੱਚ ਜਾ ਕੇ ਟਰੱਕ ਦਾ ਲਾਇਸੈਂਸ ਬਣਵਾਇਆ ਸੀਗਾ, ਤੇ ਫਿਰ ਦੁਬਾਰਾ ਨਿਊਯਾਰਕ ਦੇ ਵਿੱਚ ਮੂਵ ਕਰਾਇਆ ਸੀ, ਉਹਦੇ ਕੋਈ ਇਫੈਕਟ ਹੈਗਾ ਅਸਾਈਲਮ 'ਚ? ਭਾਜੀ ਬਿਲਕੁਲ ਇਫੈਕਟ ਹੈਗਾ। ਪਟੇਲ ਵਰਸਸ ਯੂਨਾਈਟਿਡ ਸਟੇਟ ਸੁਪਰੀਮ ਕੋਰਟ ਤੱਕ ਕੇਸ ਜਿਹੜਾ ਗਿਆ, ਤੇ ਆ ਜਿਹੜੀ DMV ਦੀ ਐਪਲੀਕੇਸ਼ਨ 'ਚ ਕਹਿੰਦੇ ਝੂਠ ਲਿਖਿਆ, ਕਿਉਂਕਿ DMV ਸਿੱਧੇ ਤਾਂ ਦਿੰਦੀ ਨਹੀਂ, ਤੁਸੀਂ ਦੱਸਦੇ ਕਿ ਮੈਂ ਇੱਥੇ ਰੈਜ਼ੀਡੈਂਟ ਸੀਗਾ, ਉਹ ਬਿਲਕੁਲ ਉਹਦਾ ਇਫੈਕਟ ਹੁੰਦਾ। ਤੁਹਾਨੂੰ ਆਪਣੀ ਜਿਹੜੀ ਐਡਰੈਸ ਹਿਸਟਰੀ ਆ DMV ਵਾਲੀ ਤੇ ਜਿਹੜੀ ਇਮੀਗ੍ਰੇਸ਼ਨ ਵਾਲੀ, ਉਹ ਇੱਕ ਮਿਕ ਕਰਨੀ ਪੈਣੀ ਆ। ਜੇ ਉਹਦੇ ਵਿੱਚ ਤੁਹਾਡੀ ਡਿਸਕ੍ਰਿਪੈਂਸੀ ਆਈ ਕਿ ਕੋਰਟ 'ਚ ਤੁਸੀਂ ਦੱਸਿਆ ਕਿ ਨਹੀਂ ਮੈਂ ਉਸ ਸਟੇਟ 'ਚ ਨਹੀਂ ਰਹਿੰਦਾ ਸੀਗਾ, ਤੇ ਉਹਨੇ DMV ਐਪਲੀਕੇਸ਼ਨ ਪੁੱਲ ਅਪ ਕਰ ਲਈ, ਤੇ ਉਹਨੇ ਕਹਿਣਾ ਇੱਥੇ ਤੂੰ DMV ਨੂੰ ਝੂਠ ਬੋਲਿਆ, ਸਹੁੰ ਖਾ ਕੇ ਤੁਹਾਨੂੰ ਝੂਠ ਬੋਲ ਰਿਹਾ। ਸੋ ਇਹ ਸਕੀਮਾਂ ਸਕੂਮਾਂ ਨਹੀਂ ਇੱਦਾਂ ਦੀਆਂ ਲਾਣੀਆਂ, ਲਾਇਆ ਨਾ ਕਰੋ ਇੱਦਾਂ ਦੀਆਂ ਕੋਈ ਵੀ ਸਕੀਮਾਂ ਸਕੂਮਾਂ। ਪਰ ਇਹ ਹੈ ਕਿ ਜੇ ਕੋਈ ਹੁਣ ਦੂਜੀ ਸਟੇਟ 'ਚ ਜਾ ਰਿਹਾ, ਫਿਰ ਇੱਦਾਂ ਕਿ ਆਪਣਾ ਇਮੀਗ੍ਰੇਸ਼ਨ ਨਾਲ ਵੀ ਉਹ ਜਿਹੜਾ ਐਡਰੈਸ ਆ ਉਹ ਮੈਚ ਕਰਾਓ, ਤੇ ਜਦੋਂ ਤੁਸੀਂ ਆਪਣੇ ਅਸਾਈਲਮ ਦੀ ਐਡਰੈਸ ਹਿਸਟਰੀ ਦੁਬਾਰਾ ਭਰੋਗੇ 589, ਜਦੋਂ ਤੁਹਾਡੀ ਇੰਟਰਵਿਊ ਆਊਗੀ, ਤੇ ਉਹਨਾਂ ਨੂੰ ਸਹੀ ਕਰਾ ਕੇ ਦੱਸਿਓ ਕਿ ਕਿਹੜੀ ਸਟੇਟ 'ਚ ਕਿਹੜੀ ਡੇਟ ਨੂੰ ਮੈਂ ਰਹਿਣਾ ਸੀਗਾ। ਜੀ ਠੀਕ ਹੈ ਜੀ। ਮੇਰਾ ਨਾ ਰਿਲੇਟਿਵ ਆ ਫਰੈਂਡ, ਤੇ ਉਹਨਾਂ ਦਾ ਭਾਈ ਲਾਸਟ ਫਰਾਈਡੇ ਮਾਸਟਰ ਹੀਅਰਿੰਗ ਸੀਗੀ, ਤੇ ਮਾਸਟਰ ਹੀਅਰਿੰਗ ਤੇ ਜੱਜ ਨੇ ਕਹਿਤਾ ਕਿ ਮੈਂ ਮਾਨ ਪਾਰਟੀ ਦੇ ਕੇਸ ਨਹੀਂ ਪਾਸ ਕਰਨੇ ਆ, ਤੇ ਉਹਨਾਂ ਦੀ 4 ਮਹੀਨੇ ਬਾਅਦ ਉਹਨਾਂ ਨੇ ਫਾਈਨਲ ਪਾਈ ਆ, ਤੇ ਜੇ ਮੈਂ ਉਹਦਾ ਕੈਲੀਫੋਰਨੀਆ ਮੂਵ ਕਰਾ ਸਕਦਾ, ਉਹਨੂੰ ਮਹੀਨਾ ਹੀ ਹੋਇਆ ਇੱਥੇ ਆਏ ਨੂੰ। ਹਾਂਜੀ ਟਰਾਈ ਕਰ। ਕਿਹੜੇ ਕੋਰਟ ਦੀ ਗੱਲ ਕਰ ਰਹੇ ਆਪਾਂ? ਨਿਊਯਾਰਕ ਦੀ। ਨਿਊਯਾਰਕ ਦੀ, ਹਾਂਜੀ ਭਾਜੀ। ਹਾਂਜੀ, ਜੇ ਬੰਦਾ ਮੂਵ ਹੁੰਦਾ ਤੇ ਟਰਾਈ ਕਰ ਸਕਦਾ ਉਹ, ਪਰ ਜੱਜ ਦੀ ਮਰਜ਼ੀ ਆ। ਠੀਕ ਆ, ਵੀ ਉਹ ਜਾਣ ਦੇਵੇ ਕਿ ਨਾ ਜਾਣ ਦੇਵੇ। ਹਾਂਜੀ ਜੀ ਜੀ ਰਾਜਕਰਨ ਭਾਜੀ, ਇੱਕ ਵਾਰੀ ਫੇਰ ਆਹੀ ਜਿਹੜੀ ਰਿਕੁਐਸਟ ਸੀਗੀ, ਗੂਗਲ ਦੇ ਪੇਜ ਤੇ ਜੇ ਤੁਸੀਂ ਗੂਗਲ ਤੇ ਜਾ ਕੇ ਟੇਰਕੀਆਨਾ ਸਰਚ ਕਰੋਗੇ, ਤੇ ਉੱਥੇ ਪਲੀਜ਼ ਜਾ ਕੇ ਆਪਣੇ ਰਿਵਿਊ ਦਿਓ, ਤੇ ਜਿਹਨੂੰ ਵੀ ਸਾਡਾ ਕੰਮ ਵਧੀਆ ਲੱਗਦਾ, ਤੇ ਰਿਵਿਊਆਂ ਦੀ ਲੋੜ ਹੈ ਇਸ ਵੇਲੇ। ਜੀ ਜ਼ਰੂਰ, ਥੈਂਕ ਯੂ। ਤੇ ਜ਼ਰੂਰ ਜਾ ਕੇ ਜੀ ਗੂਗਲ ਰਿਵਿਊਜ਼ ਦੇ ਵਿੱਚ ਜਾ ਕੇ ਇਹਨਾਂ ਦੇ ਲਈ ਜਿਹੜਾ ਉਹ ਕਰਿਓ ਜੀ। ਕੁਛ ਕਾਲਰ ਨੇ ਸੁਖਰਾਜ ਹੋਣੀ ਪੁੱਛਦੇ ਨੇ, ਕਹਿੰਦੇ ਉਹਨਾਂ ਦਾ ਭਰਾ ਕੈਨੇਡਾ 'ਚ ਆ, ਉੱਥੇ ਵਰਕ ਪਰਮਿਟ ਤੇ ਆ, ਉਹਦੇ ਲਈ ਉਹਨੇ 130 ਅਪਲਾਈ ਕਰਨਾ ਆ, ਤੇ ਕੀ ਜਿਹੜੀ US ਐਮਬੈਸੀ ਇੰਡੀਆ ਦੇ ਵਿੱਚ ਜਿਹੜੀ ਆ, ਜਾਂ US ਐਮਬੈਸੀ ਜਿਹੜੀ ਕੈਨੇਡਾ 'ਚ ਆ, ਉੱਥੇ ਅਪਲਾਈ ਕਰਨ ਕਿੱਥੇ ਕਰਨ? 130 ਜਦੋਂ ਤੁਸੀਂ ਅਪਲਾਈ ਕਰਨਾ, ਉਹਨੇ ਤੁਹਾਨੂੰ ਪੁੱਛਣਾ ਕਿ ਕਿਹੜੇ ਐਮਬੈਸੀ ਦੇ ਵਿੱਚ ਤੁਹਾਨੂੰ ਇੰਟਰਵਿਊ ਆਣੀ ਆ, ਤੇ ਜਿੱਥੇ ਬੰਦਾ ਰਹੂਗਾ ਉਹੀ ਤੁਹਾਡੇ ਲਈ ਕਨਵੀਨੀਅੰਟ ਆ। ਜੇ ਬੰਦਾ ਇੰਗਲੈਂਡ ਰਹਿ ਰਿਹਾ ਤੇ ਇੰਗਲੈਂਡ ਦਾ ਪਾਓ, ਜੇ ਬੰਦਾ ਕੈਨੇਡਾ ਰਹਿ ਰਿਹਾ ਤੇ ਕੈਨੇਡਾ ਦਾ ਪਾਓ। ਠੀਕ ਹੈ ਜੀ।
ਆਪਣੇ ਅਗਲੇ ਕਾਲਰ ਨੇ ਜਾਂਬਾਜ਼। ਸਤਿ ਸ਼੍ਰੀ ਅਕਾਲ। ਨਾਮ ਬੜਾ ਵਧੀਆ ਰੱਖਿਆ ਵਾ ਜੀ। ਜਾਂਬਾਜ਼ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਨਾਮ ਜਾਨਪਾਲ ਹੈ। ਅੱਛਾ ਜਾਨ ਵਾਲਾ ਗਲਤ ਲੇਖ ਹੋ ਗਿਆ ਜੀ ਫਿਰ ਇਹ ਤੇ। ਚਲੋ ਕੋਈ ਨਹੀਂ, ਜਾਂਬਾਜ਼ ਵੀ ਮਾੜਾ ਨਹੀਂ ਹੈ, ਵਧੀਆ ਨਾਂ ਹੈ। ਹਾਂਜੀ ਭਾਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਮੈਂ ਜਿੱਦਾਂ ਮੇਰਾ ਕੇਸ ਲੱਗਾ ਸਨ ਫਰਾਂਸਿਸਕੋ, ਬਟ ਭਾਜੀ ਮਤਲਬ ਕਿ ਪਹਿਲਾਂ 3-3 ਮਹੀਨੇ ਤਰੀਕ ਅੱਗੇ ਜਾਂਦੀ ਰਹੀ, ਹੁਣ ਮਤਲਬ ਸਾਲ ਅੱਗੇ ਤੁਰ ਗਈ ਜਾਣਾ ਜੀ। ਤੇ ਉਂਝ ਮੇਰਾ ਜਿੱਦਾਂ ਮੈਂ ਵਿਆਹ ਕਰਾਇਆ ਹੋਇਆ ਸਿਟੀਜ਼ਨ ਕੁੜੀ ਨੇ, ਤੇ ਮੈਂ ਜਿੱਦਾਂ ਕੇਸ ਵਿਆਹ ਵਾਲਾ ਲਾਉਣਾ ਵਾ, ਤੇ ਉਹਦੇ ਲਈ ਜਿੱਦਾਂ ਮੈਨੂੰ ਵਰਕ ਪਰਮਿਟ ਦੁਬਾਰਾ ਮਿਲੀ ਜਾਊਗਾ ਜਾਂ ਮਤਲਬ ਕਿੱਦਾਂ ਜੀ? ਨਹੀਂ ਭਾਜੀ, ਵਰਕ ਪਰਮਿਟ ਨਹੀਂ ਮਿਲਣਾ। ਵਿਆਹ ਵਾਲੇ ਕੇਸ ਦੇ ਬੇਸ ਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ। ਨਹੀਂ, ਜਿੱਦਾਂ ਆਲਰੇਡੀ ਮੇਰੇ ਕੋਲ ਵਰਕ ਪਰਮਿਟ ਸੀਗਾ, ਜਿੱਦਾਂ ਅਸਾਈਲਮ ਦੇ ਕੇਸ ਤੇ ਮੈਨੂੰ ਮਿਲਿਆ ਹੋਇਆ ਵਰਕ ਪਰਮਿਟ, ਤੇ ਦੁਬਾਰਾ ਉਹ ਮਿਲ ਸਕਦਾ ਜਾਂ ਨਹੀਂ? ਜਦ ਤੱਕ ਤੁਹਾਡਾ ਅਸਾਈਲਮ ਦਾ ਕੇਸ ਪੈਂਡਿੰਗ ਹੈ ਤਦ ਤੱਕ ਮਿਲੀ ਜਾਣਾ। ਅੱਛਾ ਜੀ, ਜੇ ਆਪਾਂ ਵਿਆਹ ਵਾਲਾ ਕੇਸ ਅਪਲਾਈ ਕਰ ਦਿੰਦੇ ਆ ਫਿਰ ਮਤਲਬ ਵਰਕ ਪਰਮਿਟ ਨਹੀਂ ਮਿਲਦਾ ਹੈ? ਨਹੀਂ, ਵਿਆਹ ਵਾਲੇ ਕੇਸ ਤੇ ਨਹੀਂ ਮਿਲਣਾ, ਅਸਾਈਲਮ ਵਾਲੇ ਕੇਸ ਤੇ ਤੁਹਾਨੂੰ ਮਿਲੀ ਜਾਣਾ। ਵਿਆਹ ਵਾਲਾ ਕੇਸ ਤੁਸੀਂ 130 ਅਪਰੂਵ ਕਰਾਓ, ਫਿਰ ਉਸ ਤੋਂ ਬਾਅਦ ਤੁਹਾਨੂੰ ਅਸਾਈਲਮ ਵਾਲੇ 'ਚ ਜਾਂ ਤਾਂ ਪੀਡੀ ਲੈਣੀ ਪੈਣੀ ਆ ਜਾਂ ਕੇਸ ਬੰਦ ਕਰਾਉਣਾ ਪੈਣਾ। ਤੇ ਉਹਦੇ ਬੇਸ ਤੇ ਫਿਰ ਡਿਪੈਂਡ ਕਰਦਾ ਤੁਹਾਨੂੰ ਰੂਲ ਕੀ ਚੱਲਦਾ ਕਿ ਵਰਕ ਪਰਮਿਟ ਮਿਲਣਾ ਕਿ ਨਹੀਂ ਮਿਲਣਾ। ਤੇ 601 ਵੇਵਰ ਲੈ ਕੇ ਤੁਹਾਨੂੰ ਕੰਟਰੀ ਆਊਟ ਕਰਕੇ ਵਾਪਸ ਆਉਣਾ ਪੈਣਾ। ਸੋ 601 ਵੇਵਰ ਨੂੰ 2 ਸਾਲ ਲੱਗ ਜਾਂਦੇ। 2 ਤੋਂ 2.5 ਸਾਲ ਦਾ ਪ੍ਰੋਸੈਸ ਹੈ। ਹਾਂਜੀ ਜੀ, ਇੰਨਾ ਕੁ ਲੱਗ ਹੀ ਜਾਣਾ ਜੀ। ਸੋ ਦੋਨਾਂ ਨੂੰ ਪੈਰਲਲੀ ਜਿਹੜਾ ਉਹ ਬੇਸਿਕਲੀ ਚਲਾਓ। ਪੈਰਲਲੀ ਚਲਾਓ, ਪਰ ਜਿਹੜਾ 601 ਵੇਵਰ ਆ ਜਦ ਤੱਕ ਤੁਹਾਡਾ ਕੇਸ ਐਕਟਿਵ ਆ ਤਦ ਤੱਕ ਤੁਸੀਂ 601 ਨਹੀਂ ਕਰ ਸਕਦੇ। ਸੋ ਵਿਆਹ ਵਾਲਾ ਕੇਸ ਅਪਰੂਵ ਕਰਾ ਕੇ 130 ਤੁਹਾਨੂੰ ਅਸਾਈਲਮ ਦੇ ਕੇਸ ਨੂੰ ਰਫਾ ਦਫਾ ਕਰਾਉਣਾ ਪੈਣਾ। ਤੇ ਹਾਂਜੀ, ਸੋ ਦੇਖੋ ਕਿੱਦਾਂ ਜੱਜ ਹੁਣ ਕੀ ਕਰਦੇ। ਠੀਕ ਹੈ, ਇੱਕ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਚ ਆਉਂਦੇ ਹਾਂ ਤੇ ਫਿਰ ਪ੍ਰੋਗਰਾਮ ਦੇ ਲਾਸਟ ਹਿੱਸੇ ਦੇ ਵਿੱਚ ਆਪਾਂ ਪਹੁੰਚਾਂਗੇ। ਤੇ ਸਰੋਤੇ ਜੁੜੇ ਰਹੋ ਤੇ ਥੋੜਾ ਜਿਹਾ ਟਰਨੀ ਟਿਰਕੇਣਾ ਵੀ ਜਿਹੜਾ ਥੋੜਾ ਸਾਹ ਲੈ ਲੈਣ, ਥੋੜਾ ਰੈਸਟ ਜਿਹੜੀ ਹੋ ਜਾਵੇ, ਤੇ ਮਿਲਦੇ ਬ੍ਰੇਕ ਤੋਂ ਬਾਅਦ ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। ਅਟਾਰਨੀ ਟਰਕੀਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਸਰੋਤਿਓ, ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈ 408-272-5200। 11 ਵਜੇ ਤੱਕ ਆਪਾਂ ਜਿਹੜਾ ਪ੍ਰੋਗਰਾਮ ਇਸ ਨੂੰ ਫਿਨਿਸ਼ ਕਰਨਾ ਹੈ। ਸੋ ਟਰਾਈ ਕਰਿਓ ਜੀ ਭਾਈ, ਸਾਰਿਆਂ ਨੂੰ ਬੇਨਤੀ ਆ ਵੀ ਇੱਕ ਸਵਾਲ ਜਿਹੜਾ ਉਹ ਪੁੱਛੋ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਫਿਰ ਮੈਂ ਜ਼ਿਆਦਾ ਹਾਰਸ਼ ਨਹੀਂ ਹੋਣਾ ਚਾਹੁੰਦਾ, ਸੋ ਪਹਿਲਾਂ ਹੀ ਰਿਕੁਐਸਟ ਆ ਵੀ ਇੱਕ ਪਲੀਜ਼ ਜਿਹੜਾ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰਿਓ ਜੀ। ਗੁਰਪ੍ਰੀਤ ਜੀ, ਸੈਕਰਾਮੈਂਟੋ। ਹੈਲੋ ਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਦੁਬਈ ਤੋਂ ਆਇਆ ਸੀਗਾ, 6 ਸਾਲ ਹੋ ਗਿਆ ਮੈਨੂੰ ਦੁਬਈ ਰਹਿੰਦਿਆਂ ਨੂੰ, ਤੇ ਕੋਈ ਅਸਾਈਲਮ 'ਚ ਪ੍ਰੋਬਲਮ ਆ ਸਕਦੀ ਹੈ? ਮੈਂ US ਆਇਆ ਇਸ ਟਾਈਮ। ਦੁਬਈ ਤੋਂ ਇੰਡੀਆ ਗਏ ਸੀ? ਹਾਂਜੀ ਗਏ ਸੀ ਭਾਈ, ਸਾਲ ਇੱਕ ਰਿਹਾ ਸੀਗਾ ਮੈਂ ਦੁਬਈ ਤੋਂ ਮੈਂ ਸਾਲ ਇੱਕ ਰਿਹਾ ਇਸ ਟਾਈਮ, ਜਿੱਦਾਂ 2022 ਦੇ ਵਿੱਚ ਰਿਹਾ ਸਾਲ ਇੱਕ ਇੰਡੀਆ। ਉਸ ਤੋਂ ਬਾਅਦ ਫੇਰ ਦੁਬਾਰਾ ਬਾਈ ਦੁਬਈ ਚਲ ਗਏ ਸੀ ਕਿ ਸਿੱਧੇ ਆਏ ਆ? ਫੇਰ ਹਾਂਜੀ, ਫੇਰ ਦੁਬਾਰਾ ਦੁਬਈ ਚਲੇ ਗਏ ਸੀ। ਦੁਬਈ ਫਿਰ ਮੈਂ ਡੇਢ ਮਹੀਨਾ ਰਿਹਾ, ਡੇਢ ਮਹੀਨੇ ਤੋਂ ਬਾਅਦ ਫਿਰ ਮੈਂ ਇੰਡੀਆ ਰਿਹਾ, ਫਿਰ 7-8 ਮਹੀਨੇ ਫੇਰ ਮੈਂ ਫੇਰ ਆਇਆ ਇੱਧਰ ਨੂੰ। ਨਹੀਂ, ਤੁਸੀਂ ਇੰਡੀਆ ਤੋਂ ਡਾਇਰੈਕਟਲੀ ਇੱਥੇ ਆਏ ਆ ਕਿ ਦੁਬਈ ਤੋਂ ਡਾਇਰੈਕਟਲੀ ਇੱਥੇ ਆਏ ਆ? ਨਹੀਂ, ਇੰਡੀਆ ਤੋਂ ਆਏ ਜੀ। ਹਾਂਜੀ ਹਾਂਜੀ ਭਾਜੀ, ਡਿਪੈਂਡ ਕਰਦਾ ਤੁਹਾਡੇ ਨਾਲ ਕੀ ਹੋਇਆ, ਕਿੱਦਾਂ ਹੋਇਆ। ਸੋ 2-3 ਦੀਆਂ ਚੀਜ਼ਾਂ ਹੁੰਦੀਆਂ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਬੰਦੇ ਤੇ ਕੁਝ ਹੁੰਦਾ ਵਾਪਸ ਉਹ ਆਪਣੀ ਕੰਟਰੀ ਜਾਂਦਾ, ਉੱਤੇ ਸ਼ੱਕ ਕੀਤਾ ਜਾਂਦਾ ਕਿ ਝੂਠ ਬੋਲਦਾ ਵਾ। ਠੀਕ ਹੈ, ਜਦੋਂ ਕਹਿ ਨਹੀਂ ਸਕਦੇ ਵੀ ਤੁਸੀਂ ਦੁਬਈ ਤੁਸੀਂ ਰਹਿ ਸਕਦੇ ਸੀਗੇ ਜਾਂ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਸੀ, ਜਿੱਦਾਂ ਜੋ ਵੀ। ਹਾਂਜੀ, ਉਹ ਤਾਂ ਕਹੂਗਾ ਹੀ। ਉਹ ਡਿਪੈਂਡ ਕਰਦਾ ਮੈਂ ਕਿਹਾ ਤੁਹਾਡੇ ਫੈਕਟ ਪੈਟਰਨ ਤੇ ਟਾਈਮ ਲਾਈਨ ਤੇ ਤੁਹਾਡੀ ਤੇ ਡਿਪੈਂਡ ਕਰਦਾ ਕਦੋਂ ਕੀ ਪ੍ਰੋਬਲਮ ਕਿੱਦਾਂ ਹੋਈ, ਕਿਵੇਂ ਹੋਈ, ਹੈ ਨਾ। ਠੀਕ ਹੈ, ਠੀਕ ਡਿਪੈਂਡ ਕਰਦਾ। ਠੀਕ ਹੈ ਜੀ। ਸੋ ਓਕੇ ਭਾਈ, ਓਕੇ, ਮਿਹਰਬਾਨੀ। ਗੁਰਪ੍ਰੀਤ LA। ਹਾਂਜੀ ਭਾਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ, ਮੈਂ ਨਾ ਕੇਸ ਲਾਇਆ ਸੀਗਾ 2011 ਦੇ ਵਿੱਚ LA ਲਾਸ ਐਂਜਲਸ, ਤੇ ਮੇਰਾ ਵਕੀਲ ਸੀਗਾ ਗ੍ਰੇਸ ਸ਼ਰੀਰ, ਹੈ ਨਾ। ਕੇਸ ਚਲੋ ਵਧੀਆ ਚੱਲੀ ਗਿਆ, ਤੇ ਜਦੋਂ ਮੇਰੀ ਫਾਈਨਲ ਆਈ ਤਾਂ ਫਾਈਨਲ ਮੇਰੀ ਕੇਸ ਉਹਨਾਂ ਨੇ ਮੇਰਾ ਨਾ ਮੈਨੂੰ ਕੈਂਸਲ ਕਰਤਾ ਸੀਗਾ ਵੀ ਕਹਿੰਦੇ ਵੀ ਆਪਾਂ ਕੀ ਨਹੀਂ ਕਰਦੇ, ਪਰ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ, ਜੱਜ ਨੇ ਕੋਈ ਰੀਜ਼ਨ ਨਹੀਂ ਦਿੱਤਾ। ਜਦੋਂ 9th ਸੈਕਟਰ ਦੇ ਵਿੱਚ ਮੇਰਾ ਕੇਸ ਗਿਆ ਤੇ ਚਲੋ ਉੱਥੋਂ ਉਹਨਾਂ ਨੇ ਜੋ ਵੀ ਆ ਮਿਸਟਰ ਸ਼੍ਰੀ ਨੇ ਕੇਸ ਜਿਤਾਤਾ, ਥੱਲੇ ਆ ਗਿਆ। ਥੱਲੇ ਆ ਕੇ ਜਦੋਂ ਵੈਨਾਈਸ ਕੋਰਟ ਨਵੀਂ ਖੁੱਲੀ, ਮੇਰਾ ਕੇਸ ਉੱਥੇ ਚਲਾ ਗਿਆ। ਕਰੋਨਾ ਕਰਕੇ ਮੈਨੂੰ ਬਹੁਤ ਚਿਰ ਲੱਗ ਗਿਆ, ਹਨਾ। ਮੇਰਾ ਅੱਗੇ ਕੋਰਟਾਂ ਪੈ ਗਈਆਂ। ਹੁਣ ਜਦੋਂ ਮੈਂ ਵੈਨਾਈਸ ਕੋਰਟ ਦੇ ਵਿੱਚ ਆਲਰੇਡੀ ਗਿਆ ਤੇ ਜੱਜ ਨੇ ਮੇਰਾ ਸਿਰਫ ਨਾਂ ਹੀ ਪੁੱਛਿਆ ਤੇ ਵਕੀਲ ਨਾਲ ਬੋਲਣ ਲੱਗ ਪਿਆ ਸੀ, ਕੇਸ ਸਿੱਧਾ ਕਰਨਾ ਨਹੀਂ, ਸਰਕਾਰੀ ਵਕੀਲ ਕਹਿੰਦਾ ਸੀ ਕੇਸ ਨਹੀਂ ਲੜਨਾ, ਤੇ ਉਹਨਾਂ ਨੇ ਕੇਸ ਮੇਰਾ ਡਿਸਮਿਸ ਕਰ ਦਿੱਤਾ। ਹਾਂਜੀ, ਤੇ ਭਾਜੀ ਹੁਣਾਂ ਨੂੰ ਆਲਰੇਡੀ ਮੈਂ ਫੀਸ ਲਾਸਟ ਵੀਕ ਦੇ ਦਿੱਤੀ ਆ। ਭਾਜੀ ਹੁਣਾਂ ਨਾਲ ਮੇਰੀ ਅਪੁਆਇੰਟਮੈਂਟ ਵੀ ਬਣੀ ਹੋਈ ਆ ਨੈਕਸਟ ਵੀਕ ਦੀ। ਤੇ ਮੈਂ ਕੁਐਸਚਨ ਪੁੱਛਣਾ ਸੀਗਾ ਕਿ ਹੁਣ ਉਹਨਾਂ ਨੇ ਜਿਹੜਾ ਮੋਸ਼ਨ ਟੂ ਉਹਨਾਂ ਨੇ ਲਿਖਿਆ ਹੋਇਆ ਸੀਗਾ, ਮੋਸ਼ਨ ਟੂ ਡਿਸਮਿਸ, ਹਨਾ, ਜਿੱਦਾਂ ਡਿਸਮਿਸ ਕੁਛ ਲਿਖਿਆ ਹੋਇਆ ਉਹਨਾਂ ਨੇ, ਤੇ ਹੁਣ ਜਿਹੜਾ ਮੈਨੂੰ ਫਿਰ ਦੁਬਾਰਾ ਕੇਸ ਸਾਰਾ ਲਾਉਣਾ ਪਊਗਾ ਤੇ ਕਿੰਨੇ ਚਾਂਸ ਹੈਗੇ ਆ ਤੇ ਕੀ ਆ? ਤੁਹਾਨੂੰ ਭਾਜੀ ਅਸਾਈਲਮ ਆਫਿਸ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ, ਜਿੰਨੀ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਦੇ ਹਿਸਾਬ ਨਾਲ ਦੱਸ ਰਿਹਾ ਤੁਹਾਨੂੰ, ਤੇ ਹੋ ਸਕਦਾ ਕੁਝ ਵੱਧ ਘੱਟ ਵੀ ਹੋਵੇ। ਸੋ ਤੁਹਾਨੂੰ ਜੇ ਤੁਹਾਡੀ ਉਹਨਾਂ ਨੇ ਕੇਸ ਡਿਸਮਿਸ ਕਰਤਾ ਸਰਕਾਰ ਨੇ, ਤੇ ਫਿਰ ਤੁਹਾਨੂੰ ਅਸਾਈਲਮ ਆਫਿਸ ਵਿੱਚ ਦੁਬਾਰਾ ਜਿਹੜਾ ਨਵੇਂ ਸਿਰਿਓਂ ਉਹ ਲਾਉਣਾ ਪੈਂਦਾ, ਤੇ ਦੁਬਾਰਾ ਤੁਹਾਨੂੰ ਆਪਣਾ ਕੇਸ ਜਿਹੜਾ ਰੀ ਐਕਸਪਲੇਨ ਕਰਨਾ ਪੈਂਦਾ। ਇਹਦੇ ਚਾਂਸ ਉਨੇ ਹੀ ਆ ਜਦੋਂ ਤੁਹਾਡੀ ਇੰਟਰਵਿਊ ਆਊਗੀ 1 ਸਾਲ ਬਾਅਦ, 2 ਸਾਲ ਬਾਅਦ, 3 ਸਾਲ ਬਾਅਦ, ਉਹਨਾਂ ਨੇ ਉਦੋਂ ਦੇਖਣਾ ਕਿ ਇਹਨੂੰ ਖਤਰਾ ਹੈਗਾ ਕਿ ਟਲ ਗਿਆ ਇਹਦਾ ਖਤਰਾ। ਠੀਕ ਹੈ ਜੀ, ਠੀਕ ਹੈ ਜੀ। ਤੇ ਕਿਉਂਕਿ ਉਹਨਾਂ ਨੇ ਮੇਰੇ ਵਕੀਲ ਨੇ ਇੰਨੀ ਗੱਲ ਵੀ ਕਹੀ ਸੀਗੀ ਕਿ ਜੇ ਤੁਸੀਂ ਉਦੋਂ ਡਿਨਾਈ ਕੀਤਾ ਆ ਕੇਸ, ਜੱਜ ਨੇ ਰੀਜ਼ਨ ਨਹੀਂ ਦਿੱਤਾ, ਉਹ ਕੇਸ ਥੱਲੇ ਆ ਗਿਆ, ਉਹ ਜੱਜ ਨੇ ਵੀ ਰੀਜ਼ਨ ਨਹੀਂ ਕੋਈ ਦਿੱਤਾ ਹੈਗਾ, ਹਨਾ, ਤੇ ਰੀਜ਼ਨ ਤਾਂ ਦੇਣਾ ਹੀ ਚਾਹੀਦਾ ਆ, ਹਨਾ। ਤੇ ਹੁਣ ਉਹ ਜੱਜ ਕੋਈ ਵੀ ਆਪਣੇ ਸਿਰ ਗੱਲ ਨਹੀਂ ਲੈਣਾ ਚਾਹੁੰਦਾ ਹੈਗਾ, ਤੇ ਜੱਜ ਨੇ ਤਾਂ ਸਰਕਾਰੀ ਵਕੀਲ ਦੀ ਸਾਈਡ ਤੇ ਹੀ ਗੱਲ ਕਰਨੀ ਆ 98%। ਜੀ ਹਾਂਜੀ ਭਾਜੀ, ਉਹ ਨਾ ਤੁਹਾਡਾ ਮੁੱਦਾ ਹੁਣ ਹੋਰ ਆ ਗਿਆ। ਪਹਿਲਾਂ ਤੁਹਾਡਾ ਟੈਕਨੀਕਲ ਮੁੱਦਾ ਸੀਗਾ, ਤਾਂ ਕਰਕੇ ਰਿਮਾਂਡ ਹੋ ਗਿਆ। ਜੱਜ ਜੇ ਗਲਤ ਕਰਦਾ ਉਹਦੇ ਉੱਤੇ ਅਪੀਲਾਂ ਲੈਣ, ਤਾਂ ਹੀ ਅਪੀਲਾਂ ਹੈਗੀਆਂ ਨਾ। BIA ਨੇ ਕੋਰਟ ਦੇ ਫੇਵਰ ਦੀ ਗੱਲ ਕਰਨੀ ਹੁੰਦੀ ਹੈ। ਸਰਕਿਟ ਕੋਰਟ ਸਭ ਤੋਂ ਬੈਸਟ ਹੁੰਦਾ ਬੰਦੇ ਦੇ ਲਈ। ਤੁਹਾਡੇ ਫੇਵਰ 'ਚ ਗਿਆ, ਵਾਪਸ ਆਇਆ, ਤੇ ਹੁਣ ਤੁਹਾਡਾ ਮੁੱਦਾ ਉਹ ਵਾਲਾ ਨਹੀਂ ਹੈਗਾ। ਹੁਣ ਤੁਹਾਡਾ ਮੁੱਦਾ ਇਹ ਸੀਗਾ ਕਿ PD ਚੱਲਦੀ ਪਈ ਆ, ਤੇ ਜਿੱਦਾਂ ਆਪਾਂ ਅੱਜ ਦੇ ਸ਼ੋਅ 'ਚ ਐਕਸਪਲੇਨ ਕਰਕੇ ਹਟੇ ਕਿ ਵਕੀਲ ਦੀ ਜਾਂ ਜੱਜ ਦੇ ਹੱਥ ਬੰਨੇ ਹੋਏ ਆ ਤੇ ਕੋਈ ਪਾਵਰ ਨਹੀਂ, ਤੇ ਹੁਣ ਤੁਹਾਨੂੰ ਅਸਾਈਲਮ ਆਫਿਸ ਹੀ ਜਾਣਾ ਪੈਣਾ। ਹੁਣ ਤੁਸੀਂ ਹੋਰ ਮੁੱਦੇ ਕਰਕੇ ਅਸਾਈਲਮ ਆਫਿਸ ਪਹੁੰਚੇ ਜੀ। ਨਹੀਂ, ਸੋ ਬਾਕੀ ਤੁਸੀਂ ਕੋਈ ਨਹੀਂ, ਜਦੋਂ ਆਲਰੇਡੀ ਇਹਨਾਂ ਦੇ ਨਾਲ ਅਪੁਆਇੰਟਮੈਂਟ ਬਣਾਈ ਆ ਤੇ ਤੁਸੀਂ ਜਿਹੜਾ ਕੇਸ ਨੂੰ ਉੱਥੇ ਹੋਰ
ਡਿਸਕਸ ਜਿਹੜਾ ਉਸ ਹਿਸਾਬ ਦੇ ਨਾਲ ਬਾਅਦ ਦੇ ਵਿੱਚ ਤੁਸੀਂ ਕਰ ਸਕਦੇ ਆ। ਥੈਂਕ ਯੂ ਕਾਲ ਦੇ ਲਈ। ਅਗਲੇ ਕਾਲਰ ਹਰਜਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਤਾਂ ਏਦਾਂ ਹੀ, ਮੈਂ ਪੁੱਛਣਾ ਸੀਗਾ ਵੀ ਭਾਜੀ ਹੁਣਾਂ ਨੂੰ ਜੇ ਮਿਲਣਾ ਹੋਵੇ ਕਿੱਦਾਂ ਮਿਲ ਸਕਦੇ? ਭਾਜੀ ਹੁਣੀ ਕਹਿੰਦੇ ਲਿੰਕ ਜਾਂ ਉੱਥੇ ਕਾਲ ਕਰੋ, ਉੱਥੇ ਸਿਆਣੇ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਕੁਛ ਵੀ, ਤੇ ਮੈਂ ਵੀ ਤੁਹਾਨੂੰ ਸਿੱਧਾ ਕਹਿੰਦੀ ਮੈਨੂੰ ਵੀ ਇੰਨਾ ਨਹੀਂ ਪਤਾ, ਤੇ ਕਿੱਦਾਂ ਮਿਲ ਸਕਦੇ ਆ ਤੁਹਾਡੇ ਨਾਲ, ਕਿੱਦਾਂ ਅਪਾਇੰਟਮੈਂਟ ਬਣਾ ਸਕਦੇ? 7-8 ਸਾਲ ਹੋ ਗਏ, ਮੇਰੇ ਆਂਟੀ ਅੰਕਲ ਆ ਉਹਨਾਂ ਦਾ ਕੇਸ ਚੱਲਦਾ ਆ, ਉਹਨਾਂ ਬਾਰੇ ਤੁਹਾਨੂੰ ਮਿਲਣਾ ਸੀਗਾ ਜੀ। ਜੀ ਦੋ ਚੀਜ਼ਾਂ ਆਪਣੇ ਨਾ, ਮਾਫੀ ਚਾਹੁੰਦੇ ਹਾਂ। ਸੋ ਇਦਾਂ ਕਿ ਜਦੋਂ ਕੰਮ ਸ਼ੁਰੂ ਕਰਨਾ ਸੀ ਨਾ, ਸਾਨੂੰ ਇਸ ਚੀਜ਼ ਦਾ ਪਤਾ ਕਿ ਕਈ ਲੋਕਾਂ ਨੂੰ ਈਮੇਲ ਵਰਤਣੀ ਨਹੀਂ ਆਉਂਦੀ, ਸਿਆਣੇ ਬੰਦੇ ਵੀ ਆ। ਹੁਣ ਸਾਡੇ ਨਾ ਆਪਾਂ 2 ਤਰ੍ਹਾਂ ਦੇ ਸਿਸਟਮ ਚਲਾ ਸਕਦੇ ਸੀਗੇ, ਜਾਂ ਤਾਂ ਆਪਾਂ ਸਾਰਾ ਆਨਲਾਈਨ ਹੋ ਜਾਂਦੇ ਤੇ ਜਾਂ ਆਪਾਂ ਫਿਰ ਇਨ ਪਰਸਨ ਆਫਿਸ 'ਚ ਮਿਲਦੇ। 2 ਸਿਸਟਮ ਮਿਕਸ ਕਰਨੇ ਔਖੇ ਆ, ਤੇ ਆਪਾਂ ਇਹ ਫੈਸਲਾ ਲਿਆ ਕਿਉਂਕਿ ਆਪਾਂ ਸੀਗੇ ਵੀ ਸਿਲੀਕਨ ਵੈਲੀ, ਸਾਡੇ ਇੰਪਲੋਇਮੈਂਟ ਬੇਸਡ ਵਾਲੀ ਵੀ ਪ੍ਰੈਕਟਿਸ ਸੀਗੀ, ਤੇ ਆਪਾਂ 2 ਜਿਹੜੇ ਸਿਸਟਮ ਸੀਗੇ ਪੈਰਲਲ ਨਹੀਂ ਚਲਾ ਸਕਦੇ ਸੀਗੇ। ਸੋ ਸਾਡੀ ਜਿਹੜੀ ਪਹਿਲੀ ਰਿਕੁਆਇਰਮੈਂਟ ਆਫਿਸ ਦੀ ਉਹ ਇਹ ਹੈ ਕਿ ਆਪਾਂ ਸਿਰਫ ਉਹ ਬੰਦੇ ਨਾਲ ਕੰਮ ਕਰ ਸਕਦੇ ਹਾਂ ਜਿਹਨੂੰ ਈਮੇਲ ਚਲਾਣੀ ਆਉਂਦੀ ਆ, ਜਾਂ ਜਿਹਦੇ ਕੋਲ ਕੋਈ ਹੈਗਾ ਜਿਹੜਾ ਉਹਦਾ ਈਮੇਲ ਤੇ ਕੋਆਰਡੀਨੇਟ ਕਰ ਸਕਦਾ। ਤੇ ਜਿਹੜੇ ਉਹ ਵਾਲੇ ਕੇਸਾਂ ਵਿੱਚ ਬੰਦਾ ਕਹਿੰਦਾ ਯਾਰ ਮੈਨੂੰ ਈਮੇਲ ਚਲਾਣੀ ਨਹੀਂ ਆਉਂਦੀ, ਆਪਾਂ ਕੇਸ ਕਰ ਨਹੀਂ ਸਕਦੇ, ਕਿਉਂਕਿ ਸਾਡੀਆਂ ਜਿਹੜੀਆਂ ਸਾਰੀਆਂ ਟੀਮ ਵਗੈਰਾ ਸਟਰਕਚਰ ਉਸ ਹਿਸਾਬ ਨਾਲ ਵਾ। ਸੋ ਮੈਨੂੰ ਨਹੀਂ ਲੱਗਦਾ ਕਿ ਮੈਂ ਤੁਹਾਡੇ ਕੇਸ ਦੇ ਵਿੱਚ ਹੈਲਪ ਕਰ ਪਾਊਂਗਾ, ਜਾਂ ਮੈਂ ਤੁਹਾਡੇ ਲਈ ਵਧੀਆ ਵਕੀਲ ਸਾਬਤ ਹੋਊਂਗਾ, ਕਿਉਂਕਿ ਸਾਡਾ ਕੋਆਰਡੀਨੇਸ਼ਨ ਦਾ ਚੱਕਰ ਪਿਆ ਰਹਿਣਾ। ਤੇ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਇਨ ਪਰਸਨ ਜਾਂ ਬਿਨਾਂ ਈਮੇਲ ਦੇ ਆਪਾਂ ਕਰ ਨਹੀਂ ਸਕਦੇ। ਸਾਡੇ ਜਿਹੜੇ ਵੀ ਨੋਟਿਸ ਆਉਂਦੇ ਆਪਾਂ ਸਾਰਾ, ਸਾਡੀ ਐਕਸਪੈਕਟੇਸ਼ਨ ਹੈ ਕਿ ਕਲਾਇੰਟ ਨੂੰ ਈਮੇਲ ਤੇ ਚੈੱਕ ਕਰੇ, ਆਪਣਾ ਮੈਸੇਜ ਕਰਨਾ ਆਉਂਦਾ ਹੋਵੇ, ਆਨਲਾਈਨ ਸਿਸਟਮ ਚਲਾਣੇ ਆਉਂਦੇ ਹੋਣ। ਜੀ, ਜੇ ਤੁਸੀਂ ਕਰ ਸਕਦੇ ਉਹਨਾਂ ਦੀ ਉਸ ਹਿਸਾਬ ਦੇ ਨਾਲ ਹੈਲਪ, ਜੇ ਕੋਆਰਡੀਨੇਟਰ ਬਣ ਕੇ ਉਹਨਾਂ ਦੀ ਮਦਦ ਕਰ ਸਕਦੇ, ਫਿਰ ਤੁਸੀਂ ਇਹਨਾਂ ਦੇ ਆਫਿਸ ਜਿਹੜਾ ਹੈ ਉਹਨਾਂ ਦੇ ਫੋਨ ਦੇ ਨਾਲ ਕੰਟੈਕਟ ਕਰ ਲਓ। ਪਰ ਇਹ ਆ ਵੀ ਫਿਰ ਆਨਲਾਈਨ ਜਿਹੜਾ ਤੁਹਾਨੂੰ ਨਜ਼ਰ ਰੱਖਣੀ ਪੈਣੀ ਆ ਆਪਣੀ ਈਮੇਲ। ਕੋਆਰਡੀਨੇਟਰ ਵੀ ਇਦਾਂ ਕਿ ਕੋਆਰਡੀਨੇਟਰ ਦੇ ਵੀ ਇਹ ਹੈ ਕਿ ਹੁਣ ਬੰਦੇ ਦਾ 7-8 ਸਾਲ ਕੇਸ ਚੱਲਿਆ, ਤਾਂ ਕੱਲ ਨੂੰ ਇਦਾਂ ਕਿ ਸਾਡੀ ਐਕਸਪੈਕਟੇਸ਼ਨ ਇਹ ਹੈ ਕਿ ਤੁਸੀਂ ਸਾਡੇ ਮੈਸੇਜ ਜਿਹੜੇ ਉਹਨਾਂ ਨੂੰ ਦਵੋਗੇ, ਤੇ ਕੋਈ ਵਿੱਚ ਨਾ ਨੁੱਕਰ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹੈ ਨਾ, ਉੱਦਾਂ ਦੀਆਂ ਚੀਜ਼ਾਂ। ਸੋ ਇਹ ਹੈ ਕਿ ਜ਼ਿੰਮੇਵਾਰੀ ਤਾਂ ਚੱਕਿਓ ਜੇ ਤੁਸੀਂ 7-8 ਸਾਲ ਫਿਰ ਤੁਸੀਂ ਜ਼ਿੰਮੇਵਾਰੀ ਨਿਭਾਓਗੇ ਪੂਰੀ, ਕਿਉਂਕਿ ਸਾਡੇ ਲਈ ਨਹੀਂ ਤਾਂ ਪ੍ਰੋਬਲਮ ਹੋ ਜਾਂਦੀ ਬਾਅਦ 'ਚ। ਜੀ, ਨੰਬਰ ਉਹਦਾ ਇਹਨਾਂ ਦਾ 4159090503 415-909-0503। ਬਲਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਕੁਐਸਚਨ ਜੀ, ਤੁਸੀਂ ਫੇਸਬੁੱਕ ਤੇ ਦੱਸਿਆ ਵੀ ਸੀ, ਮੇਰੇ ਨਾ ਐਕਚੁਅਲੀ ਰਿਲੇਟਿਵ ਆਈ ਸੀ ਫੈਮਿਲੀ ਬਾਇਆ ਮੈਕਸੀਕੋ ਸੈਨ ਡਿਆਗੋ ਨੂੰ। ਹਾਂਜੀ। ਉਹਨਾਂ ਨੂੰ ਪੁਲਿਸ ਵਾਲਿਆਂ ਨੇ ਬੱਚੇ ਨੂੰ ਪਹਿਲੇ ਨੂੰ 30 ਸਤੰਬਰ ਨੂੰ ਐਂਟਰ ਕਰਵਾਤਾ ਗੇਟ, ਤੇ ਭਾਜੀ ਨੂੰ ਦੂਜੇ ਦਿਨ ਕਰਾਇਆ, ਤੇ ਬੱਚਿਆਂ ਨੂੰ ਸੇਮ ਡੇ ਛੋੜਤਾ। ਉਹਨਾਂ ਨੂੰ ਚੱਕ ਕੇ ਪੈਂਸਿਲਵੇਨੀਆ ਕੈਂਪ ਭੇਜਿਆ ਸੀ। 2 ਮਹੀਨੇ ਹੋ ਗਏ ਜੀ ਉਹਨਾਂ ਨੂੰ। ਹਾਂਜੀ। ਤੇ ਮੈਂ ਤੁਹਾਡੇ ਹਾਊਸ ਵਿੱਚ ਵੀ ਕੰਟੈਕਟ ਕਰਿਆ ਤਾਂ ਤੁਹਾਡੀ ਅਪਾਇੰਟਮੈਂਟ ਐਕਚੁਅਲੀ ਮੈਨੂੰ ਮਿਲੀ ਨਹੀਂ ਸੀ, 1 ਹਫ਼ਤੇ ਦੀ ਵੇਟਿੰਗ ਸੀ। ਫਿਰ ਆਪਾਂ ਵਕੀਲ ਹੈ ਉਹ ਕਰ ਲਈ ਸੀ ਪੰਜਾਬਣ ਕੁੜੀ, ਤੇ ਉਹ ਕਹਿੰਦੀ ਮੈਂ ਪੈਰੋਲ ਦੀ ਐਪਲੀਕੇਸ਼ਨ ਲਾਈ ਸੀ, ਉਹਨਾਂ ਨੇ ਡਿਨਾਈਡ ਕਰਤੀ। ਹਾਂਜੀ। ਪੈਂਸਿਲਵੇਨੀਆ ਕੈਂਪ ਦਾ ਜੀ ਤੁਸੀਂ ਕਰਦੇ ਡੀਲ ਉਹਨੂੰ? ਭਾਜੀ ਸੌਰੀ, ਮੇਰੇ ਕੋਲ ਨਾ ਮਾਰਚ ਤੱਕ ਮਿਲਣਾ ਨਹੀਂ ਟਾਈਮ ਕੈਂਪ ਵਾਲੇ ਕੇਸ ਕਰਨ ਦਾ। ਤੁਸੀਂ ਉਹ ਜਿਹੜੀ ਤੁਹਾਡੀ ਪੰਜਾਬੀ ਵਕੀਲ ਤੁਸੀਂ ਕੀਤੀ ਆ, ਉਹਦੇ ਕੋਲੋਂ ਹੀ ਅਪੀਲ ਦੀ ਟਰਾਈ ਕਰੋ। ਅੱਛਾ ਜੀ। ਤੇ ਉੱਥੇ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ ਉੱਥੇ ਛੱਡਣੇ ਨੂੰ? ਅਜੇ ਤੱਕ ਉਹਦੇ ਨਾਲ ਕੋਈ ਬਿਆਨ ਲੱਤੇ ਉਹਨਾਂ ਨੇ, ਨਾ ਕੋਈ ਏਦਾਂ ਕੋਈ ਪ੍ਰੋਸੈਸ ਚੱਲਿਆ? ਸਾਡੀ ਇਹਦੇ ਵਿੱਚ ਸਿਰਫ ਉਦੋਂ ਹੈਲਪ ਕਰ ਸਕਦਾ ਜੇ ਇਹਦੇ ਬਿਆਨ ਬੰਦੇ ਦੇ ਫੇਲ ਹੁੰਦੇ ਆ ਤੇ ਜੱਜ ਮੁਰੇ ਜਾਂਦਾ। ਜਿਹੜੇ ਜੱਜ ਮੁਰੇ ਜਾਂਦਾ ਨਾ ਅਪੀਲ, ਥੋੜਾ ਟੈਕਨੀਕਲ ਕੰਮ ਆ ਜਾਂਦਾ, ਉਹ ਚੀਜ਼ 'ਚ ਮੈਂ ਹੈਲਪ ਕਰ ਦਿੰਦਾ। ਜਿਹੜਾ ਆ ਥੱਲੇ ਛੋਟੇ ਮੋਟੇ ਕੰਮ ਆ ਕਿ ਪੈਰੋਲ ਪਰੂਲ ਲੈਣੀ ਜਾਂ ਜਿਹੜੇ ਦੂਜੇ ਆ, ਉਹਦੇ ਵਿੱਚ ਆਪਾਂ ਪਾਰਟਿਸਿਪੇਟ ਨਹੀਂ ਕਰਦੇ, ਤੇ ਕਿੰਨੀ ਦੇਰ ਉਹਨਾਂ ਦੀ ਮਰਜ਼ੀ ਆ। ਤੇ ਹੁਣ ਉਹ ਅੰਦਰੋਂ ਰਿਕੁਐਸਟ ਕਰ ਸਕਦਾ ਕਿ ਯਾਰ ਮੈਨੂੰ ਕਾਫੀ ਟਾਈਮ ਹੋ ਗਿਆ ਮੇਰੇ ਬਿਆਨ ਲਿੱਤੇ ਜਾਣ, ਹਨਾ। ਠੀਕ ਹੈ ਜੀ। ਜਿਹੜੀ ਸਾਡੀ ਇਨਵੋਲਵਮੈਂਟ ਆ, ਮੈਂ ਕਿਹੜੇ ਕੇਸ ਮੈਂ ਨਹੀਂ ਕਰਨਾ ਚਾਹੁੰਦਾ, ਇੱਕ ਆਹੀ ਜਿਹੜੇ ਆਈਸ ਜਿਹੜੇ ਪੈਰੋਲ ਵਾਲੇ ਆ, ਇਹ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ 'ਚ ਕੋਈ ਟੈਕਨੀਕਲ ਨੌਲੇਜ ਨਹੀਂ ਲੱਗਦੀ। ਇਹ ਸਿੱਧਾ ਹੀ ਆਪਣੇ ਲੈਵਲ ਤੇ ਵੀ ਕਈ ਵਾਰੀ ਛੱਡ ਦਿੰਦੇ ਆ। ਤੇ ਜਿੱਦਾਂ ਹੁਣ ਤੁਸੀਂ ਦੇਖਿਆ, ਤੁਸੀਂ ਫਾਈਲ ਕੀਤਾ, ਉਹਨਾਂ ਨੇ ਡਿਨਾਈ ਕਰਤਾ ਕਿ ਨਹੀਂ ਆਪਾਂ ਨਹੀਂ ਦੇਣਾ। ਤੇ ਜਿਹੜਾ ਸਾਡੀ ਇਨਵੋਲਵਮੈਂਟ ਉਹ ਇੱਥੇ ਹੈਗੀ, ਜਦੋਂ ਬੰਦੇ ਦੇ ਮਿਨੀਮਮ ਜਿਹੜੀ ਸਾਡੀ ਇਨਵੋਲਵਮੈਂਟ ਉੱਥੋਂ ਸ਼ੁਰੂ ਹੋਣੀ ਹੈ ਕਿ ਬੰਦੇ ਦੇ ਬਿਆਨ ਫੇਲ ਹੋ ਗਏ ਤੇ ਉਹਦੀ ਜਿਹੜੀ ਜੱਜ ਮੂਹਰੇ ਅਪੀਲ ਲੱਗਣੀ ਆ। ਤੇ ਉਹ ਥੋੜਾ ਜਿਹਾ ਨਾ ਰਿਸਕੀ ਸਿਨੈਰੀਓ ਆ। ਬਸ ਇਹ ਦੇਖ ਲਿਓ ਕਿ ਉਹ ਜਿਹੜੇ ਜੱਜ ਦੀ ਰੇਟਿੰਗ ਹੈ ਨਾ, ਉਹਦੇ ਵਿੱਚ ਕਾਫੀ ਵਾਰੀ ਜਿਹੜੇ ਜੱਜ ਆ ਉਹ ਡਿਨਾਈ ਕਰ ਦਿੰਦੇ ਆ ਬਿਆਨ। ਸੋ ਇਦਾਂ ਕਿ ਜਿਹੜਾ ਬੰਦਾ ਬਾਰਡਰ ਟੱਪ ਰਿਹਾ, ਆਪਣੇ ਬਿਆਨ ਜੇ ਉਹਨੇ ਸਹੀ, ਮਤਲਬ ਇਦਾਂ ਕਿ ਕੋਈ ਮੈਂ ਨਹੀਂ ਕੋਈ ਜਾ ਕੇ ਬੰਦੇ ਦੇ ਬਿਆਨ ਦੇ ਸਕਦਾ, ਬੰਦੇ ਨੂੰ ਬਿਆਨ ਆਪ ਹੀ ਦੇਣੇ ਪੈਂਦੇ ਆ। ਉਹਦਾ ਲੀਗਲ ਮੁੱਦਾ ਜਿਹੜਾ ਪਹਿਲੂ ਆ ਉਹ ਮੈਂ ਸਾਹਮਣੇ ਰੱਖ ਸਕਦਾ। ਤੇ ਜੇ ਤੁਹਾਡੇ ਬਿਆਨ ਫੇਲ ਹੁੰਦੇ ਆ ਤੇ ਫਿਰ ਆਪਣੇ ਜੱਜ ਕੋਲ ਜਿਹੜੀ ਅਪੀਲ ਲੱਗਦੀ ਆ, ਉਹ ਸਟੇਜ ਤੋਂ ਆਪਾਂ ਜਿਹੜਾ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ। ਜੀ, ਅਗਲੇ ਕਾਲਰ ਹਰਦੀਪ। ਯੈਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਭਾਜੀ ਕਿੱਦਾਂ, ਮੈਂ ਨਾ 2 ਨੰਬਰ ਦੇ ਸਾਲਮ ਦੇ ਕੇਸ ਆਇਆ ਸੀ ਨਾ ਅਮਰੀਕਾ, ਤੇ ਮੇਰਾ
ਮੇਰੇ ਤੋਂ ਪੇਪਰ ਨਹੀਂ ਸੀਗੇ ਤੇ ਮੇਰੇ ਤੋਂ ਸਟੋਰ ਤੇ ਹੈਪਨ ਹੋ ਗਿਆ ਜੀ। ਤੇ ਮੇਰੇ ਗਨ ਸ਼ਾਟ ਹੋਇਆ ਹੱਥ ਤੇ। ਅੱਛਾ ਜੀ। ਮੇਰੇ ਤੋਂ ਵਰਕ ਪਰਮਿਟ ਨਹੀਂ ਸੀਗਾ। ਹਾਂਜੀ। ਤੇ ਮੇਰੇ ਕਿੱਦਾਂ ਹਸਪੀਟਲ ਦੇ ਬਿੱਲ ਖੜੇ ਆ, ਸਾਰਾ ਕੁਝ ਖੜਾ ਆ ਹਲੇ। ਤੁਸੀਂ ਪੁਲਿਸ ਨੂੰ ਕਾਲ ਕੀਤੀ ਸੀ? ਹਾਂਜੀ, ਕਿੱਦਾਂ ਪੁਲਿਸ ਨੂੰ ਕਾਲ ਕੀਤੀ ਸੀ ਤੇ ਪੁਲਿਸ ਵਾਲੇ FRI ਲੈ ਗਏ ਆ ਤੇ ਉਹਨਾਂ ਨੇ 2 ਮੰਥ ਹੋ ਗਏ ਹੈਪਨ ਹੋਏ ਨੂੰ। ਇਹਨਾਂ ਦਾ ਯੂ ਵੀਜ਼ੇ ਦਾ ਕੇਸ ਬਣਦਾ ਆ? ਪੂਰਾ ਬਣਦਾ ਭਾਜੀ। ਆਰਮਡ ਰੋਬਰੀ, ਹਥਿਆਰ ਹਮਲਾ ਹੋਇਆ, ਪੂਰਾ ਯੂ ਵੀਜ਼ੇ ਦਾ ਕੇਸ ਬਣਦਾ। ਜਿਹੜੇ ਬਿੱਲ ਖੜੇ ਆ ਹਸਪਤਾਲ ਦੇ ਉਹਦਾ ਮੈਨੂੰ ਪਤਾ ਨਹੀਂ, ਉਹ ਤੁਹਾਨੂੰ ਹਸਪਤਾਲ ਵਾਲਿਆਂ ਨਾਲ ਡੀਲ ਕਰਨਾ ਪੈਣਾ। ਕਿੱਦਾਂ ਲੋ ਇਨਕਮ ਕਰਕੇ ਐਪਲੀਕੇਸ਼ਨਾਂ ਕਰਕੇ। ਆਪਣਾ ਤਾਂ ਇਮੀਗ੍ਰੇਸ਼ਨ ਦਾ ਕੰਮ ਆ। ਮੈਂ ਤੁਹਾਨੂੰ ਇਹ ਵੀ ਨਹੀਂ ਸਲਾਹ ਦੇ ਸਕਦਾ ਕਿ ਨਾ ਬਿੱਲ ਦਿਓ, ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਬਿੱਲ ਦਿਓ ਤੁਹਾਡੇ ਕੋਲ ਜੇ ਪੈਸੇ ਨਹੀਂ ਹੈਗੇ। ਤਾਂ ਤੁਹਾਨੂੰ ਹਸਪਤਾਲ ਵਾਲਿਆਂ ਨਾਲ ਜਿਹੜਾ ਡੀਲ ਕਰਨਾ ਪੇਮੈਂਟ ਪਲਾਨ ਇਹ ਉਹ ਕਈ ਕੁਛ ਕਰ ਲੈਂਦੇ ਹੁੰਦੇ, ਮੰਨ ਵੀ ਜਾਂਦੇ ਹੁੰਦੇ ਦਫਾ ਕਰ ਦਿੰਦੇ। ਹਾਂਜੀ। ਤੇ ਪੁਲਿਸ ਵਾਲੇ ਜਿਹੜੇ ਹੈਗੇ ਆ, ਹਾਦਸਾ ਜਿਹੜਾ ਹੋਇਆ ਪੁਲਿਸ ਵਾਲਿਆਂ ਨੂੰ ਵੀ ਪੁੱਛ ਸਕਦੇ ਆ ਕਿ ਯਾਰ ਮੈਂ ਤਾਂ ਇਮੀਗ੍ਰੈਂਟ ਆ, ਮੇਰੀ ਕਿੱਦਾਂ ਹੈਲਪ ਕਰ ਸਕਦੇ, ਮੇਰੇ ਕੋਲ ਤਾਂ ਹੈ ਨਹੀਂ ਪੈਸੇ, ਉਹਨਾਂ ਨੂੰ ਪੁੱਛੋ। ਜੀ। ਤੇ ਬਾਕੀ ਇਹ ਵੀ ਯੂ ਵੀਜ਼ੇ ਵਾਲਾ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਹੁਣ ਤੁਸੀਂ ਕਰੋ, ਜੇ ਤੁਹਾਡੇ ਦੇ ਹੱਥ ਤੇ ਜਿਹੜਾ ਗਨ ਸ਼ਾਟ ਹੋਇਆ ਆ। ਹਾਂਜੀ। ਅਗਲੇ ਕਾਲਰ ਜੁੜੇ ਨੇ ਜੀ ਆਪਣੇ ਨਾਲ, ਹਰਜਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਮੂਵ ਕਰਾਇਆ ਸੀ ਕੇਸ 3 ਮਹੀਨੇ ਹੋ ਚਲੇ ਸੈਕਰਾਮੈਂਟੋ ਦੇ ਵਿੱਚ, ਰਿਕਾਰਡ ਡੇਟ ਨਹੀਂ ਪੈ ਰਹੀ ਨਾ। ਨਹੀਂ ਪੈ ਰਹੀ ਭਾਜੀ, ਸੈਕਰਾਮੈਂਟੋ 'ਚ ਕੋਰਟ ਡੇਟਾਂ ਨਹੀਂ ਹੈਗੀਆਂ। ਭਾਜੀ ਕੁਝ ਰਿਕੁਐਸਟ ਕਰ ਸਕਦੇ ਹਾਂ ਕਿ ਜਾਂ ਐਮਟੀ ਫਾਈਲ ਹੈ ਹੀ ਨਹੀਂ, ਉਹਨਾਂ ਦੇ ਡਾਕੂਮੈਂਟ ਭਰੇ ਹੋਏ ਆ। ਸੈਕਰਾਮੈਂਟੋ ਡੇਟ ਨਹੀਂ ਪੈ ਰਹੀ ਇਸ ਵੇਲੇ। ਮੂਵ ਕਰਾ ਲਓ ਜੇ ਸੈਨ ਫ੍ਰਾਂਸਿਸਕੋ ਤੁਸੀਂ ਏਰੀਆ 'ਚ ਮੂਵ ਹੁੰਦੇ ਆ ਤਾਂ। ਠੀਕ ਹੈ ਜੀ। ਠੀਕ ਹੈ। ਉੱਥੇ ਜੱਜਾਂ ਦੀ ਘਾਟ ਆ ਜਾਂ ਕੀ ਉੱਥੇ ਪ੍ਰੋਬਲਮ? ਜੱਜਾਂ ਦੀ ਘਾਟ ਆ, 4 ਕੀ ਜੱਜ ਉਹਨਾਂ ਦੇ। ਅੱਛਾ। ਇਹ ਹੈ ਕਿ ਇੱਕ ਕਹਿੰਦੇ ਸੈਨੋਜ਼ੇ ਕੋਰਟ ਬਣਾ ਦੇਣਾ, ਇੱਕ ਕਹਿੰਦੇ ਕੌਂਕਰਡ ਬਣਾ ਦੇਣਾ। ਦੇਖਦੇ ਫਿਰ ਕਿੱਦਾਂ। ਕਿੰਨੇ ਸਾਲਾਂ 'ਚ? ਅਗਲੇ ਸਾਲ ਹੀ ਕਹਿੰਦੇ ਆਹੀ ਵਾਲੇ 23 'ਚ। ਅੱਛਾ, ਨਵੀਂ ਜਿਹੜਾ ਫਿਜ਼ੀਕਲ ਸ਼ੇਅਰ ਦੇ ਮਤਲਬ ਤੇਜ਼ੀ ਲਿਆਉਣ ਵਾਲੇ ਆ ਕਹਿੰਦੇ ਆ। ਸੈਨੋਜ਼ੇ ਬਣਾ ਦੇਣ ਫਿਰ ਤਾਂ ਵਧੀਆ। ਸਾਡਾ ਤਾਂ ਡੇਰਾ ਸੈਨੋਜ਼ਾ ਹੀ ਹੈ, ਨਾਲੇ ਪ੍ਰੈਜ਼ਨੋ ਨੂੰ ਸਾਰਾ ਸੈਨੋਜ਼ਾ ਹੀ ਪੈਣਾ ਬੈਲਟ, ਫਿਰ ਤਾਂ ਕਰਕੇ ਵਧੀਆ। ਜੀ। ਰਾਜਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ। ਭਾਜੀ ਮੈਂ ਪੁੱਛਣਾ ਸੀ, ਅਸੀਂ ਇੱਥੇ 99 ਚ ਆਏ ਸੀਗੇ ਤੇ ਮੇਰੇ ਹਸਬੈਂਡ ਨੇ ਕੇਸ ਲਾਇਆ ਸੀਗਾ ਸ਼ੇਖੂ ਬ੍ਰਦਰ, ਤੁਸੀਂ ਸੁਣੇ ਹੋਣੇ। ਹਾਂਜੀ। ਸਜ਼ਾ ਵੀ ਹੋ ਗਈ ਸੀ ਤੇ ਸਾਡਾ ਕੇਸ ਪਾਸ ਹੋ ਗਿਆ ਸੀ, ਬਟ ਲਾਈਕ ਆਫਟਰ ਜਦੋਂ ਉਹਨਾਂ ਦੇ ਹੋਇਆ ਤੇ ਸਾਡੇ ਵੀ ਕੋਈ ਪੇਪਰ ਵਗੈਰਾ ਫੜਿਆ ਗਿਆ ਹੋਣਾ ਤੇ ਫਿਰ ਲਾਈਕ ਜਿੱਦਾਂ ਹੁਣ ਸਾਡਾ ਕੇਸ ਜਿਹੜਾ ਆ ਕੋਰਟ 'ਚ ਚੱਲਦਾ ਪਿਆ ਆ ਤੇ ਐਵਰੀ ਟਾਈਮ ਲਾਈਕ ਪਹਿਲਾਂ 3 ਮਹੀਨੇ ਦੀ ਤਰੀਕ ਪਾਈ ਜਾਂਦੇ ਸੀਗੇ ਤੇ ਐਤਕੀ ਹੁਣ ਨੈਕਸਟ ਈਅਰ ਦੀ ਪਾ ਦਿੱਤੀ। ਹਾਂਜੀ ਜੀ। ਉਹਦੇ ਲਈ ਤੁਸੀਂ ਸਾਡੀ ਕੋਈ ਹੈਲਪ ਕਰ ਸਕਦੇ? ਮੇਰੇ ਹਸਬੈਂਡ ਬਹੁਤ ਸਿੱਕ ਰਹਿੰਦੇ, ਲਿਵਰ ਐਂਡ ਕਿਡਨੀ। ਤੁਹਾਡੇ ਬੱਚੇ ਵਗੈਰਾ ਹੈਗੇ ਇੱਥੇ ਸਿਟੀਜ਼ਨ? ਬੱਚਾ ਮੇਰਾ ਇੱਕ ਹੈਗਾ ਹੀ ਸਿਟੀਜ਼ਨ, ਵੱਡਾ ਆ ਜਿਹੜਾ ਉਹਨੇ 에ਅਰਫੋਰਸ ਦੀ ਜੌਬ ਵੀ ਕੀਤੀ, ਬਟ ਮੇਰਾ ਜਿਹੜਾ ਛੋਟਾ ਬੇਟਾ ਆ ਉਹ ਸਾਡੇ ਨਾਲ ਹੀ ਵਿਚਾਰਾ ਘੜੀਸੀ ਦਾ ਕਰਦਾ ਹੈ। ਚਲੋ ਸਾਰਿਆਂ ਨੂੰ ਤਾਂ ਨਹੀਂ ਹੁਣ ਇਕੱਠੇ ਕੱਢ ਸਕਦੇ, ਪਰ ਜਿਹੜਾ ਤੁਹਾਡਾ ਵੱਡਾ ਮੁੰਡਾ ਹੈ, ਜਿਹੜਾ ਵੱਡਾ ਮੁੰਡਾ ਉਹ ਯੂਐਸ ਸਿਟੀਜ਼ਨ ਆ, ਰਾਈਟ? ਹਾਂਜੀ। 21 ਸਾਲ ਤੋਂ ਉੱਤੇ? ਹਾਂਜੀ। ਤੇ ਤੁਸੀਂ ਬਾਰਡਰ ਟੱਪ ਕੇ ਆਏ ਸੀ, ਵੀਜ਼ੇ ਤੇ ਆਏ ਸੀਗੇ? ਨਹੀਂ ਜੀ, ਅਸੀਂ ਵੀਜ਼ੇ ਤੇ ਆਏ ਸੀ। ਹਾਂਜੀ, ਤੁਸੀਂ ਸਾਡੇ ਆਫਿਸ 'ਚ ਕੰਟੈਕਟ ਕਰੋ, ਤੁਹਾਡੀਆਂ ਆਪਸ਼ਨਾਂ ਨਿਕਲ ਸਕਦੀਆਂ। ਓਕੇ ਜੀ, ਥੈਂਕ ਹੈਗਾ ਯੂ। ਇਹ ਫਰਾਡ ਦਾ ਕੇਸ ਹੀ ਹੈ। ਇਹ ਇੰਨਾ ਸੌਖਾ ਨਹੀਂ ਹੈਗਾ ਕੰਮ, ਕਿਉਂਕਿ ਸਾਰੇ ਉਹਨਾਂ ਨੇ ਰੀਓਪਨ ਕੀਤੇ ਆ, ਪਰ ਇਹ ਹੈ ਕਿ ਆਪਾਂ ਟਰਾਈ ਕਰ ਸਕਦੇ ਹਾਂ ਜੀ। ਇਹਨਾਂ ਦਾ ਨੰਬਰ ਹੈ ਜੀ ਆਫਿਸ ਦਾ 4159090503। ਅਗਲੇ ਕਾਲਰ ਹਰਜਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪੁੱਛਣਾ ਸੀਗਾ ਭਾਜੀ, ਜੇ ਮੈਂ ਪਟੀਸ਼ਨ ਪਾਵਾਂ ਅਰਲੀ ਡੇਟ ਦੀ, ਕੋਈ ਪ੍ਰੋਬਲਮ ਤਾਂ ਨਹੀਂ ਪੈਂਦੀ ਭਾਜੀ ਉਹਦੇ ਨਾਲ? ਕਿਸ ਸੰਬੰਧ ਚ? ਅਸਾਲਮ ਦੀ? ਹਾਂਜੀ ਭਾਜੀ, ਜਿੱਦਾਂ ਮੈਨੂੰ ਹੋ ਗਏ 8 ਸਾਲ ਇੱਥੇ ਆਏ ਨੂੰ। ਪ੍ਰੋਬਲਮ ਤਾਂ ਕੋਈ ਨਹੀਂ ਭਾਜੀ, ਜੇ ਅਰਲੀ ਡੇਟ ਗ੍ਰਾਂਟ ਕਰਤੀ ਤੇ ਫਿਰ ਉਹਨਾਂ ਨੇ ਅਰਲੀ ਕੇਸ ਸੁਣਨਾ ਬਸ। ਨਹੀਂ, ਮੈਂ ਉਹ ਤੇ ਸੁਣਨਗੇ ਭਾਜੀ, ਉਦਾਂ ਕੋਈ ਪ੍ਰੋਬਲਮ ਤਾਂ ਨਹੀਂ ਪਾਉਂਦੇ ਨਾ ਭਾਜੀ? ਉਦਾਂ ਕਿੱਦਾਂ ਭਾਜੀ? ਉਸ ਚੀਜ਼ ਬਾਰੇ ਪ੍ਰੋਬਲਮ ਤਾਂ ਨਹੀਂ, ਗੱਲ ਨਹੀਂ ਸਮਝੇ ਵੀ ਪ੍ਰੋਬਲਮ ਕਿਸ ਹਿਸਾਬ ਦੀ ਤੁਸੀਂ ਕਹਿੰਦੇ ਪ੍ਰੋਬਲਮ, ਗੱਲ ਨਹੀਂ ਪਤਾ ਲੱਗੀ। ਇਦਾਂ ਜਿੱਦਾਂ ਭਾਜੀ ਉਹ ਆਪਾਂ ਨੂੰ ਕਹਿ ਨਹੀਂ ਸਕਦੇ ਕਿ ਜਿੱਦਾਂ ਤੁਸੀਂ ਅਰਲੀ ਕਾਹਤੋਂ ਡੇਟ ਲਈ ਆ। ਨਹੀਂ, ਉਹਨਾਂ ਨੇ ਭਾਜੀ ਜੇ ਤੁਹਾਨੂੰ ਨਹੀਂ ਡੇਟ ਦੇਣੀ, ਉਹਨਾਂ ਨੇ ਡਿਨਾਈ ਕਰ ਦੇਣੀ ਤੁਹਾਡੀ ਮੋਸ਼ਨ ਕਿ ਨਹੀਂ ਸਾਡੇ ਕੋਲ ਹੈ ਨਹੀਂ ਟਾਈਮ। ਜੇ ਉਹਨਾਂ ਕੋਲ ਟਾਈਮ ਹੋਇਆ ਤਾਂ ਉਹਨੇ ਦੇ ਦੇਣੀ।
ਨਹੀਂ ਉੱਦਾਂ ਪ੍ਰੋਬਲਮ ਨਹੀਂ, ਉਹ ਤਾਂ ਬਸ ਇਦਾਂ ਆ ਜੀ 8 ਸਾਲ ਤੁਹਾਨੂੰ ਹੋ ਗਏ ਵੇਟ ਕਰਦੇ ਨੂੰ, ਬੰਦਾ ਕਾਲਾ ਹਰ ਕੋਈ ਪੈ ਜਾਂਦਾ, ਸੋ ਉਹਦੇ ਚ ਪ੍ਰੋਬਲਮ ਵਾਲੀ ਉਹ ਸਿੱਧਾ ਹੀ ਆ, ਜੇ ਉਹਨਾਂ ਨੇ ਜਾਂ ਤਾਂ ਉਹਨਾਂ ਨੇ ਡੇਟ ਦੇ ਦੇਣੀ ਜਾਂ ਰਿਜੈਕਟ ਕਰ ਦੇਣੀ। ਬਾਕੀ ਜਿਹੜਾ ਤੁਹਾਡਾ ਕੇਸ ਚੱਲਣਾ ਉਹਦੇ ਵਿੱਚ ਕੋਈ ਮਤਭੇਦ ਨਹੀਂ ਉਹਨਾਂ ਨੇ ਕਰਨਾ। ਉਹ ਕੇਸ ਜਿਹੜਾ ਤੁਹਾਡਾ 5 ਸਾਲ ਬਾਅਦ ਜਿੱਦਾਂ ਸੁਣਨਾ ਉਹੀ ਉਹਨਾਂ ਨੇ ਉੱਦਾਂ ਸੁਣਨਾ ਜੀ। ਸੋ ਅਨਮੋਲ ਹੋਣੀ ਪੁੱਛਦੇ ਨੇ ਉਹ ਵਿਆਹੇ ਨੇ, ਕੋਰਟ ਡੇਟ ਉਹਨਾਂ ਦੀ ਕੈਂਸਲ ਹੋ ਗਈ ਸੀ ਮਾਰਚ 2022 ਦੀ, ਨਿਊਯਾਰਕ 'ਚ ਸੀਗੀ, ਤੇ ਹੁਣ ਅੱਗੇ ਕੋਈ ਸਕੈਜੂਲ ਨਹੀਂ ਹੋਈ ਕਿ ਮੋਸ਼ਨ ਟੂ ਐਡਵਾਂਸ ਪਾ ਸਕਦੇ ਨੇ? ਮੋਸ਼ਨ ਟੂ ਐਡਵਾਂਸ ਨਹੀਂ, ਕਿਉਂਕਿ ਜੇ ਡੇਟ ਹੀ ਨਹੀਂ ਹੈਗੀ ਐਡਵਾਂਸ ਕਿੱਦਾਂ ਪਹਿਲਾਂ ਮੋਸ਼ਨ ਟੂ ਕੈਲੰਡਰ ਤੇ ਚੜੂਗੀ ਤਾਂ। ਤੇ ਨਿਊਯਾਰਕ ਸੈਕਰਾਮੈਂਟੋ ਵਾਲਿਆਂ ਨੂੰ ਜ਼ੋਰ ਲਾ ਲਓ ਤੁਸੀਂ, ਪਰ ਇਦਾਂ ਕਿ ਉਹਨਾਂ ਕੋਲ ਹੈ ਨਹੀਂਗਾ ਟਾਈਮ, ਸੋ ਤੁਸੀਂ ਤਕਰੀਬਨ ਫਸੇ ਰਹਿਣਾ। ਵੇਟ ਹੀ ਕਰਨੀ ਪੈਣੀ, ਹੋਰ ਕੋਈ ਚਾਰਾ ਨਹੀਂ। ਆਪਣੇ ਅਗਲੇ ਕਾਲਰ ਨੇ ਅੰਮ੍ਰਿਤਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ 2017 ਵਿੱਚ ਕੇਸ ਲਾਇਆ ਸੀ ਅਸਾਈਲਮ ਦਾ, ਤੇ ਕਰੋਨਾ ਕਰਕੇ ਮੈਨੂੰ ਲੱਗਦਾ ਉਹ ਬਹੁਤ ਜ਼ਿਆਦਾ ਹੀ ਡੇਟ ਨਾ ਮਿਲਣ ਕਰਕੇ ਉਹ ਬਹੁਤ ਜ਼ਿਆਦਾ ਪਿੱਛੇ ਪੈ ਗਿਆ ਨਾ। ਹੁਣ 2-3 ਵਾਰੀ ਰਿਕੁਐਸਟ ਕੀਤੀ ਪਰ ਉਹ ਡੇਟ ਨਹੀਂ ਦੇ ਰਹੇ, ਤੇ ਇਹ ਤੇ ਹੁਣ ਕੀ ਕੋਈ ਨਵਾਂ ਹੈ ਕੋਈ ਆਪਸ਼ਨ ਜਾਂ ਫਿਰ ਕੁਛ ਕਰੀਏ? 3 ਬੱਚੇ ਮੇਰੇ ਬੋਰਨ ਹੋ ਗਏ, ਪਹਿਲੀ ਵੱਡੀ ਕੁੜੀ ਜਿਹੜੀ ਉਹ 6 ਸਾਲ ਦੀ ਹੋ ਗਈ ਹੈ, ਤੇ ਅਸੀਂ ਘਰ ਵੀ ਲੈ ਲਿਆ, ਸਭ ਕੁਛ ਹੋ ਗਿਆ, ਪਰ ਉਹ ਡੇਟ ਹੀ ਨਹੀਂ ਦੇ ਰਹੇ ਅਸਾਈਲਮ ਦੀ। ਮੇਰੇ ਕੋਲ ਹੋਰ ਕੋਈ ਆਪਸ਼ਨ ਹੈਗੀ? ਨਹੀਂ, ਬਸ ਫੋਲੋ ਅਪ ਹੀ ਕਰ ਸਕਦੇ, ਰਹਿਣ ਦੀ ਪਰਮਿਸ਼ਨ ਹੀ ਦੇ ਸਕਦੇ ਤੁਹਾਨੂੰ ਹੁਣ ਤੱਕ ਤਾਂ। ਠੀਕ ਹੈ ਜੀ। ਤੇ ਉਹ ਅਸਾਈਲਮ ਦੀ ਡੇਟ ਹੀ ਨਹੀਂ ਆ ਰਹੀ, ਰਿਕੁਐਸਟ ਕੀਤੀ ਹੈ 2-3 ਵਾਰੀ ਪਰ ਗੱਲ ਨਹੀਂ ਬਣਦੀ ਪਈ ਜੀ। ਬਸ ਆਹੀ ਕਰ ਸਕਦੇ ਭਾਜੀ, ਹੋਰ ਕੁਝ ਨਹੀਂ ਕਰ ਸਕਦੇ। ਜਿੱਦਾਂ ਪਹਿਲੇ ਇਹਨਾਂ ਦੱਸ ਕੇ ਹਟੇ ਆ, ਹੁਣ ਮੋਸ਼ਨ ਟੂ ਰੀਕੈਲੰਡਰ ਕਰੋ ਜਾਂ ਐਡਵਾਂਸ ਕਰੋ ਕਰਕੇ ਫਰਿਆਦ ਕਰੀ ਚੱਲੋ, ਕੀ ਪਤਾ ਸੁਣ ਲੈਣ, ਜੇ ਨਹੀਂ ਸੁਣੀ ਤਾਂ ਫਿਰ ਇੰਤਜ਼ਾਰ ਤਾਂ ਹੈਗਾ ਹੀ ਹੈ ਜੀ। ਫਿਰ ਉਸ ਤੋਂ ਇਲਾਵਾ ਹੋਰ ਕੁਝ ਬਹੁਤਾ ਹੈ ਨਹੀਂ, ਕਿਉਂਕਿ ਸਾਰੇ ਜਾਣੇ ਚਾਹੁੰਦੇ ਜਲਦੀ ਜਿਹੜਾ ਹੋ ਜਾਵੇ। ਕੁਲਵੰਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਪੁੱਛਣਾ ਸੀਗਾ ਵੀ ਜਿੱਦਾਂ ਆਪਣੀ ਫੈਮਿਲੀ ਦੇ 2009 ਦੇ ਭਰੇ ਹੋਏ ਆ, ਤੇ ਉਹਨਾਂ ਨੂੰ ਕਿੰਨਾ ਟਾਈਮ ਲੱਗੂਗਾ? 2009 ਫੈਮਿਲੀ ਕਿਹਨੂੰ ਕਹਿੰਦੇ ਤੁਸੀਂ, ਭੈਣ ਭਾਈ ਨੂੰ? ਨਹੀਂ, ਆਪਣੇ ਬੱਚਿਆਂ ਨੂੰ। ਬੱਚਿਆਂ ਦੇ 2009 ਵਾਲੇ 8 ਵਾਲੇ ਚੱਲ ਰਹੇ ਆ, ਸੋ 2 ਸਾਲ ਹੋਰ ਲੱਗੂਗੇ, 1-2 ਸਾਲ। ਓਕੇ ਜੀ, ਥੈਂਕ ਯੂ, ਮਿਹਰਬਾਨੀ। ਸੋਨੂ। ਸਤਿ ਸ਼੍ਰੀ ਅਕਾਲ ਦੋਨੋਂ, ਮੇਰਾ ਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਆ ਕਿ ਮੇਰੇ ਨਾ ਅਗਲੇ ਵੀਕ ਮੇਰੀ ਕੋਰਟ ਡੇਟ ਆ, ਤੇ ਮੇਰਾ ਜਿਹੜਾ ਅਟਰਨੀ ਸੀ ਉਹਨਾਂ ਨੇ ਦੱਸਿਆ ਕਿ ਸਰਕਾਰੀ ਵਕੀਲ ਮੇਰੀ ਸੋਸ਼ਲ ਪੁੱਲ ਕੀਤੀ ਹੈ, ਤੇ ਸੋਸ਼ਲ ਮੇਰੀ ਜਿਹੜੀ ਆ ਉਹ ਕਿਸੇ ਨਦਰ ਲੋਕੇਸ਼ਨ ਤੇ ਹੋ ਰਹੀ ਹੈ ਸ਼ੋ, ਪਰ ਮੈਂ ਕਿਤੇ ਜਾ ਕੇ ਕੈਲੀਫੋਰਨੀਆ ਤੋਂ ਇਲਾਵਾ ਕਿਤੇ ਹੋਰ ਕਿਤੇ ਰਿਹਾ ਨਹੀਂਗਾ, ਤੇ ਉਹਨਾਂ ਨੇ ਪੁੱਲ ਕੀਤੀ ਹੈ। ਕਿਤੇ ਉਹਨਾਂ ਨੂੰ ਗਲਤੀ ਵੀ ਲੱਗ ਸਕਦੀ ਆ, ਇਹਦੀ ਕੋਈ ਮੈਨੂੰ ਪ੍ਰੋਬਲਮ ਹੀ ਆ ਸਕਦੀ ਹੈ, ਪਰ ਮੈਂ ਉਹਨਾਂ ਨੂੰ ਆਪਣਾ ਜਿਹੜੀ ਮੇਰੇ ਐਡਰੈਸ ਤੇ ਮੇਰੀ ਸੋਸ਼ਲ ਆਈ ਸੀਗੀ ਉਹਨਾਂ ਨੂੰ ਮੈਂ ਭੇਜ ਦਿੱਤੀ ਆ। ਦੂਜਾ ਮੇਰਾ ਕੁਐਸਚਨ ਹੈ ਕਿ ਜਿਹੜਾ ਡੈਕੋਰੇਸ਼ਨ ਹੁੰਦੀ ਆ ਉਹਦੇ ਵਿੱਚ ਜਿਹੜੇ ਸਵਾਲ ਲਿਖੇ ਗਏ ਨੇ ਪੁਆਇੰਟ ਟੂ ਪੁਆਇੰਟ ਦੇਣੇ ਆ ਜਾਂ ਅੱਗੇ ਪਿੱਛੇ ਵੀ ਹੋ ਸਕਣ, ਉਹਦੀ ਕੋਈ ਪ੍ਰੋਬਲਮ ਆ ਸਕਦੀ ਹੈ? ਥੈਂਕ ਯੂ ਜੀ। ਜਿਹੜੀ ਭਾਜੀ ਤੁਹਾਡੀ ਜੇ ਉਹਨਾਂ ਨੂੰ ਐਡਰੈਸ ਹਿਸਟਰੀ ਦਾ ਚੱਕਰ ਲੱਗਦਾ ਤਾਂ ਤੁਸੀਂ ਆਪਣਾ ਹੋਰ ਜਿਹੜਾ ਸਬੂਤ ਆ ਨਾ, ਲੀਜ਼ ਤੋਂ ਇਲਾਵਾ ਹੋਰ ਜਿਹੜੇ ਤੁਹਾਡੇ ਰਹਿਣ ਸਹਿਣ ਬਿੱਲ ਬੁੱਲ ਸਾਰੇ ਜਿਹੜੇ ਮਹੀਨੇ ਬੱਧੀ ਲੈ ਜਾਓ ਸਾਰੇ, ਉਹਨਾਂ ਸ਼ੋਅ ਕਰੋ ਕਿ ਭਾਈ ਮੈਂ ਤਾਂ ਇੱਥੇ ਰਹਿ ਰਿਹਾ, ਠੀਕ ਹੈ। ਤੇ ਜਿਹੜੇ ਤੁਹਾਡੇ ਸਵਾਲ ਆ ਡੈਕਲੇਰੇਸ਼ਨ, ਉਹ ਪੁਆਇੰਟ ਬਾਏ ਪੁਆਇੰਟ ਨਹੀਂ ਹੁੰਦੇ ਭਾਜੀ, ਉਹ ਜੱਜ ਦੀ ਮਰਜ਼ੀ ਆ ਕਿੱਥੋਂ ਪੁੱਛਣੇ, ਸਰਕਾਰੀ ਵਕੀਲ ਨੇ ਕਿੱਥੋਂ ਪੁੱਛਣੇ ਆ, ਤੇ ਪੁਆਇੰਟ ਬਾਏ ਪੁਆਇੰਟ ਰੱਟਾ ਨਾ ਲਾਇਓ, ਮਤਲਬ ਤੁਹਾਨੂੰ ਓਵਰਆਲ ਪਤਾ ਹੋਣਾ ਚਾਹੀਦਾ ਸਾਰਾ, ਕਿਤੋਂ ਵੀ ਪੁੱਛੇ ਜਾ ਸਕਦੇ ਆ। ਥੈਂਕ ਯੂ ਜੀ। ਥੈਂਕ ਯੂ। ਠੀਕ ਹੈ, ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਥੈਂਕ ਯੂ ਅਟਾਰਨੀ ਟਰਕੀਆਣਾ ਜੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।